ਔਨ ਬੌਕ ਕੇਸ ਤੋ ਕੀ ਹੋਇਆ 1973 ਦੇ ਵਿੱਚ ਇੱਕ ਮਹਾਰਾਸ਼ਟਰ ਦੇ ਵਿੱਚ ਇੱਕ ਹਸਪੀਟਲ ਸੀਗਾ KEM ਹਸਪੀਟਲ। ਉਸ ਹਸਪੀਟਲ ਦੇ ਵਿੱਚ ਇੱਕ ਲੇਡੀ ਨਰਸ ਸੀਗੀ ਅਰੁਣਾ ਸ਼ੌਨਬੌਗ ਐਂਡ ਉਸ ਹਸਪੀਟਲ ਦਾ ਇੱਕ ਵਾਰਡ ਬॉय ਸੀਗਾ ਜਿਹਨੇ ਉਸ ਲੇਡੀ ਨਰਸ ਦਾ ਰੇਪ ਕੀਤਾ ਐਂਡ ਰੇਪ ਕਰਨ ਤੋਂ ਬਾਅਦ ਉਹਨੂੰ ਇੱਕ ਇਹੋ ਜਿਹੀ ਸਟੇਟ 'ਚ ਛੱਡ ਗਿਆ ਜਿਹੜੀ ਸਟੇਟ 'ਚ ਉਹ ਕੋਮਾ 'ਚ ਚਲੀ ਗਈ। ਇਟ ਵਾਜ਼ ਵੈਰੀ ਅਨਫੋਰਚੂਨੇਟ, ਠੀਕ ਹੈ। ਐਂਡ 1973 ਦੇ ਵਿੱਚ ਉਹ ਕੋਮਾ 'ਚ ਚਲੀ ਗਈ ਸੀ ਲੇਡੀ ਨਰਸ ਜਿਹੜੀ ਸੀਗੀ। ਸ਼ੀ ਵਾਜ਼ ਵੈਰੀ ਯੰਗ ਬੈਕ ਇਨ ਦ ਡੇ। ਅਤੇ ਇੰਨਾ ਗਰੂਸਮ ਸੀਗਾ ਉਹ ਕ੍ਰਾਈਮ, ਠੀਕ ਹੈ, ਇੰਨਾ ਹੀਨੀਅਸ ਕ੍ਰਾਈਮ ਸੀਗਾ ਕਿ ਮਤਲਬ ਦ ਟਰਾਮਾ ਵਾਜ਼ ਸੋ ਹੈ ਨਾ ਬੈਡ ਕਿ ਅਲਟੀਮੇਟਲੀ ਇਟ ਅਫੈਕਟਡ ਹਰ ਨਰਵਸ ਸਿਸਟਮ। ਉਸ ਤੋਂ ਬਾਅਦ ਉਹ ਜਿਹੜੀ ਲੇਡੀ ਨਰਸ ਸੀਗੀ ਉਹ ਇੱਕ ਵੈਜੀਟੇਬਲ ਸਟੇਟ 'ਚ ਵੀ ਚਲੀ ਗਈ ਕਿਉਂਕਿ ਕੋਮਾ ਦੇ ਪੇਸ਼ੈਂਟਸ ਵੈਜੀਟੇਬਲ ਸਟੇਟ 'ਚ ਚਲੇ ਜਾਂਦੇ ਆ। ਵੈਜੀਟੇਬਲ ਸਟੇਟ ਦਾ ਮਤਲਬ ਸਮਝਦੇ ਹੋ ਤੁਸੀਂ, ਹੈ ਨਾ? ਪਾ ਦੋ ਬੁੱਕਸ ਪਈਆਂ, ਹੈ ਨਾ। ਵੈਜੀਟੇਬਲ ਸਟੇਟ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਇੱਕ ਇਹੋ ਜਿਹੇ ਸਿਚੁਏਸ਼ਨ 'ਚ ਪਹੁੰਚ ਜਾਓ ਜਿੱਥੇ ਤੁਹਾਡੀ ਮੈਡੀਕਲ ਮਤਲਬ ਟਰੀਟਮੈਂਟ ਪੋਸੀਬਲ ਨਹੀਂ ਹੈਗੀ ਐਂਡ ਤੁਸੀਂ ਆਪਣੇ ਆਪ 'ਤੇ ਵੀ ਡਿਪੈਂਡੈਂਟ ਨਹੀਂ ਹੈਗੇ, ਮਤਲਬ ਤੁਸੀਂ ਆਪਣੇ ਆਪ 'ਤੇ ਵੀ ਮਤਲਬ ਇੰਡੀਪੈਂਡੈਂਟ ਨਹੀਂ ਹੈਗੇ ਐਂਡ ਆਪਣੇ ਕੰਮ ਲਈ ਕਿਸੇ ਨਾ ਕਿਸੇ ਦਾ ਜਾਂ ਤਾਂ ਕਿਸੇ ਸਟਾਫ ਦਾ ਜਾਂ ਫੈਮਿਲੀ ਮੈਂਬਰ ਦਾ ਯੂਜ਼ ਜਿਹੜਾ ਹੈ ਹੋਣਾ ਪੈ ਰਿਹਾ ਫॉर योर बेसिक थिंग्स, है ना, लाइक बेसिक थिंग्स, इवन बेसिक एज पीइंग और ठीक है। सो ਉਹ ਇੱਕ ਸਿਚੁਏਸ਼ਨ ਇਹ ਜੀ ਹੋ ਜਾਂਦੀ ਹੈ। ਤੋ ਇਸ ਸਿਚੁਏਸ਼ਨ ਦੇ ਵਿੱਚ ਉਹ ਲੇਡੀ ਜਿਹੜੀ ਹੈਗੀ ਪਹੁੰਚ ਗਈ ਸੀਗੀ, ਲੇਕਿਨ ਓਬਵੀਅਸਲੀ ਗੱਲ ਹੈ ਨਰਸ ਸੀਗੀ ਤਾਂ ਉਹਦੇ ਸਟਾਫ ਦੇ ਜਿਹੜੇ ਦੋਸਤ ਸੀਗੇ ਉਹਨਾਂ ਨੇ ਉਹਨੂੰ ਹਸਪੀਟਲ 'ਚ ਹੀ ਮੈਨੇਜ ਕਰਨਾ ਜੋ ਹੈ ਸ਼ੁਰੂ ਕਰਤਾ ਐਂਡ ਦੇ ਮੈਨੇਜਡ ਦੈਟ ਨਰਸ, ਹੈ ਨਾ, ਫॉर ਆਲਮੋਸਟ ਲਾਈਕ I think 37 years. So she was alive, ठीक है, although she was in coma, but she was made sure कि ਉਹਨੂੰ 37 ਸਾਲ ਤੱਕ ਇਹਨਾਂ ਨੇ ਬਚਾ ਕੇ ਰੱਖਿਆ। ਬੈਡ ਸੋਰਸ ਹੋ ਜਾਂਦੇ ਆ ਅਗਰ ਤੁਸੀਂ ਇੱਕੋ ਹੀ ਪੋਜੀਸ਼ਨ ਦੇ ਵਿੱਚ ਪੈ ਜਾਓ ਤਾਂ ਬੈਡ ਸੋਰ ਹੋ ਜਾਂਦੇ ਆ ਤਾਂ ਤੁਹਾਨੂੰ ਬਾਰ-ਬਾਰ ਤੁਹਾਡੀ ਪੋਜੀਸ਼ਨ ਬਦਲਣੀ ਚਾਹੀਦੀ ਹੈ। ਬੈਡ ਸੋਰ ਇੱਕ ਵਾਰੀ ਹੋ ਗਿਆ ਤਾਂ ਫਿਰ ਇਨਫੈਕਸ਼ਨ ਹੋ ਜਾਂਦੀ ਹੈ, ਇਨਫੈਕਸ਼ਨ ਹੋ ਗਈ ਤਾਂ ਡੈਥ ਹੋ ਜੂਗੀ, ਹੈ ਨਾ। ਇਮਿਊਨਿਟੀ ਵੈਸੇ ਹੀ ਡਾਊਨ ਹੈ, ਖਾਣਾ ਪੀਣਾ ਘਟਿਆ ਹੋਇਆ ਹੈ, ਤਾਂ ਐਟ ਦੀ ਐਂਡ ਆਫ ਦ ਡੇ ਇਹ ਜੀ ਸਿਚੁਏਸ਼ਨ ਡਿਵੈਲਪ ਹੋ ਜਾਂਦੀ ਹੈ। ਬੈਡ ਸੋਰ ਸਮਝਦੇ ਹੋ ਨਾ, ਜਦੋਂ ਇੱਕ ਪੇਸ਼ੈਂਟ ਇੱਕ ਮਤਲਬ ਇਜ਼ ਲਾਈਂਗ ਡਾਊਨ ਫॉर ਅ ਲੋਟ ਆਫ ਟਾਈਮ ਪੀਰੀਅਡ ਵਿਦਾਊਟ, ਹੈ ਨਾ, ਇੱਧਰ ਉੱਧਰ ਹੋਣਾ, ਤਾਂ ਉਹ ਇੱਕ ਪ੍ਰੈਸ਼ਰ ਆਫ ਦ ਬੈਡ ਜਿਹੜਾ ਹੈਗਾ ਉਹਦੇ ਨਾਲ ਉਹ ਜ਼ਖਮ ਹੋ ਜਾਂਦਾ ਹੈ। ਤਾਂ ਅਗਰ ਉਸ ਜ਼ਖਮ ਹੋਣ ਨਹੀਂ ਦੇਣਾ ਹੁੰਦਾ, ਜੇ ਉਹ ਹੋ ਜੇ ਤਾਂ ਫਿਰ ਉਹਦੇ ਵਿੱਚ ਇਨਫੈਕਸ਼ਨ ਦਾ ਚਾਂਸ ਵੱਧ ਜਾਂਦਾ ਹੈ। ਫਿਰ ਉਹਨੂੰ ਟਰੀਟ ਕਰਨ ਵਾਸਤੇ, ਹੈ ਨਾ, ਲੋਕ ਆਉਂਦੇ ਆ, ਉਹ ਸਾਰਾ ਟਰੀਟ ਕਰਦੇ, ਡਾਕਟਰਸ ਟਰੀਟ ਕਰਦੇ, ਬਟ ਅਗਰ ਉਹ ਇੱਕ ਵਾਰੀ ਡਿਵੈਲਪ ਹੋ ਜਾਏ ਤਾਂ ਮੁਸ਼ਕਿਲ ਹੋ ਜਾਂਦੀ ਹੈ ਇਨ ਦ ਸੈਂਸ ਕਿਉਂਕਿ ਬੰਦਾ ਇਮਿਊਨਿਟੀ ਉਹਦੀ ਵੀਕ ਹੁੰਦੀ ਹੈ ਕਿਉਂਕਿ ਖਾਣਾ ਪੀਣਾ ਰੁਕਿਆ ਹੁੰਦਾ ਹੈ। ਬਟ ਸਮਹਾਓ ਸ਼ੀ ਵਾਜ਼ ਮੈਨੇਜਡ ਫॉर 37 years and then in 2013 ਦੇ ਅਰਾਊਂਡ 14 to be very specific ਉਹ ਨਰਸਾਂ ਨੇ ਫਾਈਨਲੀ ਇੱਕ ਲਾਇਰ ਕੀਤਾ ਐਂਡ ਲਾਇਰ ਕਹਿ ਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਅਰਜ਼ੀ ਪਾਈ ਕਿ ਬਈ ਇਹਨੂੰ ਨਾ ਤੁਸੀਂ ਯੂਥਨੇਸ਼ੀਆ ਲਈ ਅਲਾਓ ਕਰੋ ਕਿਉਂਕਿ ਇਟ ਇਜ਼ ਵੈਰੀ ਡਿਫਿਕਲਟ ਟੂ ਮੈਨੇਜ ਹਰ ਐਂਡ ਸਾਨੂੰ ਉਹਦੀ ਹਾਲਤ ਦੇਖੀ ਨਹੀਂ ਜਾਂਦੀ। 37 ਸਾਲ ਦੀ ਹੈਗੀ ਉਹ, 37 ਸਾਲ ਹੋ ਗਏ ਸਾਨੂੰ ਮੈਨੇਜ ਕਰਦੇ ਨੂੰ ਐਂਡ ਨਾਓ ਇਟ ਇਜ਼ ਬਿਯੋਂਡ ਆਰ ਥਿੰਗ ਐਂਡ ਇਟਸ ਵੈਰੀ ਅਨਫੋਰਚੂਨੇਟ। ਤਾਂ ਯੂਥਨੇਸ਼ੀਆ ਲਈ ਅਲਾਓ ਕੀਤਾ ਜਾਵੇ। ਤਾਂ ਜਦੋਂ ਉਹ ਸਾਰਾ ਕੇਸ ਯੂਥਨੇਸ਼ੀਆ ਲਈ ਮਤਲਬ ਭੇਜਿਆ ਗਿਆ ਸੁਪਰੀਮ ਕੋਰਟ ਦੇ ਵਿੱਚ, ਤਾਂ ਸੁਪਰੀਮ ਕੋਰਟ ਨੇ ਕੀ ਕਿਹਾ? ਸੁਪਰੀਮ ਕੋਰਟ ਨੇ ਕਿਹਾ ਕਿ ਯਾਰ ਇੱਦਾਂ ਦੇ ਤਾਂ ਬਹੁਤ ਕੇਸਿਸ ਹੋ ਸਕਦੇ, ਇਕੱਲੀ ਇਹੀ ਨਹੀਂ ਹੈ, ਹੈ ਨਾ। ਇੰਡੀਆ ਇਜ਼ ਅ ਹਿਊਜਲੀ ਪੋਪੂਲੇਟਡ ਕੰਟਰੀ, ਐਵਰੀ ਡੇ ਦੇਰ ਆਰ ਕੇਸਿਸ, ਹੈ ਨਾ। ਹਰ ਸ਼ਹਿਰ ਦੇ ਵਿੱਚ ਕੇਸ ਹੋ ਸਕਦਾ ਇਹੋ ਜਿਹਾ, ਹਰ ਗਲੀ ਗੁਆਂਢ ਦੇ ਵਿੱਚ ਕੇਸ ਹੋ ਸਕਦਾ ਸ਼ਾਇਦ, ਹੈ ਨਾ, ਅਨਫੋਰਚੂਨੇਟ ਜਾਂ ਫੋਰਚੂਨੇਟਲੀ, ठीक है। आ जाओ फॉर्चुनेटली अनफॉर्चुनेटली अपनी फैमिलीज भी हो सकता है। तो अल्टीमेटली इट वॉज अ केस जोड़ा कि बड़ा, है ना, मतलब स्ट्रॉन्ग केस सीगा, ठीक है। तो सुप्रीम कोर्ट ने कहा कि लेट्स यूज़ दिस केस एज मतलब एज अ लैंडमार्क जजमेंट देने आप कोई ना कोई इस चीज़ के उपर दैट वॉट हैज़ टू बी डन इन सच काइंड ऑफ सिचुएशनस कि पैसे मतलब यूथनेशिया अलाउ करना चाहिए इंडिया के विच कि नहीं। उस तो पहला इट वॉज नॉट एनी लीगल, कोई अपने को कोई भी इदा लॉ नहीं सीगा यूथनेशिया के परसपैक्टिव नाल।
तो फाइनली अरुणा शॉनबॉग वर्सेस यूनियन ऑफ इंडिया ਦੇ ਵਿੱਚ ਸੁਪਰੀਮ ਕੋਰਟ ਨੇ ਅਲਾਉ ਕੀਤਾ कि यूथनेशिया शुड बी कंसीडर्ड फॉर सच पेशेंट्स। ठीक है, सो एक्टिव यूथ मैं आगे दसदा, ठीक है, यूथनेशिया शुड बी कंसीडर्ड फॉर सच पेशेंट्स एंड क्योंकि जिन्हों का फ्यूचर कुछ नहीं है, वेजिटेबल स्टेट्स है, कोई मैडिकल रिसर्च नहीं हुई जी उन्होंने सॉल्व कर सके उस प्रॉब्लम नू, एंड एक पेशेंट नू क्यों तंग करना है ना ऐसी सिचुएशन के अंदर। ठीक है, तो उसको क्यों परेशान करना है। तो अल्टीमेटली ये सारी कंडीशनस ਜਿਹੜੀਆਂ ਹੈਗੀਆਂ ਉਹਦੇ बेसिस ਦੇ ਉੱਪਰ ਅਲਾਉ ਕਰ ਦਿੱਤਾ ਗਿਆ। अगर ਤੁਸੀਂ ਹੋਰ ਇਹਦੇ इन डेप्थ ਚ जाना, आई विल सजेस्ट वेरी गुड मूवीज़ ऑल्सो ऑन दिस। एक मूवी गुजारिश है, अगर ਤੁਹਾਨੂੰ मौका मिले तो ज़रूर देखियो, ऋतिक रोशन ਦੀ गुजारिश। संजय लीला भंसाली का नाम सुनिया तुसीं? सो संजय लीला भंसाली ने बनाई है वो फिल्म गुजारिश, बहुत ही ब्यूटीफुल मूवी है। मैजिशियन हुंदा वो मूवी ਦੇ ਵਿੱਚ ਐਂਡ ਇੱਕ ਮੈਜਿਕ ਪਰਫਾਰਮ ਕਰਦਾ ਕਰਦਾ ਉਹਦੇ ਧੌਣ 'ਤੇ ਜ਼ੋਰ ਪੈਂਦਾ ਅਤੇ ਉਹਦੀ ਸਪਾਈਨਲ ਇੰਜਰੀ ਹੋ ਜਾਂਦੀ ਹੈ ਐਂਡ ਉਹ ਸਪਾਈਨਲ ਇੰਜਰੀ ਦੇ ਵਿੱਚ ਅਲਟੀਮੇਟਲੀ ਉਹ ਸਾਰੀ ਬਾਡੀ ਪੈਰਾਲਾਈਜ਼ ਹੋ ਜਾਂਦੀ ਹੈ ਐਂਡ ਦੈਨ ਹੀ ਆਸਕਸ ਫॉर ਕਿ ਮੈਨੂੰ ਵੀ ਯੂਥਨੇਸ਼ੀਆ ਦੀ ਅਲਾਉ ਕੀਤਾ ਜਾਵੇ। ਦੈਨ ਇੱਕ ਹੋਰ ਮੂਵੀ ਹੈ ਅਕਤੂਬਰ, ਦੇਖਿਆ ਕਿਸੇ ਨੇ? ਅਕਤੂਬਰ ਸੁਣਿਆ? ਬਹੁਤ ਸੋਹਣੀ ਫਿਲਮ ਹੈ, ਜਸਟ ਗੋ ਵਾਚ ਦੈਟ ਮੂਵੀ। ਸ਼ੂਜੀ ਸਰਕਾਰ ਦਾ ਨਾਮ ਸੁਣਿਆ ਤੁਸੀਂ? ਜਿਹਨੇ उधम सिंह ਬਣਾਈ ਸੀਗੀ, ਉਹਨੇ ਬਣਾਈ ਹੈ। ਵਰੁਣ ਧਵਨ ਨੇ ਬਸ ਇੱਕੋ ਹੀ ਫਿਲਮ 'ਚ ਵਧੀਆ ਐਕਟਿੰਗ ਕੀਤੀ ਹੈ ਐਂਡ ਉਹ ਇਹ ਮੂਵੀ ਅਕਤੂਬਰ। ਇਟਸ ਅ ਵੈਰੀ ਬਿਊਟੀਫੁਲ, ਯੂ ਕੈਨ ਸੇ ਨਾਟ ਅ ਲਵ ਸਟੋਰੀ ਬਟ ਅ ਵੈਰੀ ਬਿਊਟੀਫੁਲ ਕਾਈਂਡ ਆਫ ਸਟੋਰੀ, ਜਿਹਦੇ ਵਿੱਚ ਇੱਕ ਉਹ ਉਹਦੇ 'ਚ ਕੰਮ ਕਰਦਾ ਹੁੰਦਾ, ਹੋਟਲ 'ਚ ਕੰਮ ਕਰਦਾ ਹੁੰਦਾ 5 ਸਟਾਰ ਹੋਟਲ ਦੇ ਵਿੱਚ, ਉਹਦੀ ਕੁਲੀਗ ਹੁੰਦੀ ਹੈ ਐਂਡ ਹੀ ਇਜ਼ ਨਾਟ ਲਾਈਕ ਇਨ ਲਵ ਵਿਦ ਦ ਕੁਲੀਗ। ਠੀਕ ਹੈ, वन डे दे आर जस्ट पार्टिंग एंड उस पार्टिंग दे ड्यूरिंग जी ਉਹਦੀ ਕੁਲੀਗ ਹੁੰਦੀ ਹੈ, शी ਫੈਲਸ फ्रॉम द रूफ, ਉੱਪਰ ਉਹਦੇ ਥੱਲੇ ਗਿਰ ਜਾਂਦੀ ਹੈ ਐਂਡ ਉਸ ਤੋਂ ਬਾਅਦ ਜਦੋਂ ਥੱਲੇ ਗਿਰਦੀ ਹੈ ਤਾਂ ਉਹਦੀ ਬ੍ਰੇਨ ਇੰਜਰੀ ਹੁੰਦੀ ਹੈ ਐਂਡ ਫਿਰ ਉਸ ਤੋਂ ਬਾਅਦ ਉਹ ਐਡਮਿਟ ਹੋ ਜਾਂਦੀ ਹੈ ਅਤੇ ਅਲਟੀਮੇਟਲੀ ਉਹਨੂੰ ਪਿਆਰ ਉਦੋਂ ਸ਼ੁਰੂ ਹੁੰਦਾ ਉਹਦੇ ਨਾਲ। ਵੈਰੀ ਇੰਟਰਸਟਿੰਗ, ਮਤਲਬ ਸਮਝ ਰਹੇ ਹੋ, ਬਿਫੋਰ ਕੋਈ ਇੱਦਾਂ ਦਾ ਹੁੰਦਾ ਨਹੀਂ ਹੈ ਬਟ ਵੈਨ ਸ਼ੀ ਇਜ਼ ਨਾਟ ਵੈਲ। ਬਾਨੀ ਸੰਧੂ ਦਾ ਨਾਮ ਸੁਣਿਆ? ਦੈਟ ਐਕਟਰੈਸ ਇਜ਼ ਬਾਨੀ ਸੰਧੂ ਉਹਦੇ ਵਿੱਚ। तो अल्टीमेटली वो उत्थे मतलब ਉਹਨੂੰ ਮਿਲਣ ਜਾਂਦਾ ਹੈ ਤੇ ਉਹਨੂੰ ਦੇਖਦਾ, ਉਹਨੂੰ ਇਹਦੀ ਹਾਲਾਤ ਉਹਦੀ ਸਿਚੁਏਸ਼ਨ ਉਹਦੀ ਮਾੜੀ ਹੈ ਐਂਡ ਉਹਦੀ ਫੈਮਿਲੀ ਦੇ ਵਿੱਚ ਉਹਦੀ ਮਦਰ ਹੀ ਹੁੰਦੀ ਹੈ ਜਿਹਨੂੰ ਬਸ ਥੋੜ੍ਹਾ ਜਿਹਾ ਹੋਪ ਹੁੰਦਾ, ਬਾਕੀ ਤਾਂ ਸਾਰੇ ਹੋਪਲੈਸ ਹੋ ਜਾਂਦੇ ਕਿ ਇਹ ਤਾਂ ਹੁਣ ਕਿੱਥੋਂ ਬਚੂਗੀ। ਇਹ ਜਾਂਦਾ ਤੇ ਜਾ ਕੇ ਬੜਾ ਮਤਲਬ ਵਰੁਣ ਧਵਨ ਦਾ ਕੈਰੈਕਟਰ ਬੜਾ ਇਹੋ ਜਿਹਾ ਦਿਖਾਇਆ ਹੈ ਕਿ ਕਿਉਂ ਨਹੀਂ ਬਚੂਗੀ, ਬਚ ਸਕਦੀ ਹੈ, ਹੋਪ ਰੱਖੋ ਬਚ ਸਕਦੀ ਹੈ, ਐਸੇ ਕਿਉਂ ਨਹੀਂ ਹੋ ਸਕਤਾ, ਐਸੇ ਕੈਸੇ ਜਾਣੇ ਦੇ ਕਿਉਂਕਿ ਉਹਨੂੰ ਇਹ ਪਤਾ ਲੱਗਦਾ ਵਰੁਣ ਧਵਨ ਨੂੰ ਕਿ ਬਈ ਜਸਟ ਫਾਲ ਤੋਂ ਪਹਿਲਾਂ ਇਹਨੇ ਮੇਰਾ ਨਾਮ ਲਿੱਤਾ ਸੀਗਾ ਕਿ ਉਹ ਕਹਾਂ ਹੈ, ਤਾਂ ਉਹਨੂੰ ਐਂ ਹੋ ਜਾਂਦਾ ਕਿ ਸ਼ਾਇਦ ਮਤਲਬ ਮੇਰੇ ਨਾਲ ਕਨੈਕਟਡ ਸੀਗੀ ਉਹ ਐਟ ਸਮ ਪੁਆਇੰਟ ਆਫ ਟਾਈਮ। ਤਾਂ ਫਿਰ ਉਹ ਉਹਦਾ ਧਿਆਨ ਰੱਖਣਾ ਸ਼ੁਰੂ ਕਰ ਦਿੰਦਾ ਹੈ। ਮਤਲਬ ਬਿਫੋਰ ਫਾਲ ਦੇयर इज़ नो ਰਿਲੇਸ਼ਨਸ਼ਿਪ, ਆਫਟਰ ਫਾਲ ਸ਼ੀ ਇਜ਼ ਇਨ ਕੋਮਾ ਐਂਡ ਵਰੁਣ ਧਵਨ ਜਿਹੜਾ ਹੈਗਾ, ਸਮਝ ਰਹੇ ਹੋ, ਬਹੁਤ ਬਿਊਟੀਫੁਲ ਲਵ ਸਟੋਰੀ ਹੈ। ਸ਼ੂਜੀ ਸਰਕਾਰ ਦੀ डायरेक्शन ਦਾ लाजवाब ही हैगा वो। सो ऐसे ही बड़े केसेस हैं देश के अंदर जहाँ पे ये सिचुएशन आती रहती है। तो फिर सुप्रीम कोर्ट ने कहा कि 2013 के अंदर अरुणा शॉनबॉग केस के अंदर कि भारत के अंदर यूथनेशिया को अलाउ कर दिया जाए। ठीक है, यूथनेशिया अलाउ कर दिता जाए, लेकिन यूथनेशिया भी दो टाइप का होंदा है। वन इज़ एक्टिव यूथनेशिया, अदर इज़ पैसिव यूथनेशिया। डिफरेंस समझने की जरूरत है तुहानूं, एक्टिव ते पैसिव च की फर्क है। एक्टिव यूथनेशिया का मतलब होंदा है कि जो तुसीं जबरदस्ती बंदे नूं मार दो, फॉर एग्जाम्पल ਉਹਨੂੰ मैं पॉइजन ਦੇ ਦਾਂ ਜਾਂ ਉਹਦਾ ਮੈਂ ਗਲਾ ਵੜ ਦਾਂ ਬੰਦੇ ਦਾ, ਜਾਂ ਮੈਂ ਉਹਨੂੰ ਕੋਈ ਉਹਦੇ ਚਾਕੂ ਮਾਰਾਂ ਜਾਂ ਉਹਦੀ ਗੋਲੀ ਮਾਰਾਂ, ਮਤਲਬ ਮੈਂ ਮਾਰ ਰਿਹਾ ਉਹਨੂੰ, ਦੈਟ ਇਜ਼ ਕਾਲਡ ਐਕਟਿਵ ਯੂਥਨੇਸ਼ੀਆ। ਪੈਸਿਵ ਯੂਥਨੇਸ਼ੀਆ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਉਹਦੇ ਲਾਈਫ ਸਪੋਰਟਿੰਗ ਸਿਸਟਮਸ ਹੈ, ਯਾਨੀ ਕਿ ਲੈਟਸ ਸੇ ਉਹ ਵੈਂਟੀਲੇਟਰ 'ਤੇ ਹੈ ਜਾਂ ਫਿਰ ਉਹ ਸਪੋਰਟਿੰਗ ਡਰੱਗਸ ਦੇ ਉੱਪਰ ਹੈ, ਅਗਰ ਉਹ ਡਰੱਗਸ ਉਹਨੂੰ ਨਹੀਂ ਮਿਲਣਗੇ ਤਾਂ ਉਹ ਮਰ ਜਾਏਗਾ। ਅਗਰ ਉਹ ਵੈਂਟੀਲੇਟਰ 'ਤੇ ਨਹੀਂ, ਵੈਂਟੀਲੇਟਰ ਆਫ ਕਰਤਾ ਤਾਂ ਉਹਨੂੰ ਉਹ ਮਰ ਜਾਏਗਾ। अगर मैं ਉਹਦੇ ਲਾਈਫ ਸਪੋਰਟਿੰਗ ਸਿਸਟਮਸ ਨੂੰ ਬਾਹਰ ਕੱਢ ਲਾਂ, ਰਿਮੂਵ ਕਰਦਾ, ਤਾਂ ਉਹਦੀ ਡੈਥ ਹੋ ਜਾਏਗੀ। ਇਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ? ਪੈਸਿਵ ਯੂਥਨੇਸ਼ੀਆ। ਸਮਝ ਆਇਆ ਡਿਫਰੈਂਸ ਕੀ ਹੈ? ਐਕਟਿਵ ਯੂਥਨੇਸ਼ੀਆ ਜਦੋਂ ਆਪਾਂ ਮਾਰਾਂਗੇ ਤਾਂ ਜ਼ਬਰਦਸਤੀ ਮਾਰਾਂਗੇ ਹੈ, ਹਾਂ ਮਰਡਰ ਤਾਂ ਹੋਊਗਾ ਹੀ, ਬਟ ਉਹ ਗਲਤ ਹੈ ਨਾ ਉਹ ਚੀਜ਼। ਤਾਂ ਇਸ ਕਰਕੇ ਅੱਗੇ ਦੇਖਦੇ ਹਾਂ ਕੋਰਟ ਨੇ ਕੀ ਕਿਹਾ। ਕੋਰਟ ਨੇ ਕਿਹਾ ਕਿ ਐਕਟਿਵ ਯੂਥਨੇਸ਼ੀਆ ਇੰਡੀਆ ਦੇ ਵਿੱਚ ਅਲਾਉਡ ਨਹੀਂ ਹੈਗਾ। ਸਮਝ ਆਇਆ ਕਿ ਨਹੀਂ? ਕੋਰਟ ਇਹ ਕਹਿ ਰਿਹਾ ਕਿ ਕਿਸੇ ਨੂੰ ਪੋਇਜ਼ਨ ਨਹੀਂ ਦੇਣਾ। ਤੁਸੀਂ ਦੇਖੋ ਡੌਗਸ ਕਈ ਵਾਰੀ ਕੀ ਹੁੰਦੇ ਨਾ, ਡੌਗਸ ਦੀ ਹਾਲਾਤ ਮਾੜੇ ਹੋ ਜਾਂਦੇ ਆ, ਤਾਂ ਡੌਗਸ ਦੇ ਵਿੱਚ ਤੁਸੀਂ ਐਕਟਿਵ ਯੂਥਨੇਸ਼ੀਆ ਦੇ ਦਿੰਦੇ ਹੋ।
ਤੁਸੀਂ ਅਗਰ ਕੋਈ ਡੌਗ ਮਤਲਬ ਨਹੀਂ ਸਹੀ ਹੈਗਾ, ਬਜ਼ੁਰਗ ਹੋ ਚੁੱਕਿਆ, ਕੈਂਸਰ ਹੋ ਗਿਆ ਉਹਨੂੰ, ਤਾਂ ਤੁਸੀਂ ਫਿਰ ਵੈਟ ਕੋਲ ਲੈ ਕੇ ਜਾਂਦੇ ਹੋ ਤਾਂ ਵੈਟ ਕਹਿੰਦਾ ਦੇਖ ਯਾਰ ਹੁਣ ਹੈ ਨਾ ਦਿਲ ਤੇ ਪੱਥਰ ਰੱਖ ਕੇ ਗੋਲੀ ਖਵਾ ਦੇ ਇਹਨੂੰ, ਉਹ ਗੋਲੀ ਖਵਾ ਦੇਣਾ, ਡੌਗ ਦੀ ਡੈਥ ਹੋ ਜਾਂਦੀ। ਦੈਟਸ ਕਾਲਡ ਐਕਟਿਵ ਯੂਥਨੇਸ਼ੀਆ। ਇਟ ਹੈਪਨਸ ਇਨ ਐਨੀਮਲਸ, ਇਨ ਪੈਟਸ ਇਟ ਹੈਪਨਸ। ਲੇਕਿਨ ਹਿਊਮਨਸ ਦੇ ਵਿੱਚ ਐਕਟਿਵ ਯੂਥਨੇਸ਼ੀਆ ਨੂੰ ਡਿਸਅਲਾਉ ਕਰ ਦਿੱਤਾ ਗਿਆ। ਤੁਸੀਂ ਪੋਇਜ਼ਨ ਨਹੀਂ ਦਿਓਗੇ, ਤੁਸੀਂ ਦਵਾਈ ਨਹੀਂ ਦਿਓਗੇ, ਤੁਸੀਂ ਵੈਂਟੀਲੇਟਰ ਜਿਹੜਾ ਹੈਗਾ ਆਫ ਕਰ ਸਕਦੇ ਹੋ, ਲੇਕਿਨ ਤੁਸੀਂ ਪੋਇਜ਼ਨ ਜਾਂ ਕੋਈ ਗੋਲੀ ਮਾਰ ਕੇ ਉਹਨੂੰ ਮਾਰੋਗੇ ਨਹੀਂ ਬੰਦੇ ਨੂੰ, ਕਿਉਂਕਿ ਇਟ ਇਜ਼ ਗੋਇੰਗ ਟੂ ਲੀਡ ਟੂ ਲੋਟ ਆਫ ਪ੍ਰੋਬਲਮਸ। ਪੀਪਲ ਆਰ ਗੋਇੰਗ ਟੂ ਯੂਜ਼ ਦਿਸ ਐਜ਼ ਸਮਥਿੰਗ ਟੂ ਕਵਰ ਅਪ ਦ ਮਰਡਰਸ ਐਂਡ ਐਵਰੀਥਿੰਗ। तो इस करके सुप्रीम कोर्ट ने साफ कहता कि एक्टिव इज नॉट अलाउड। सुप्रीम कोर्ट ने पैसिव यूथनेशिया ਨੂੰ ਅਲਾਉ ਕਰਤਾ। ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਯਾਰ ਉਹਦਾ ਵੈਂਟੀਲੇਟਰ ਆਫ ਕਰ ਦਿਓ, ਕਿਉਂਕਿ ਰਾਈਟ ਟੂ ਲਾਈਫ ਆਰਟੀਕਲ 21 ਦਾ ਮਤਲਬ ਇਹ ਵੀ ਹੈ कि राइट टू डाई विद डिग्निटी। जस्ट अमेजिंग कि ज़िंदगी जीने का जो लाइफ का राइट है, उसका मतलब ये भी है कि मरना डिग्निफाइड तरीके से। ऐसे वेजिटेबल की तरह क्यों मरना? वेजिटेबल समझ दो, वेजिटेबल हुंदा ना, वो थोड़ी देर बाद की हो जाता है, रॉटन हो जाता, गल जाता है। जे ਉਹਦੇ ਤੇ ਪਾਣੀ ਪੂਣੀ ਮਾਰੀ ਜਾਵਾਂਗੇ ਜਾਂ ਉਹ ਰੂਟਸ ਨਾਲ ਕਨੈਕਟਡ ਰਹੂਗਾ ਤਾਂ ਚੱਲੀ ਜਾਊਗਾ, ਲੇਕਿਨ ਜੇ ਉਹਨੂੰ ਆਪਾਂ ਬਾਹਰ ਕੱਢ ਲਾਂਗੇ ਤਾਂ ਉਹ ਹੌਲੀ ਹੌਲੀ करके ਉਹ गलता रहता है। तो उन्हें क्या कि ऐसी वेजिटेबल स्टेट में तो छोड़ना बहुत ही गलत है, ये ज़िंदगी थोड़ी है। तो इसको हमें क्या करना है, इसको अलाउ कर दो कि लेट्स है ना डेथ को अलाउ कर दो। तो पैसिव यूथनेशिया की है अलाउ करता। लेकिन हुण पैसिव यूथनेशिया दे विच भी गलत काम हो सकते हैं। सपोज करो कि एक है ना एक एग्जाम्पल होर देना है, तुसीं मैनूं दस्सिओ कि इस च की करना है। मैंने तो आप नहीं, कई बार एथिकल चीज़ां हुंदियां नहीं पता लगता बंदे नूं। एक गरीब बंदा सीगा, बहुत गरीब, ਉਹਦੀ ਵਾਈਫ ਦੀ ਡਿਲੀਵਰੀ ਹੋਈ ਤੇ 4 ਬੱਚੇ ਪੈਦਾ ਹੋਏ। ਵਾਈਫ ਦੀ ਡੈਥ ਹੋ ਗਈ ਡਿਊਰਿੰਗ ਦ ਡਿਲੀਵਰੀ, ਮਦਰ ਦੀ। 4 ਬੱਚਿਆਂ ਦੇ ਵਿੱਚ 3 ਬੱਚੇ ਜਿਹੜੇ ਸੀਗੇ ਉਹਨਾਂ ਨੂੰ ਕੰਜੈਨੀਟਲ ਪ੍ਰੋਬਲਮ ਸੀਗੀ, ਕੋਈ ਦਿਮਾਗੀ ਪ੍ਰੋਬਲਮ ਸੀ, ਸੈਰੇਬਲ ਪੈਲਸੀ ਸੀਗਾ, ਕੁਝ ਸੀਗਾ, ਮੈਨੂੰ ਐਗਜ਼ੈਕਟ ਨਹੀਂ ਪਤਾ। ਤਾਂ ਉਹ ਗਰੀਬ ਲੇਬਰਰ ਸੀਗਾ। ਹੋ ਸਕਦਾ ਕਿ ਨਹੀਂ, ਇਕੱਲੇ ਅਮੀਰਾਂ ਦੇ ਘਰ ਥੋੜ੍ਹੀ ਹੈ ਨਾ ਕੰਜੈਨੀਟਲ ਇਸ਼ੂਜ਼ ਹੁੰਦੇ, ਗਰੀਬ ਦੇ ਘਰ ਵੀ ਹੋ ਸਕਦੇ ਆ। ਹੁਣ ਉਹ 3 ਬੱਚਿਆਂ, ਚੌਥੇ ਬੱਚੇ ਨੂੰ ਮੈਨੇਜ ਕਰਨਾ ਤੇ 3 ਬੱਚਿਆਂ ਨੂੰ ਮੈਨੇਜ ਕਰਨ ਵਾਸਤੇ ਉਹਦੇ ਬਹੁਤ ਜ਼ਿਆਦਾ ਪੈਸੇ ਲੱਗ ਰਹੇ ਸੀਗੇ। ਸੈਰੇਬਲ ਪੈਲਸੀ ਹੋ ਗਈ ਸੀ ਬੱਚਿਆਂ ਨੂੰ। ਸੈਰੇਬਲ ਪੈਲਸੀ ਦੀ ਟ੍ਰੀਟਮੈਂਟ ਹੈਗੀ ਹੈ, ਮਤਲਬ ਤੁਸੀਂ ਕੋਈ ਨਾ ਕੋਈ ਦਵਾਈਆਂ ਹੈਗੀਆਂ, ਕੁਛ ਨਾ ਕੁਛ ਵੇ ਆਫ ਲਾਈਫ ਹੈਗਾ, ਔਟਿਜ਼ਮ ਦੀ ਵੀ ਟ੍ਰੀਟਮੈਂਟ ਹੈਗੀ ਹੈ, ਲੇਕਿਨ ਉਹ ਟ੍ਰੀਟਮੈਂਟ ਬਹੁਤ ਅਨਅਫੋਰਡੇਬਲ ਹੈ ਫॉर ਅ ਪੂਅਰ ਪਰਸਨ। ਹੁਣ ਉਹ ਬੰਦੇ ਨੇ ਕੀ ਕਿਹਾ, ਉਹਨੇ ਕਿਹਾ ਯਾਰ ਮੈਂ ਇਹਨਾਂ ਨੂੰ ਜਾਂ ਤਾਂ ਮਾਰ ਦੇਣਾ ਜਾਂ ਮੈਂ ਆਪ ਮਰ ਜਾਣਾ, ਜਾਂ ਤੁਸੀਂ ਸਟੇਟ ਨੂੰ ਕਹੋ ਕਿ ਬਈ ਕੁਛ ਸਾਨੂੰ ਪੈਸੇ ਦਿਓ ਮੈਂ ਇਹਨੂੰ ਮੈਨੇਜ ਕਰਾਂ। ਸਟੇਟ ਨੇ ਤਾਂ ਕਿਹੜੇ ਪੈਸੇ ਦੇਣੇ ਆ? ਤਾਂ ਡੂ ਯੂ ਥਿੰਕ ਕਿ ਉਹ ਬੱਚਿਆਂ ਨੂੰ ਉਹ ਯੂਥਨੇਸ਼ੀਆ ਦੇਣਾ ਚਾਹੀਦਾ ਹੈ? ਮੈਂ ਤਾਂ ਇਹ ਕਿਹਾ, ਤਾਂ ਹੀ ਤੁਹਾਨੂੰ ਪੁੱਛ ਰਿਹਾ, ਮੈਨੂੰ ਵੀ ਨਹੀਂ ਸਵਾਲ ਦਾ ਜਵਾਬ ਪਤਾ ਹੈ ਨਾ। ਤਾਂ ਇਹ ਹੋਇਆ ਸੀ ਝਾਰਖੰਡ ਦੇ ਵਿੱਚ, ਇੱਕ ਸੀਮ ਕੇਸ ਹੋਇਆ ਸੀਗਾ। तो कई बार ये ऐसी कॉम्प्लिकेटेड चीज़ है कि जहाँ पे सवालों का जवाब देना बड़ा मुश्किल है। अगर तुसी कल डिस्ट्रिक्ट कलैक्टर भी लग गए तो भी तुसी इसका सवाल का जवाब नहीं दे सकते। तुसी की करोगे राघेंद्र, क्या करोगे इस केस में? कुछ नहीं कर सकते तो और भी डेंजरस है, कुछ तो करना ही पड़ेगा। यूथनेशिया नहीं देना चाहिए। हाँ, ਜੇ ਤੁਸੀਂ ਉਹਨਾਂ ਨੂੰ ਨਹੀਂ ਟਰੀਟ ਕਰੋਗੇ ਤਾਂ ਉਹ ਪੈਸਿਵ ਯੂਥਨੇਸ਼ੀਆ। ਜਿਹੜੀ ਦਵਾਈ ਤੁਸੀਂ ਦੇਣਾ ਉਹਨਾਂ ਨੂੰ, ਅਗਰ ਉਹ ਦਵਾਈ ਮੈਂ ਬੰਦ ਕਰਦਾ ਤਾਂ ਪੈਸਿਵ ਯੂਥਨੇਸ਼ੀਆ। ਉਹਦੇ 'ਚ ਥੋੜ੍ਹਾ ਲੇਟ ਮਰਨਗੇ ਉਹ, ਐਕਟਿਵ 'ਚ ਤਾਂ ਉਸੇ ਦਿਨ ਹੀ ਮਰ ਜਾਣਗੇ। ਹੁਣ ਡਿਫਰੈਂਸ ਸਮਝ ਆ ਗਿਆ? ਸੋ ਕੀ ਕਰਨਾ ਹਾਮਿਦ? So this is a very tricky situation, sir. It's very not a very हाँ वो चलो सारी गल्लां हैगियां यार। तू मैडिकल बोर्ड का चेयरमैन है, हुण दस। पैसिव यूथनेशिया काफी बच्चों का मूड खराब हो गया। ਇੱਕ ਤਾਂ ਆਪਣਾ 6 ਸਾਲ ਦੀ ਉਮਰ ਤੱਕ ਕਰਦਾ ਸਟੇਟ ਦੀ ਰਿਸਪੌਂਸਿਬਿਲਿਟੀ ਵੀ ਉਹਨਾਂ ਦਾ ਧਿਆਨ ਰੱਖਣ ਦੀ ਬੱਚਿਆਂ ਦੀ, ਜੇ ਉਹਨਾਂ ਦੇ ਪੇਰੈਂਟਸ ਨਹੀਂ ਆਪਣੀ ਸਟੇਟ ਦੀ ਕੋਈ ਰਿਸਪੌਂਸਿਬਿਲਿਟੀਆਂ ਨਹੀਂ ਹੈਗੀਆਂ। ਅਨਡਾਊਟਡਲੀ ਡੀਪੀਐਸਪੀ ਹੈਗਾ, ਪਰ ਡੀਪੀਐਸਪੀ ਐਨਫੋਰਸੇਬਲ ਕਿੱਥੇ ਹੈ? 0 to 6 years एक DPSP हैगा, but it is not enforceable. There is no fundamental right. ਸਰ
ਜਿਹੜੇ ਅਨਾਥ ਬੱਚਿਆਂ ਵਾਸਤੇ ਤਾਂ ਹਾਂ ਔਰਫਨ ਹੋਮਸ 'ਚ ਭੇਜ ਦਾਂਗੇ, ਬਟ ਔਰਫਨ ਹੋਮਸ ਦਾ ਇੰਨਾ ਮਾੜਾ ਹਾਲ ਹੈ। ਆ ਜਿਹੜੇ ਆ ਇੱਕ ਬਿਹਾਰ ਦੇ ਵਿੱਚ ਜਿਹੜਾ ਕਿ ਮੂਵੀ ਆਈ ਹੈ ਉਹਦੇ ਵਿੱਚ ਕਿਵੇਂ ਦਿਖਾਇਆ ਹੈ ਕਿ ਕਿਸ ਤਰੀਕੇ ਨਾਲ ਭਕਸ਼ਕ ਦੇ ਵਿੱਚ ਹੈ ਨਾ, ਕਿਸ ਤਰੀਕੇ ਨਾਲ ਕੁੜੀਆਂ ਨਾਲ ਦੁਰਵਿਵਹਾਰ ਹੋ ਰਿਹਾ ਉੱਥੇ। ਸੋ ਇਟਸ ਅਨਫੋਰਚੂਨੇਟ ਦੈਟ ਵੀ ਆਰ ਲਿਵਿੰਗ ਇਨ ਅ ਸੋਸਾਇਟੀ ਵੇਅਰ ਥਿੰਗਸ ਆਰ ਨਾਟ ਵੈਰੀ 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 ਵੀ ਮਤਲਬ देयर आर ਕੰਡੀਸ਼ਨਸ ਕਿ ਉਹ ਮੈਡੀਕਲ ਜਿਹੜੇ ਪਰਮਨੈਂਟ ਹੁੰਦੇ ਨੇ ਦੇ ਡੋਨਟ ਬਿਲਕੁਲ। ਦੇ ਡੋਨਟ ਟੇਕ ਬਿਲਕੁਲ। ਵਾਂਟ ਕਿ ਉਹਨਾਂ ਨੂੰ ਉਹਨੇ funds ਨਹੀਂ ਹੈਗੇ। So these kind of situation happens in everybody's life, and a poor person, it's very very horrible, है ना। But yes, then again we have no solution. तो सुप्रीम कोर्ट ने किया कि 2013 ਦੇ ਅਰੁਣਾ ਸ਼ੌਨਬਰਗ ਦੇ ਕੇਸ 'ਚ ਕਿ ਪੈਸਿਵ ਯੂਥਨੇਸ਼ੀਆ ਨੂੰ ਕੀ ਕਰ ਦੋ, ਅਲਾਓ ਕਰ ਦੋ। ਲੇਕਿਨ ਪੈਸਿਵ ਯੂਥਨੇਸ਼ੀਆ ਨੂੰ ਅਲਾਓ ਕਰਨ ਦੇ ਪਿੱਛੇ ਵੀ ਕੁਛ ਨਾ ਕੁਛ मतलब होना चाहिए, कोई अकाउंटेबिलिटी होनी चाहिए, गलत ना हो जाए कितने कोई पैसिव यूथनेशिया भी। तो इस चीज़ लिए सुप्रीम कोर्ट ने बहुत इंपॉर्टेंट चीज़ ये गल कही कि एक बोर्ड बैठेगा एग्जामिन करने लई कि वैदर इस केस से पैसिव यूथनेशिया देना चाहिए कि नहीं देना चाहिए। समझ आ रहा है कि नहीं? सो देयर विल बी अ स्पैशल बोर्ड दैट इज़ गोइंग टू डिसाइड। ਜਿਹੜਾ बोर्ड होगा ये ऑब्वियस जी गल है फैमिली मैंबर्स होंगे, ठीक है, द कंसर्न फैमिली मैंबर्स, डॉक्टर्स होंगे, साइकैट्रिस्ट होंगे, ਜਿਹੜੀ ਉਹ ਬਿਮਾਰੀ ਜੂਝ ਰਿਹਾ ਹੈ, ਚਾਹੇ ਉਹ ਬ੍ਰੇਨ ਦੀ ਹੈ ਚਾਹੇ ਉਹ ਸਪਾਈਨ ਦੀ ਹੈ, ਉਹਦਾ ਕੰਸਰਨ ਡਾਕਟਰ ਹੋਏਗਾ, ਨਾਲ ਚੀਫ ਮੈਡੀਕਲ ਆਫਿਸਰ ਜਾਂ ਫਿਰ ਸਿਵਲ ਸਰਜਨ ਹੋਏਗਾ ਸ਼ਹਿਰ ਦਾ, ਐਂਡ ਨਾਲ ਡਿਸਟ੍ਰਿਕਟ ਕਲੈਕਟਰ ਹੋਏਗਾ। ਜਿਹੜਾ ਡਿਸਟ੍ਰਿਕਟ ਕਲੈਕਟਰ ਹੋਏਗਾ ਹੀ ਵਿਲ ਚੇਅਰ ਦ ਬੋਰਡ, ਐਂਡ ਇਵੈਂਚੁਅਲੀ ਇਹਨਾਂ ਸਾਰੇ 15-14 ਬੰਦਿਆਂ ਦੇ ਸਾਹਮਣੇ ਇਹ ਮਤਲਬ ਲਗਾਈ ਜਾਊਗੀ ਇਹ ਪੂਰੀ ਦੀ ਪੂਰੀ ਜਿਹੜੀ ਰਿਕੁਐਸਟ ਹੈ, ਐਂਡ ਦੈਨ ਦੇ ਵਿਲ ਡਿਸਾਈਡ, ਬਟ ਦੇयर ਵਾਸ नो टाइम फ्रेम ਕਿ ਕਿੰਨੇ ਦਿਨਾਂ 'ਚ ਡਿਸਾਈਡ ਕਰਨਾ ਹੈ। तो अल्टीमेटली वो डिसाइड करेंगे, एंड डिसाइड करन तो बाद अल्टीमेटली जो भी डिसीजन होगा वो इंप्लीमेंट होगा। तो ये अरुणा शॉनबर्ग च क्या गया, तो अरुणा शॉनबर्ग दे विच एक्टिव यूथनेशिया नू इलीगल करता इंडिया दे विच, पैसिव यूथनेशिया नू विद कंडीशनस लीगलाइज किया, एंड कंडीशनस की है बोर्ड डिसाइड करेगा। तो ये चीज़ लिख लो, इन अरुणा शॉनबर्ग केस एक्टिव यूथनेशिया was defined illegal in India, but passive euthanasia was legalized with conditions। ਹੁਣ ਅੱਗੇ ਚੱਲਦੇ ਹਾਂ। 2018 ਦੇ ਵਿੱਚ ਇੱਕ ਪ੍ਰੋਬਲਮ ਆਈ, ਲੋਕਾਂ ਨੇ ਇਸ ਜਜਮੈਂਟ ਪੁਰਾਣੀ ਜਜਮੈਂਟ ਦੇ ਖਿਲਾਫ ਕੋਈ ਗੱਲਾਂ ਕਹੀਆਂ, ਐਂਡ ਉਹ ਪ੍ਰੋਬਲਮ ਦੇ ਵਿੱਚ ਕਾਮਨ ਕਾਜ਼ ਵਰਸਸ ਯੂਨੀਅਨ ਆਫ ਇੰਡੀਆ ਦੀ ਇੱਕ ਅਲੱਗ ਜਜਮੈਂਟ ਆਉਂਦੀ ਹੈ। ਕਿਹੜਾ ਕਾਨੂੰਨ ਹੈ? ਕਾਮਨ ਕਾਜ਼ ਵਰਸਸ ਯੂਨੀਅਨ ਆਫ ਇੰਡੀਆ। प्रॉब्लम की आई, प्रॉब्लम ये आई कि लेट्स से कि तुसी इमेजिन करके देखो कि कोई 92 ईयर्स का बुढ़ा बंदा है, अज वो वेंटीलेटर ते है, पैसे बहुत लग रहे है उन्होंने बचाने लई, ते पैसे इन्ने है नहीं गे, तो हुण उन्होंने बचा के करना भी की है। वैसे तो सबनों बचाना चाहिए, पर 92 93 95 साल के बंदे नूं तुहानूं पता ही है कि है ना उन्हें सारी आपदी जीवन भोग लिया, हुण की उन्होंने बचा के करना है। तो अगर वो नहीं मरदा तो फैमिली मर जूगी, पुअर फैमिली है। तो अल्टीमेटली की है कि बहुत प्रॉब्लम आ रही सी कि यूथनेशिया तो अपने देश हो ही रहा है बिना मैडिकल बोर्ड की अप्रूवल तो। अज तुसी किसी भी हॉस्पिटल चले जाओ, सिविल हॉस्पिटल चले जाओ या कोई भी हॉस्पिटल चले जाओ, वेंटीलेटर बंद करने का मतलब यूथनेशिया है। तुहाडे कोल आ जांदे आके कहंदे डॉक्टर कहंदे लामा कर लेने, लीव अगेंस्ट मैडिकल एडवाइस। ਅਸੀਂ ਤੁਹਾਨੂੰ ਮੈਡੀਕਲ ਐਡਵਾਈਸ ਦਿੱਤਾ ਸੀਗਾ ਕਿ ਵੈਂਟੀਲੇਟਰ ਚਲਾਓ, ਤੁਸੀਂ ਐਜ਼ ਅ ਫੈਮਿਲੀ ਡਿਸਾਈਡ ਕੀਤੀ ਹੈ ਕਿ ਵੈਂਟੀਲੇਟਰ ਬੰਦ ਕਰ ਦਿਓ। ਕਿਉਂ ਵੈਂਟੀਲੇਟਰ ਬੰਦ ਕਰਨਾ ਹੈ? ਕਿਉਂਕਿ ਡਾਕਟਰ ਨੇ ਕਹਿਤਾ ਕਿ ਸਾਨੂੰ ਲੱਗ ਰਿਹਾ ਕਿ 3-4 ਦਿਨ ਤੋਂ ਇਕੱਲਾ ਵੈਂਟੀਲੇਟਰ ਹੀ ਚੱਲ ਰਿਹਾ, ਬੰਦੇ 'ਚ ਤਾਂ ਕੁਝ ਹੈ ਨਹੀਂ, ਉਹ ਵੈਂਟੀਲੇਟਰ ਕਰਕੇ ਬਸ ਉਹਦੇ ਵਿੱਚ ਡੇਟਾ ਆ ਰਿਹਾ, ਅਦਰਵਾਈਜ਼ ਦ ਮੋਮੈਂਟ ਵੀ ਆਰ ਗੋਇੰਗ ਟੂ ਸਟਾਪ ਦ ਵੈਂਟੀਲੇਟਰ ਦ ਪੇਸ਼ੈਂਟ ਇਜ਼ ਗੋਇੰਗ ਟੂ ਕੋਲੈਪਸ। ਤੋ ਐਜ਼ ਅ ਫੈਮਿਲੀ ਤੁਸੀਂ ਕੀ ਕਹਿੰਦੇ ਹੋ? ਕਰ ਦਿਓ ਬੰਦ। 4 ਦਿਨ ਹੋ ਗਏ, ਬਿੱਲ ਬਣੀ ਜਾਂਦਾ, ਜਦੋਂ ਲੱਗਦਾ ਕਿ ਹਾਂ ਕੋਈ ਗੱਲਬਾਤ ਹੀ ਨਹੀਂ ਬਚੀ ਤਾਂ ਫਿਰ ਕੀ ਔਨ ਕਰਕੇ ਰੱਖਣਾ, ਕਰੋ ਬੰਦ। ਫਿਰ ਉਹ ਕੀ ਕਹਿੰਦੇ ਆ, ਦੇਖੋ ਅਸੀਂ ਤੁਹਾਨੂੰ ਬੰਦ ਕਰਨ ਨੂੰ ਕਿਹਾ ਤਾਂ ਰਹੇ ਹਾਂ, ਬਟ ਇਹ ਤੁਹਾਡੀ ਉਹ ਹੈ ਡਿਸੀਜਨ ਹੈ, ਸਾਡਾ ਡਿਸੀਜਨ ਨਹੀਂ ਹੈ, ਅਸੀਂ ਤਾਂ ਇਹਨੂੰ ਹੋਰ 10 ਦਿਨ ਹੋਰ ਵੈਂਟੀਲੇਟਰ 'ਤੇ ਰੱਖ ਲਾਂਗੇ। ਤਾਂ ਕਹਿੰਦੇ ਨਹੀਂ ਜੀ ਕਰ ਦਿਓ ਬੰਦ। ਫਿਰ ਉਹ ਕਹਿੰਦੇ ਚਲੋ ਫਿਰ ਇਸ 'ਤੇ ਸਾਈਨ ਕਰੋ ਡਾਕੂਮੈਂਟ 'ਤੇ। ਡਾਕੂਮੈਂਟ ਦਾ ਮਤਲਬ ਹੁੰਦਾ ਹੈ ਲੀਵ ਅਗੇਂਸਟ ਮੈਡੀਕਲ ਐਡਵਾਈਸ, ਲਾਮਾ ਕਹਿੰਦੇ ਉਹਨੂੰ। ਸੁਣਿਆ ਤੁਸੀਂ ਕਦੇ? ਲਾਮਾ ਕਰਾ ਕੇ ਆਏ ਹੈ ਜੀ। ਉਹ ਆਪਦੇ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦਾ ਹਸਪਤਾਲ, ਉਹ ਕਹਿੰਦਾ ਅਸੀਂ ਤਾਂ ਮੈਡੀਕਲ ਐਡਵਾਈਸ ਦਿੱਤਾ ਸੀ, ਇਹੀ ਲੀਵ ਕਰਾ ਕੇ ਲੈ ਗਿਆ ਅਗੇਂਸਟ ਮੈਡੀਕਲ ਐਡਵਾਈਸ, ਤਾਂ ਕਿ ਕੱਲ੍ਹ ਨੂੰ ਕੋਰਟ ਦੇ ਵਿੱਚ ਹਸਪੀਟਲ ਇਜ਼ ਨਾਟ ਰਿਸਪੋਂਸੀਬਲ ਫॉर ਡੈਥ, ਦ ਰਿਸਪੋਂਸਿਬਿਲਿਟੀ ਆਫ ਦ ਡੈਥ ਲਾਈਜ਼ ਔਨ ਦ ਫੈਮਿਲੀ।
ਲਾਮਾ ਲੈ ਕੇ ਚਲੇ ਗਏ। ਹੁਣ ਇਹ ਜਿਹੜਾ ਉਹਨਾਂ ਨੇ ਕਿਹਾ ਹੈ ਲਾਮਾ ਦੇ ਦਿਓ, ਕਰ ਦਿਓ ਜੀ ਇਹਨੂੰ ਵੈਂਟੀਲੇਟਰ, ਇਹ ਵੀ ਤਾਂ ਕੀ ਹੈ, ਪੈਸੇ ਯੂਥਨੇਸ਼ੀਆ। ਹਰ ਸੈਕਿੰਡ ਪੈਸੇ ਹੈ, ਥੋੜੀ ਕਿ ਮੈਡੀਕਲ ਬੋਰਡ 'ਚ ਜਾ ਰਿਹਾ ਉਹ, ਮੈਡੀਕਲ ਬੋਰਡ ਡਿਸਾਈਡ ਕਰ ਰਿਹਾ। ਕਈ ਕੇਸਿਸ ਹੈਗੇ ਹੈ, ਹੁਣ ਇਹ ਤਾਂ ਚਲੋ ਆਪਾਂ ਕਹਿੰਦੇ ਕਿ ਲਾਸਟ ਸਟੇजेस ਆਫ ਲਾਈਫ ਹੈ ਤਾਂ ਕੋਈ ਚੱਕਰ ਨਹੀਂ ਹੈ, ਲੇਕਿਨ ਜਿਹੜੇ ਕੋਈ ਉਮਰ 20-30 ਸਾਲ ਦਾ ਬੱਚਾ ਹੈ ਜਿਹਦਾ ਕੋਈ ਰੋਡ ਐਕਸੀਡੈਂਟ ਹੋ ਗਿਆ, ਕੋਈ ਸਿਰ ਤੇ ਸੱਟ ਵੱਜੀ, ਉਹ ਬੰਦੇ ਦੇ ਕੇਸ 'ਚ ਕੋਈ ਕੋਮਾ 'ਚ ਚਲਾ ਗਿਆ, ਤਾਂ ਉਸ ਕੇਸ ਦੇ ਵਿੱਚ ਤੁਸੀਂ ਮੈਡੀਕਲ ਬੋਰਡ ਦੀ ਪਰਮਿਸ਼ਨ ਲੈਣੀ ਹੈ। ਬਹੁਤ ਮਾੜੇ ਹਾਲ ਹੈ, ਤਾਂ ਟਾਈਮ ਬਹੁਤ ਲੱਗਦਾ ਸੀਗਾ ਇਸ ਪੂਰੇ ਬਿਊਰੋਕ੍ਰੈਟਿਕ ਪ੍ਰੋਸੈਸ ਦੇ ਵਿੱਚ, ਸਮਝ ਰਹੇ ਹੋ। 20 ਦਿਨ ਤੋਂ ਬਿਊਰੋਕ੍ਰੇਸੀ ਇਜ਼ ਨਾਟ ਗਿਵਿੰਗ ਅਪਰੂਵਲ, 20 ਦਿਨ ਤੋਂ ਹਸਪਤਾਲ ਬਿੱਲ ਬਣਾਈ ਜਾਂਦਾ, ਬੰਦੇ ਉਹਨੂੰ ਬਚਾਉਣ ਦਾ ਕੋਈ ਸਿਸਟਮ ਹੀ ਨਹੀਂ ਹੈਗਾ। ਤੋ ਐਟ ਦੀ ਐਂਡ ਆਫ ਦ ਡੇ ਕਾਮਨ ਕਾਜ਼ ਵਰਸਸ ਯੂਨੀਅਨ ਆਫ ਇੰਡੀਆ ਦੇ ਵਿੱਚ ਕੀ ਗੱਲ ਕਹੀ ਇਹਨਾਂ ਨੇ, ਕਿਹਾ ਕਿ ਥੋੜਾ ਜਿਹਾ ਪ੍ਰੋਸੈਸ ਨੂੰ ਸਿੰਪਲੀਫਾਈ ਕਰੋ, ਥੋੜਾ ਜਿਹਾ ਪ੍ਰੋਸੈਸ ਨੂੰ ਸਿੰਪਲੀਫਾਈ ਕਰੋ। ਐਂਡ ਸਿੰਪਲੀਫਾਈ ਦੇ ਵਿੱਚ ਇਹਨਾਂ ਨੇ ਲਿਵਿੰਗ ਵਿਲ ਦਾ ਆਈਡੀਆ ਇੰਟਰੋਡਿਊਸ ਕੀਤਾ। ਲਿਵਿੰਗ ਵਿਲ ਦਾ ਮਤਲਬ ਹੈ ਕਿ ਅਗਰ ਬੰਦਾ ਖੁਦ ਹੀ ਕਹਿ ਦੇ ਕਿ ਮੈਂ ਮਰਨਾ ਚਾਹੁੰਦਾ, ਪਹਿਲਾਂ ਵੀ ਸੀਗਾ ਲਿਵਿੰਗ ਵਿਲ, ਪਹਿਲਾਂ ਵੀ ਹੁੰਦੀ ਸੀਗੀ, ਲੇਕਿਨ ਉਹਦੇ ਤੇ ਸਾਈਨ ਜਿਹੜੇ ਹੁੰਦੇ ਸੀਗੇ ਨਾ ਉਹ ਆਪਣੇ ਕੋਲੇ ਕੋਈ 4-5 ਬੰਦਿਆਂ ਦੇ ਸਾਈਨ ਹੁੰਦੇ ਸੀ, ਫਿਰ ਜਾ ਕੇ ਲਿਵਿੰਗ ਵਿਲ ਦੇ ਉੱਪਰ ਐਗਜ਼ੀਕਿਊਸ਼ਨ ਹੁੰਦੀ ਸੀਗੀ। ਹੁਣ ਲਿਵਿੰਗ ਵਿਲ ਦੇ ਉੱਤੇ ਸਾਈਨ ਸਿਰਫ ਤੁਸੀਂ ਨੋਟਰੀ ਤੋਂ ਵੀ ਕਰਾ ਸਕਦੇ ਹੋ, ਇੰਨਾ ਈਜ਼ੀ ਕਰਤਾ। ਤਾਂ ਸਪੋਜ਼ ਮੈਂ ਇੱਕ ਵਿਲ ਬਣਾ ਰਿਹਾ ਹਾਂ, ਉਸ ਵਿਲ ਦੇ ਵਿੱਚ ਮੈਂ ਲਿਖਤਾ ਕਿ ਕੱਲ੍ਹ ਨੂੰ ਮੇਰੀ ਇੱਦਾਂ ਦੀ ਕੰਡੀਸ਼ਨ ਹੁੰਦੀ ਹੈ ਤਾਂ ਮੈਨੂੰ ਤੁਸੀਂ ਯੂਥਨੇਸ਼ੀਆ ਦੇ ਦਿਓ, ਐਂਡ ਉਹਦੇ ਤੇ ਸਾਈਨ ਜਿਹੜੇ ਆ ਮੈਂ ਨੋਟਰੀ ਤੋਂ ਕਰਾ ਲਿਆ, ਤਾਂ ਈਜ਼ੀ ਪ੍ਰੋਸੈਸ ਕਰਤਾ। ਸਪੋਜ਼ ਕਰੋ ਕਿ ਬੰਦਾ ਜਿਹੜਾ ਹੈਗਾ ਉਹ ਅਲਟੀਮੇਟਲੀ ਕਿ ਹੀ ਇਜ਼ ਨਾਟ ਡੂਇੰਗ ਗੁੱਡ, ਠੀਕ ਹੈ, ਤਾਂ ਉਹ ਲਿਵਿੰਗ ਵਿਲ ਬਣਾ ਸਕਦਾ ਹੈ ਜਦੋਂ ਉਹ ਹੀ ਇਜ਼ ਨਾਟ, ਮਤਲਬ ਉਹਦਾ ਐਕਸੀਡੈਂਟ ਹੋ ਗਿਆ, ਉਹ ਪੈਟ ਹੈ, ਉਹ ਬਣਾ ਸਕਦਾ ਲਿਵਿੰਗ ਵਿਲ? ਨਹੀਂ ਸਰ, ਮੁੰਨਾ ਭਾਈ 'ਚ ਵੀ ਹਾਂ ਹੈਗਾ ਇੱਕ ਪੇਸ਼ੈਂਟ, ਹਾਂ, ਬਟ ਉਹ ਹਮੇਸ਼ਾ ਇੱਦਾਂ ਹੀ ਹੋਊਗਾ ਕਿ ਵੈਨ ਹੀ ਇਜ਼ ਅਲਾਈਵ। तो लिविंग विल का आइडिया इंट्रोड्यूस करता कि तुसी अपने आप भी कह सकते हो कि भाई मेरे ते तुसी बाले एक्सपेरीमेंट ना करियो, क्योंकि अल्टीमेटली तो तुसी एक्सपेरीमेंट बन जाते हो, क्लीनिकल ट्रायल्स का हिस्सा बन जाते हो। या तुसी कह सकते हो कि मेरे ते कर लियो भाई एक्सपेरीमेंट, शायद मेरी जान चली जाऊगी लेकिन किसी 10, 100, 1000 करोड़ बंदे की जान बच जूगी। इट इज़ अप टू यू। क्लियर है? तो यूथनेशिया अलाउ कौन सा किया है? पैसिव यूथनेशिया। 2 केसेस याद रखने हैं, अरुणा शॉनबर्ग वर्सेस कॉमन कॉज वर्सेस यूनियन ऑफ इंडिया। और पैसिव यूथनेशिया में पहले कंडीशंस थोड़ी स्ट्रिंजेंट थी, अब थोड़ी सी इजी कर दी है। आर्टिकल 21 राइट टू लाइफ जो है वो क्या देता है हमें? राइट टू डाई विद डिग्निटी। दुनिया में बहुत देश हैं जो यूथनेशिया को अलाउ करते हैं, लेकिन एक्टिव यूथनेशिया को कोई देश नहीं अलाउ करता, पैसिव यूथनेशिया को करते हैं। एक्टिव भी है सर। केड़ा? I was just checking now. चेक कर लो। नॉर्वे या और I guess Ireland, एक्टिव तो बहुत डेंजरस हो जाऊगा, चेक कर लो। नहीं हाँ just- जे हैगा तो फिर आप नोट कर लेंगे। हाँ पैस सर्च करके दस दो जो एक्टिव यूथनेशिया जे किते हैगा तो। बट जनरल रूल यही है कि पैसिव यूथनेशिया अलाउ कर दे, एक्टिव नहीं करते, बिकॉज इट इज़ सब्जेक्ट टू मिसयूज़। नीदरलैंड्स में भी हाँ, Active है। Netherlands active है। Actually they don't allow for the कि die, they just want कि वो medical treatment दे, doctor will recommend कि वो direct medicine डॉक्टर के बेसिस पे on एक्टिव the है। advice of doctor। On the advice of doctor। They don't give poison but they give medicine directly, fetal medicine की वो फिर वो पॉइजन ही है। kind of but legally ਉਹਨਾਂ ਦੇ ਲਈ तो तो गल होगी ना कि भाई जो तो घरे मार रहे हैं तो फीम है, हाँ तो जे ठीक है मैं डॉक्टर तो लेके आया था मॉर्फिन है। सो देयर इज अ डिफरेंस। क्लियर है? हमारा ही रेवोल्यूशनरी, तुम्हारा उग्रवादी है, एक ही बंदा है वो। सो दिस इज़ द आइडिया। तो यूथनेशिया ਨੂੰ ਕਿਉਂ ਹੋਣਾ ਚਾਹੀਦਾ? यूथनेशिया ਕੀ ਕਾਰਨ है दसो भी। मैं दसिया सी ਤੁਹਾਨੂੰ प्रिपेयर। हाँ जी नागेंद्र, ये है कि वो यूथनेशिया होना चाहिए कि नहीं होना चाहिए, पहले आप ये बताओ। यूथनेशिया होना चाहिए। क्यों होना चाहिए? ये होना चाहिए कभी कभार कि जैसे बुजुर्ग लोग हो जाते हैं सर, तो वो मतलब उनकी वेंटिलेशन पे रखा हुआ है सर, ऊपर फैमिली भी पूरा है सर, खर्चा ही बड़ा होता है, इसलिए अफोर्ड नहीं कर पाए। वैसे भी उसकी हालत वैसे बंदे की उम्र बहुत ज़्यादा ही हुई चुकी है, तो उसको अब जाना चाहिए। तो अफोर्डेबिलिटी इज़ द रीज़न, पेन इज़ द रीज़न, Yes, sir. और ऑर्गन ट्रांसप्लांट हैं कर सकते हैं। ऑर्गन ट्रांसप्लांट कर सकते हैं। वाओ। dependency on डिपेंडेंसी ऑन द केयर गिवर्स, caregivers। फैमिली के ऊपर बर्डन, ट्रामा ऑन फैमिली, ट्रामा ऑन द पर्सन। और रिफ्यूजिंग केयर हो गया।
ਰਿਫਿਊਜ਼ਿੰਗ ਕੇਅਰ like we generally then start neglecting that ਹਾਂ person ki ਜਿਵੇਂ ਨਾ ਉਸ ਮੂਵੀ 'ਚ ਗੁਜ਼ਾਰਿਸ਼ ਮੂਵੀ ਦੇ ਵਿੱਚ ਨਾ ਉਹ ਲੈਣ ਲੱਗ ਜਾਂਦਾ ਹੈ ਕਿ ਬਈ ਤੁਸੀਂ ਮੈਨੂੰ ਦੱਸੋ ਕਿ ਮੈਂ ਮਤਲਬ ਕਿ ਯੂ ਟੈਲ ਮੀ ਕਿ ਮੈਂ ਬਚਾਂ ਕਿ ਨਾ ਬਚਾਂ। ਆਪਦੇ ਰੇਡੀਓ ਦੇ ਜਿਹੜੇ ਉਹਦੇ ਹੁੰਦੇ ਨਾ ਸੁਣਨ ਵਾਲੇ ਬੰਦੇ, ਉਹ ਬੜਾ ਫੇਮਸ ਹੁੰਦਾ ਹੈ, ਤਾਂ ਉਹਨਾਂ ਨੂੰ ਪੁੱਛਣ ਲੱਗ ਜਾਂਦਾ ਕਿ ਤੁਸੀਂ ਦੱਸੋ ਕਿ ਮੈਂ ਬਚਾਂ ਕਿ ਨਾ ਬਚਾਂ, ਰਿਤਿਕ ਰੋਸ਼ਨ। ਤਾਂ ਉਹ ਸਾਰਿਆਂ ਨੂੰ ਪੁੱਛਦਾ, ਜਿਵੇਂ ਨਾ ਤੁਹਾਨੂੰ ਪੁੱਛਦਾ ਕਿ ਮੈਂ ਬਚਾਂ ਕਿ ਨਾ ਬਚਾਂ, ਤੁਸੀਂ ਕੀ ਕਹੋਗੇ? ਜਿਹਨੂੰ ਤੁਸੀਂ ਫੋਲੋ ਕਰਦੇ ਹੋ, ਫੈਨ ਹੋ ਜਿਹਦੇ, ਤੁਸੀਂ ਕੀ ਕਹੋਗੇ? ਤੁਸੀਂ ਕਹੋਗੇ ਨਹੀਂ ਯਾਰ ਤੂੰ ਬਚ। ਸਾਰੇ ਐਂ ਹੀ ਕਰਦੇ ਰਹਿੰਦੇ ਆ। ਫਿਰ ਇੱਕ ਫੋਨ ਆਉਂਦਾ ਉਹਨੂੰ, ਫਿਰ ਉਹ ਫੋਨ ਕਰਦਾ ਅਤੇ ਉੱਧਰੋਂ ਕੁੜੀ ਬੋਲਦੀ ਹੈ ਕੋਈ, ਅਤੇ ਉਹ ਕਹਿੰਦਾ ਕਿ ਯੂ ਟੈਲ ਮੀ ਦੈਟ ਮਤਲਬ ਮੈਂ ਬਚਾਂ ਕਿ ਨਾ ਬਚਾਂ, ਅਤੇ ਉਹ ਕਹਿੰਦੀ ਹੈ ਤੂੰ ਨਾ ਬਚ। ਇੱਕੋ ਹੀ ਫੋਨ ਹੁੰਦਾ ਉਹ। ਫਿਰ ਉਹ ਕਹਿੰਦਾ ਆਈ ਨੋ ਹੂ ਯੂ ਆਰ। ਉਹਦੀ ਐਕਸ ਗਰਲਫਰੈਂਡ ਹੁੰਦੀ ਆ ਉਹ। ਐਂਡ ਉਹ ਜੈਨੂਅਨਲੀ ਕਹਿੰਦੇ ਤੂੰ ਨਾ ਬਚ, ਕਿਉਂਕਿ ਉਹ ਫਿਰ ਕਹਿੰਦਾ of all the people I have talked about, only you are the one who loves me. बाकी सब अपने इंटरेस्ट के लिए मुझे बचा रहे हैं, तेरे को मेरा इंटरेस्ट दिख रहा है, क्योंकि मैं बचना नहीं चाहता. I cannot live in this pain. You are the only one that loves me. I don't want to live. Everybody around me wants me to live. तो ये एक बड़ा है ना फिलोसॉफिकल पॉइंट हो गया था उस मूवी के अंदर. सो कहने का मतलब सिंपल है कि रिलीविंग फ्रॉम द पेन, है ना, पेन रिलीव एंड वो सारी चीज़ें. अच्छा, क्यों नहीं होना चाहिए यूथनेशिया? एक तो मिसयूज हो सकता है, होर ਰਾਈਟ ਟੂ ਲਾਈਫ ਦਾ ਡਾਇਰੈਕਟ राइट टू लाइफ ਦੀ वायलेशन है, होर so sometimes you can save the patient by giving proper treatment. ਦੀ ਆਈਡੀਆ ਆਫ ਵੈਰੀ ਇੰਪੋਰਟੈਂਟ ਆਈਡੀਆ ਇਹ ਹੈਗਾ ਕਿ ਆਪਣੇ ਦੇਸ਼ 'ਚ ਇੱਕ ਪੈਲੀਏਟਿਵ ਕੇਅਰ ਦਾ ਕਨਸੈਪਟ ਨਹੀਂ ਹੈਗਾ. ਪੈਲੀਏਟਿਵ ਕੇਅਰ ਲਿਖ ਲਓ, PALLIATIV, ਪੈਲੀਏਟਿਵ ਕੇਅਰ. ਸੋ ਪੈਲੀਏਟਿਵ ਕੇਅਰ ਕੀ ਹੁੰਦਾ ਹੈ? ਪੈਲੀਏਟਿਵ ਕੇਅਰ ਹੁੰਦਾ ਹੈ ਕਿ ਇਹੋ ਜਿਹੇ ਪੇਸ਼ੈਂਟਸ ਨੂੰ ਕਿਸ ਤਰੀਕੇ ਨਾਲ ਆਪਾਂ ਮੈਨੇਜ ਕਰ ਸਕਦੇ ਹਾਂ. ਵੀ ਕੈਨ ਨਾਟ reduce their matlab we cannot like eliminate their pain, but we can definitely make them live in a different kind of way. For example, if they can't walk, we can give them wheelchairs based on some intelligent AI equipments. We can make sure कि कोई nursing staff ਉਹਨਾਂ ਨੂੰ ਆ ਰਹੀ ਹੈ, ਹਰ ਰੋਜ਼ ਉਹਨਾਂ ਨੂੰ ਡੀਲ ਕਰ ਰਹੀ ਹੈ. We can make sure ਕਿ ਹੈ ਨਾ ਦਵਾਈਆਂ ਉਹਨਾਂ ਦੇ ਪੇਨਸ ਨੂੰ ਰਿਲੀਜ਼ ਕਰਦੀ ਹੈ. ਸੋ ਇਸ ਪੂਰੇ ਆਈਡੀਆ ਨੂੰ ਪੈਲੀਏਟਿਵ ਕੇਅਰ ਕਹਿੰਦੇ ਆ. ਪੈਲੀਏਟਿਵ ਕੇਅਰ ਦੇ ਵਿੱਚ ਹੈ ਨਾ ਦੋ ਟਾਈਪ ਦੀ ਕੇਅਰ ਹੈ. ਇੱਕ ਪੀਡੀਆਟ੍ਰਿਕ ਕੇਅਰ ਹੈ, ਪੀਡੀਆਟ੍ਰਿਕ ਮਤਲਬ ਛੋਟੇ ਬੱਚਿਆਂ ਦੀ. ਜੇਰੀਐਟ੍ਰਿਕ ਹੁੰਦੀ ਹੈ ਬਜ਼ੁਰਗਾਂ ਦੀ, ਜੇਰੀਐਟ੍ਰਿਕ ਕੇਅਰ. ਅਤੇ ਪੈਲੀਏਟਿਵ ਕੇਅਰ ਹੁੰਦੀ ਆ ਉਹ ਇਹੋ ਜਿਹੇ ਪੇਸ਼ੈਂਟਸ ਦੀ ਜਿਹੜੇ ਕਿ ਵੈਜੀਟੇਬਲ ਸਟੇਟ 'ਚ ਚਲੇ ਗਏ ਹੈ. ਹੁਣ ਤੁਸੀਂ ਬਹੁਤ ਇੰਟਰਸਟਿੰਗ ਹੈ ਕਿ ਏਮਸ ਦੇ ਵਿੱਚ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੇ ਵਿੱਚ MD ਹੁੰਦੀ ਹੈ ਪੈਲੀਏਟਿਵ ਕੇਅਰ ਦੀ ਆਫਟਰ MBBS. ਐਂਡ ਲੋਟ ਆਫ ਥੀਜ਼ ਆਰਗੇਨਾਈਜੇਸ਼ਨਸ, ਮੈਡੀਕਲ ਕਾਲਜਿਸ ਜਿਹੜੇ ਆ ਪੈਲੀਏਟਿਵ ਕੇਅਰ ਦੇ ਵਿੱਚ ਆਪਦੇ ਨਵੇਂ ਕੋਰਸਿਸ ਫਾਈਂਡ ਕਰ ਰਹੇ ਹੈ. ਗਵਰਨਮੈਂਟ ਆਫ ਇੰਡੀਆ ਵੀ ਕਹਿ ਰਹੀ ਹੈ ਕਿ ਪੈਲੀਏਟਿਵ ਕੇਅਰ ਨੂੰ ਥਰਸਟ ਦਿੱਤੀ ਜਾਵੇ. ਇਟਸ ਅ ਬਿਗ ਥਿੰਗ ਨਾ. ਤੁਸੀਂ ਦੇਖੋ ਕਿ ਪੈਸਾ ਵੀ ਬਹੁਤ ਹੈਗਾ ਅਗਰ ਸੋਚਿਆ ਜਾਵੇ ਬਿਜ਼ਨਸ ਮਾਡਲ ਦੇ ਪਰਸਪੈਕਟਿਵ ਨਾਲ. ਜਿਵੇਂ ਕੋਈ ਹੈ ਨਾ ਮਤਲਬ ਕੋਈ ਆਪਦਾ ਕੋਈ ਸਟਾਰਟਅਪ ਜਾਂ ਕੁਛ ਵੀ ਇੱਦਾਂ ਦਾ ਸੀਨ ਹੈ ਕਿ ਬਈ ਅਸੀਂ ਤੁਹਾਨੂੰ ਨਰਸਿੰਗ ਸਟਾਫ ਸਪੋਰਟ ਕਰਾਂਗੇ, ਇਹ ਜਿਹੇ ਪੇਸ਼ੈਂਟਸ ਲਈ ਤੁਸੀਂ ਚਾਰਜਸ ਅਸੀਂ ਲਵਾਂਗੇ ਤੁਹਾਡੇ ਲਈ. ਤਾਂ ਘਰ 'ਚ ਆ ਕੇ ਨਰਸਿੰਗ ਕਰਨੀ, ਉਹ ਸਾਰਾ ਚੀਜ਼ਾਂ ਕਰਨੀ. ਇਟਸ ਅ ਹਿਊਜ ਬਿਜ਼ਨਸ ਆਲਸੋ ਪੈਲੀਏਟਿਵ ਕੇਅਰ ਦਾ. ਸੋ ਪੈਲੀਏਟਿਵ ਕੇਅਰ ਮਿਸਿੰਗ ਹੈ, ਤਾਂ ਹੀ ਆਪਾਂ ਯੂਥਨੇਸ਼ੀਆ ਦਿੰਦੇ ਹਾਂ. ਅਗਰ ਯੂਥਨੇਸ਼ੀਆ ਤੋਂ ਬਚਾਉਣਾ ਹੈ ਕਿਸੇ ਨੂੰ ਤਾਂ ਪੈਲੀਏਟਿਵ ਕੇਅਰ ਨੂੰ ਹੋਰ ਸਟਰੋਂਗ ਕਰਨਾ ਪਊਗਾ. ਇਜ਼ ਇਟ ਐਬਸੋਲਿਊਟਲੀ ਕਲੀਅਰ? ਦੇਰ ਆਰ ਲੋਟ ਆਫ ਸੈਂਟਰਸ. ਇੰਡੀਅਨ ਸਪਾਈਨਲ ਇੰਜਰੀ ਸੈਂਟਰ ਹੈਗਾ. ਅਗਰ ਆਪਾਂ ਦੇਖੀਏ ਚੰਡੀਗੜ੍ਹ ਦੇ ਵਿੱਚ ਵੀ ਇੱਕ ਟਰਾਮਾ ਇੰਜਰੀ, ਸਪਾਈਨਲ ਇੰਜਰੀ ਸੈਂਟਰ ਹੈਗਾ ਜਿਹੜਾ ਮਿਨਿਸਟਰੀ ਆਫ ਡਿਫੈਂਸ ਰਨ ਕਰਦੀ ਹੈ. ਕਿਉਂਕਿ ਆਰਮੀ ਦੇ ਵਿੱਚ ਬਹੁਤ ਇੱਦਾਂ ਦੇ ਕੇਸਿਸ ਦੇਖਣ ਨੂੰ ਮਿਲਦੇ ਹੈ. ਕੋਈ ਵਾਰ ਦੇ ਵਿੱਚ ਬੰਦੇ ਦੀ ਇੰਜਰੀ ਹੋ ਗਈ ਜਾਂ ਕੋਈ ਸਪੋਰਟਸ ਇੰਜਰੀ ਹੋ ਗਈ ਜਾਂ ਵੈਸੇ ਹੀ ਇੱਦਾਂ ਦੇ ਹਾਰਮਫੁਲ ਏਰੀਆਸ 'ਚੋਂ ਰਹਿੰਦੇ ਹੈ ਤਾਂ ਕੋਈ ਨਾ ਕੋਈ ਸੱਟ ਵੱਜ ਗਈ. ਤੋ ਬਹੁਤ ਆਰਮੀ ਦੇ ਆਪਣੇ ਪੁਰਾਣੇ ਜਿਹੜੇ ਬੰਦੇ ਉਹਨਾਂ ਦੀ ਲੱਤਾਂ ਗਈਆਂ ਹੋਈਆਂ, ਕੁਆਡਰੀਪਲੇਜੀਆ, ਪੈਰਾਪਲੇਜੀਆ ਉਹਨਾਂ ਨੂੰ. तो इसके ऐसे केसेस के अंदर बड़े, अगर आप इधर जाओ फिजियोथेरेपी करते हैं तो वो हो टाइप दी व्हील चेयर्स, नवीं व्हील चेयर्स बनाती. स्टीफन हॉकिंग देखो किस तरीके नाल वो अपनी लाइफ लीड कर रहा सीगा. बट द पॉइंट इज़ कि वो एक्सैसिबल तो अफोर्डेबल नहीं है ना ये टैक्नोलॉजीज़. ਉਹਦਾ रीज़न की है? क्योंकि बहुत ही घट लोग है, ये माइनॉरिटी पॉपुलेशन है, छोटे है, घट की रेयरेस्ट ऑफ रेयर है. तो बिजनेस मॉडल नहीं सही बनता. तो अगर आप सबसिडाइज़ करके या गवर्नमेंट के टैक्सेस ਨੂੰ यूज़ करके या कुछ होर पब्लिक प्राइवेट पार्टनरशिप रन करके इदा के मॉडल्स लैके आ जाइए जिथे व्हील चेयर सस्तियाँ हो जाए, जिथे इदा दी चीज़ां सस्तियाँ हो जाए, एक्सैसिबल हो जाए ना लोगों को, तो वी कैन ऑलवेज प्लान द पैलिएटिव केयर. अज बड़ियाँ NGOs है जिहड़ियां इस चीज़ पर काम करदी हैं.
ਜਿਵੇਂ ਸ਼ਾਇਦ ਇੱਕ ਤੁਸੀਂ ਸੁਣਿਆ ਹੋਊਗਾ ਇੱਕ NGO ਹੈਗੀ ਹੈ ਬਹੁਤ ਹੀ ਪੁਰਾਣੀ ਰੈੱਡ ਕਰਾਸ ਸੁਸਾਇਟੀ ਹੈ ਨਾ, ਉਹ ਕਰਦੀ ਹੈ ਇਸ ਚੀਜ਼ ਦੇ ਉੱਪਰ ਕੰਮ है ना. So there are a lot of people doing a lot of good work, so we can support them. Are you getting the point sir? तो वो सारी चीज़ों के ऊपर हम जो है काम कर सकते हैं. So palliative care एक होर की है, मैडिकल रिसर्च का भी की पता है. ਅੱਜ ਤੁਸੀਂ ਕਹਿ ਦੋ ਕਿ ਬੰਦੇ ਨੂੰ ਆਪਾਂ ਮਾਰ ਦਈਏ, ਕੱਲ ਨੂੰ ਪਰਸੋਂ ਨੂੰ ਰਿਸਰਚ ਆ ਜੇ ਨਵੀਂ ਕਿ ਹਾਂਜੀ ਬੰਦਾ ਤਾਂ ਠੀਕ ਹੋ ਸਕਦਾ ਸੀ. ਇੱਕ ਜੈਨੇਟਿਕ ਥੈਰੇਪੀ ਆ ਚੁੱਕੀ ਹੈ, एक स्टेम सेल थेरेपी आ चुकी है. देयर लॉट ऑफ थिंग्स हैपनिंग इन R&D सेक्टर ऑफ मेडिकल साइंस. तो यू विल दैन है ना की करोगे तुसी, यू विल रिग्रेट है ना कि भाई मतलब बंदा चला गया साडा. सो वो भी हैगा. होर कोई रीज़न सर हेल्थ भी कमर्शियलाइज हो जाएगी. हेल्थ भी कमर्शियलाइजेशन ऑफ हेल्थ. कमर्शलाइजेशन ऑफ हेल्थ. फॉर एग्जांपल अगर एक पेशेंट ਨੂੰ ਐਡਮਿਟ ਕੀਤਾ ਹੋਇਆ ਹੈ, ਠੀਕ ਹੈ, ਡਾਕਟਰਸ ਵੈਸੇ ਹੀ ਕਹਿੰਦੇ ਰਹਿੰਦੇ ਕਿ ਤੁਹਾਡਾ ਪੇਸ਼ੈਂਟ ਜ਼ਿੰਦਾ ਹੈ, ਠੀਕ ਹੈ, ਉਹਨਾਂ ਤੋਂ ਜਿਹੜੇ ਫੈਮਿਲੀ ਮੈਂਬਰਸ ਆ ਉਹਨਾਂ ਤੋਂ ਚਾਰजेस ਲੈਂਦੇ ਰਹਿੰਦੇ ਹਸਪੀਟਲ ਦੇ, ਇਨਸਟੈਡ ਆਫ ਗਿਵਿੰਗ them euthanasia. ਹਾਂ ਮਤਲਬ ਤੁਸੀਂ ਯੂਥਨੇਸ਼ੀਆ ਦੇ ਅਗੇਂਸਟ ਹੋ. ਇਹ ਵੀ ਸਹੀ ਪੁਆਇੰਟ ਹੈ. ਯੂਥਨੇਸ਼ੀਆ ਦੇ ਅਗੇਂਸਟ ਇਸ ਕਰਕੇ ਹੈ ਬਿਕੋਜ਼ ਬਿਜ਼ਨਸ ਵੀ ਹੈ. ਕੀ ਹੈਗਾ? ਬਿਜ਼ਨਸ ਵੀ ਹੈਗਾ. ਸਮਝ ਆ ਰਿਹਾ ਕਿ ਨਹੀਂ? ਸੋ ਇਹ ਵੀ ਇੱਕ ਫੰਡਾ ਹੈਗਾ. ਚਲੋ ਬਾਕੀ ਸਹੀ ਹੈ ਸਾਰਾ ਠੀਕ ਹੈ. ਓਕੇ ਲੈਟਸ ਗੋ ਫਰਦਰ. ਕਰ ਲਓਗੇ? ਯਾਦ ਰਹੂਗਾ? ਆਰਟੀਕਲ 22 ਤੇ ਆਉਂਦੇ ਹਾਂ ਹੁਣ ਆਪਾਂ, ਸੌਰੀ 21A ਤੇ. ਕੈਪੀਟਲ ਪਨਿਸ਼ਮੈਂਟ ਵਾਲਾ ਮੈਂ ਤੁਹਾਨੂੰ ਸੁਸਾਇਟੀ 'ਚ ਕਰਾਊਂਗਾ. ਹੁਣ ਆ ਜਾਓ ਆਰਟੀਕਲ 21 ਤੇ, A ਤੇ. ਸੋ 21A ਆਰਟੀਕਲ ਜਿਹੜਾ ਹੈਗਾ ਆਬਵੀਅਸ ਜੀ ਗੱਲ ਹੈ, ਜਦੋਂ ਆਰਟੀਕਲ 21A ਦੀ ਮੈਂ ਗੱਲ ਕਰੂੰਗਾ ਤਾਂ A ਆਰਟੀਕਲ ਕਿਵੇਂ ਆਇਆ ਹੋਊਗਾ? ਅਮੈਂਡਮੈਂਟ ਨਾਲ, ਕਿਉਂਕਿ 21 ਤੋਂ ਬਾਅਦ 22 ਆ ਗਿਆ ਸੀਗਾ, ਤਾਂ 21A ਇੰਟਰੋਡਿਊਸ ਕੀਤਾ. ਹੁਣ 21A ਆਰਟੀਕਲ ਰਾਈਟ ਟੂ ਐਜੂਕੇਸ਼ਨ ਦੀ ਰਾਈਟ ਟੂ ਐਜੂਕੇਸ਼ਨ ਆਰਟੀਕਲ ਹੈ, ਐਂਡ ਇਹ 86th ਇੰਡੀਆ ਦੇ ਕਨਸਟੀਟਿਊਸ਼ਨ ਦੀ ਅਮੈਂਡਮੈਂਟ ਹੁੰਦੀ ਹੈ. ਕਿੰਨਵੀਂ? 86th. ਐਂਡ 86th ਅਮੈਂਡਮੈਂਟ ਹੁੰਦੀ ਹੈ 2002 ਦੇ ਵਿੱਚ. ਕਦੋਂ ਹੁੰਦੀ ਹੈ? 2002 ਦੇ ਵਿੱਚ. ਐਂਡ ਇਸ 86th ਅਮੈਂਡਮੈਂਟ ਨਾਲ ਇੱਕ DPSP ਫੰਡਾਮੈਂਟਲ ਰਾਈਟ ਬਣਦਾ ਹੈ. ਤਾਂ ਇੱਕ DPSP ਆਲਰੇਡੀ ਹੁੰਦਾ ਆਰਟੀਕਲ 45. ਇਹ ਆਰਟੀਕਲ 45 ਜਦੋਂ ਦੇਸ਼ ਦਾ ਕਨਸਟੀਟਿਊਸ਼ਨ ਲਿਖਿਆ ਗਿਆ ਸੀ ਉਹਦੇ ਵਿੱਚ ਇਹ ਆਰਟੀਕਲ 45 ਇਹ ਲਿਖਿਆ ਸੀ, ध्यान से सुनना है कि 0 to 14 ईयर्स, 0 to 14 ईयर्स, यहाँ पे फंस जाओगे आप. ध्यान से सुनना है कि 0 to 14 ईयर्स एजुकेशन देने का ਜਿਹੜਾ ਡਿਊਟੀ ਹੈ ਉਹ ਸਰਕਾਰ ਦੀ ਹੈ, फ्री एंड कंपलसरी टू किड्स बिटवीन 0 to 14 ईयर्स. लेकिन जैसे जैसे देश में प्रोग्रेशन बढ़ती गई तो 2002 के अंदर 86th अमेंडमेंट में ये बोल दिया गया कि 6 to 14 ईयर्स वाले फंडामेंटल राइट मिल जूगा आर्टिकल 21A ਦੇ ਅੰਡਰ. तो ਉੱਥੇ ਕਿੰਨਾ ਰਹਿ ਜੂਗਾ 45 ਦੇ ਵਿੱਚ? 0 to 6. ਸਮਝ ਆਇਆ? ਤੇ ਓਰੀਜਨਲ ਕਨਸਟੀਟਿਊਸ਼ਨ ਦੇ ਵਿੱਚ DPSP ਦੇ ਤਹਿਤ 0 to 14 ਈਅਰਸ ਦੇ ਬੱਚਿਆਂ ਨੂੰ ਐਜੂਕੇਸ਼ਨ ਦਾ ਰਾਈਟ ਮਿਲੂਗਾ. ਲੇਕਿਨ ਫਿਰ ਦੇਸ਼ ਦੇ ਵਿੱਚ 2002 ਦੇ ਵਿੱਚ 86th ਅਮੈਂਡਮੈਂਟ ਪਾਸ ਕਰਨ ਤੋਂ ਬਾਅਦ 6 to 14 ਈਅਰਸ ਵਾਲੇ ਬੱਚਿਆਂ ਨੂੰ ਰਾਈਟ ਟੂ ਐਜੂਕੇਸ਼ਨ ਮਿਲ ਜੂਗਾ. ਐਂਡ ਉੱਥੇ ਕੀ ਰਹਿ ਜੂਗਾ? 0 to 6. ਉਹ DPSP ਰਹਿ ਗਿਆ ਤੇ ਇਹ ਫੰਡਾਮੈਂਟਲ ਰਾਈਟ ਹੋ ਗਿਆ. DPSP ਜਿਹੜੇ ਹੈਗੇ ਉਹ ਐਨਫੋਰਸੇਬਲ ਨਹੀਂ ਹੁੰਦੇ, ਫੰਡਾਮੈਂਟਲ ਰਾਈਟ ਐਨਫੋਰਸੇਬਲ ਹੁੰਦੇ ਆ. ਤਾਂ ਜਦੋਂ ਵੀ ਆਪਾਂ ਫੰਡਾਮੈਂਟਲ ਰਾਈਟ ਦੇ ਵਿੱਚ ਕਿਸੇ ਚੀਜ਼ ਨੂੰ ਪਾਉਂਦੇ ਹਾਂ ਤਾਂ ਸੁਪਰੀਮ ਕੋਰਟ ਐਕਟਿਵ ਕਰ ਲੈਂਦੇ ਆ. ਸਿੱਧਾ ਜਿਹਾ ਫੰਡਾ ਹੈ. ਐਂਡ DPSP ਦੇ ਵਿੱਚ ਕੋਈ ਵੀ ਕੋਰਟ ਇਨਵੋਲਵ ਨਹੀਂ ਹੁੰਦਾ. ਇਹ ਤਾਂ ਸਰਕਾਰਾਂ ਦੀਆਂ ਆਪਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਕਿ ਦਈਏ ਕਿ ਨਾ ਦਈਏ. ਤਾਂ 6 to 14 ਈਅਰਸ ਦੇ ਵਿੱਚ ਇਹ ਪੂਰਾ ਕੀਤਾ ਗਿਆ. ਹੁਣ 2002 ਦੇ 86th ਅਮੈਂਡਮੈਂਟ ਨਾਲ ਆਰਟੀਕਲ 21A ਇੰਟਰੋਡਿਊਸ ਕੀਤਾ ਗਿਆ. ਐਂਡ ਇਹ ਵੀ ਇੱਕ ਐਨੇਬਲਿੰਗ ਪ੍ਰੋਵੀਜ਼ਨ ਹੈ. ਇਹ ਵੀ ਇੱਕ ਐਨੇਬਲਿੰਗ ਪ੍ਰੋਵੀਜ਼ਨ ਹੈ. ਐਨੇਬਲਿੰਗ ਪ੍ਰੋਵੀਜ਼ਨ ਦਾ ਮਤਲਬ ਹੈ ਕਿ ਇਸ ਪਾਰਟਿਕੂਲਰ ਆਰਟੀਕਲ ਨਾਲ ਪਾਰਲੀਮੈਂਟ ਨੂੰ ਐਨੇਬਲ ਕਰ ਦਿੱਤਾ ਗਿਆ ਕਿ ਤੁਸੀਂ ਰਾਈਟ ਟੂ ਐਜੂਕੇਸ਼ਨ ਦੇ ਉੱਪਰ ਡਿਟੇਲ ਦੇ ਵਿੱਚ ਕੋਈ ਲਾਅ ਲੈ ਕੇ ਆਓ ਤਾਂ ਕਿ ਰਾਈਟ ਟੂ ਐਜੂਕੇਸ਼ਨ ਆਵੇ. ਸੋ ਪਾਰਲੀਮੈਂਟ ਆਫ ਇੰਡੀਆ ਨੇ ਇਸ ਐਨੇਬਲਿੰਗ ਪ੍ਰੋਵੀਜ਼ਨ ਨੂੰ ਯੂਜ਼ ਕਰਕੇ 2009 ਦੇ ਵਿੱਚ, ਠੀਕ ਹੈ, ਸੋ 2002 ਦੇ ਵਿੱਚ ਕੀ ਆਇਆ ਸੀਗਾ? ਅਮੈਂਡਮੈਂਟ ਹੋਈ ਸੀਗੀ. ਲੇਕਿਨ 7 ਸਾਲ ਬਾਅਦ ਜਾ ਕੇ 2009 ਦੇ ਵਿੱਚ ਰਾਈਟ ਟੂ ਐਜੂਕੇਸ਼ਨ ਐਕਟ ਪਾਸ ਕੀਤਾ, RT. ਸੋ ਆਲਮੋਸਟ 7 ਈਅਰਸ ਆਫਟਰ ਅਮੈਂਡਮੈਂਟ. ਐਂਡ 2010 ਦੇ ਵਿੱਚ ਇਹਨੂੰ ਨੋਟੀਫਾਈ ਕੀਤਾ. ਸੋ 2010 ਦੇ ਵਿੱਚ ਇਹਨੂੰ ਨੋਟੀਫਾਈ ਕੀਤਾ. ਐਂਡ 2010 ਤੋਂ ਬਾਅਦ ਹੀ ਆਪਣੇ ਦੇਸ਼ ਦੇ ਵਿੱਚ ਰਾਈਟ ਟੂ ਐਜੂਕੇਸ਼ਨ ਐਕਚੁਅਲੀ ਇੱਕ ਫੰਡਾਮੈਂਟਲ ਰਾਈਟ ਦੀ ਤਰ੍ਹਾਂ ਇੰਪਲੀਮੈਂਟ ਹੋਣੀ ਸ਼ੁਰੂ ਹੋਈ. ਉਸ ਤੋਂ ਪਹਿਲਾਂ ਇੰਪਲੀਮੈਂਟ ਨਹੀਂ ਹੋ ਰਹੀ ਸੀਗੀ ਕਿਉਂਕਿ ਇਨੇਬਲਿੰਗ ਪ੍ਰੋਵੀਜ਼ਨ ਸੀਗਾ.
ਹੁਣ ਰਾਈਟ ਟੂ ਐਜੂਕੇਸ਼ਨ ਦੇ ਵਿੱਚ ਕੀ ਗੱਲ ਕਹੀ ਗਈ ਹੈ? 2-3 ਚੀਜ਼ਾਂ ਹੈਗੀਆਂ ਜਿਹੜੀਆਂ ਕਹੀਆਂ ਗਈਆਂ। ਨੰਬਰ 1 ਇਹ ਹੈ ਕਿ 6 ਤੋਂ 14 ਸਾਲ ਹਰ ਬੱਚੇ ਨੂੰ ਇੱਥੇ ਫ੍ਰੀ ਐਜੂਕੇਸ਼ਨ ਹੈ ਐਂਡ ਕੰਪਲਸਰੀ ਐਜੂਕੇਸ਼ਨ ਹੈ। ਫ੍ਰੀ ਦਾ ਮਤਲਬ ਹੈ ਕੋਈ ਪੈਸਾ ਨਹੀਂ ਚਾਰਜ ਹੋਏਗਾ, ਐਂਡ ਕੰਪਲਸਰੀ ਦਾ ਮਤਲਬ ਹੈ ਹਰ ਬੱਚੇ ਨੂੰ ਐਜੂਕੇਟ ਕਰਨਾ ਪਊਗਾ। ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ। ਸੈਕੰਡਲੀ ਇਹ ਗੱਲ ਕਹੀ ਗਈ ਹੈ ਕਿ ਕੋਈ ਵੀ ਡਿਟੈਂਸ਼ਨ ਨਹੀਂ ਹੋਊਗੀ। नो डिटेंशन पॉलिसी। नो डिटेंशन पॉलिसी का की मतलब है सर कि फेल नहीं करांगे असी किसी भी कैंडीडेट नू, किसी भी बच्चे नू। नो फेलियर। हुण इहदे ते बड़ी लड़ाई होंदी है क्योंकि सरकारी स्कूलों के विच नो डिटेंशन पॉलिसी नू लैके है ना बड़ा रौला पैंदा है कि फेल ही नहीं करांगे तो फिर बच्चे पढ़नगे किवें। तुसीं दसो सही है कीर्ति? नहीं सही। किहनूं कोई लगदा नहीं सही है? फेल करना जरूरी है बच्चों को? हथ दौरा तो कहना देखा तो मैंने फेल सारे फेल करूँगा मैं। हाँ भी मनविंदर क्यों? तुसी कहने हो फेल करना जरूरी है? गाइड करने से फेल ना हो। क्यों होंगे फेल बच्चे? सर अगर हम उनको फेल ही नहीं करेंगे तो वो पढ़ेंगे नहीं पहले। क्यों होंगे फेल? पढ़ते ही नहीं सर। क्यों नहीं पढ़ते? वो लेबर से लगा के किसी को उन्होंने इंटरेस्ट ही नहीं बनता। क्यों नहीं इंटरेस्ट बनता? क्योंकि क्योंकि टीचर घटिया है। बच्चा नहीं कोई गलती नहीं। बच्चों की कोई गलती नहीं है। बच्चा स्कूल च ना हो टीचर की करो घर जाके पढ़ाउणा फिर वो मार दूंगी। नहीं। मैं बोलूंगा सर। हाँ देखो पॉइंट आ गया ना। मैं थोड़ी बोलूंगा सर उसी सर नहीं पढ़ाऊंगा। थैंक यू यार। आई लव यू यार। लव यू टू कह दे। अगर टीचर अच्छा है ना अनमोल तो बच्चा आएगा। हैं? अगर टीचर तुसी वो देखिए तारे ज़मीन पर, तुसी तारे ज़मीन पर देखिए तारे ज़मीन पर देखो एक बार तो देखिए। अरे अबे मैं नहीं बात कर रहा है तुमसे, घटिया बातें कर रहे हो तुम। तारे ज़मीन पर रियलिटी ऑफ इंडिया। भाई हम जब संविधान लिख रहे हैं ना अनमोल, तो हम जब संविधान पढ़ रहे हैं हम प्रैक्टिकल बातें नहीं करेंगे, हम एक आइडियल वर्ल्ड की बात करेंगे। एक ऐसी वर्ल्ड की जहाँ पे क्या होना चाहिए उसके बारे में बात करेंगे। भाई प्रैक्टिकल वर्ड मैनू सुनना नहीं हैगा। मैं कॉन्स्टिट्यूशन जो मैं पढ़ा रहा जे तुसी प्रैक्टिकल वर्ड बोलना है तो तुसी वकालत च बोलो, इत्थे ना बोलो, ठीक है? समझिए डॉक्टर BR अंबेडकर ने की किया सीगा, प्रैक्टिकल वर्ल्ड की डेफिनेशन ही दी। उन्होंने की किया आइडियल वर्ल्ड की बनाना है। समझ रहे हो कि नहीं? सर आइडियल वर्ल्ड तो फिर पॉलिसी बनाने की लोड़ ही नहीं, नो डिटेंशन सारे पढ़ने की। भाई तुम एक चीज़ समझो यार, तुम टीचर, तुमने क्या कर दिया, तुमने ब्लेम बच्चों पे डाल दिया टीचर का, या तुमने एक एजुकेशन टीचर छड्डो तुसी एक पूरा एजुकेशन सिस्टम का ब्लेम जवाकां ते पाता कि ਜਿਹੜੇ ਜਵਾਕ ਹੈਗੇ ਉਹ ਜ਼ਿੰਮੇਵਾਰ ਹੈਗੇ ਆ, ਉਹ ਨਹੀਂ ਪੜ੍ਹਦੇ, ਉਹਨਾਂ ਦੀ ਫੈਮਿਲੀ ਨਹੀਂ ਪੜ੍ਹਦੀ। ਅਸੀਂ ਤਾਂ ਠੀਕ ਹੈ ਯਾਰ, ਅਸੀਂ ਸਕੂਲ ਬਣਾਤੇ, ਅਸੀਂ ਟੀਚਰ ਲਾਤੇ, ਅਸੀਂ ਇਹਨਾਂ ਨੂੰ ਗੱਲਾਂ ਕਰਨੀਆਂ मतलब बुक्स देतियाँ, ਅਸੀਂ ਤਾਂ ਸਭ कुछ ठीक किया, ਹੁਣ ਜਵਾਕ ही नहीं पढ़ता। वाई नो डिटेंशन पॉलिसी वॉज इंट्रोड्यूस्ड? मेरे को इसका जवाब दे दो। बेवकूफ़ थे जिन्होंने राइट टू एजुकेशन एक्ट में नो डिटेंशन पॉलिसी लिखी है। बताओ अनमोल। सर नहीं, बट जो किसी फैमिली प्रॉब्लम करके स्कूल ही नहीं आ रहे, फिर उसके फिर उन्होंने एड्रेस करो ना यार। टीचर का कसूर टीचर नहीं, एजुकेशन सिस्टम का कसूर है ना, उन्होंने एड्रेस करो। ये आइडिया जो नो डिटेंशन पॉलिसी का आइडिया यही सीगा कि नंबर 1 बच्चा स्कूल आऊगा। अगर अज बच्चा फेल हो जाता है तो उन्हें पता है वो बच्चा कभी भी स्कूल नहीं जाऊगा, उन्हें आना ही नहीं स्कूल। उन्हें तुसी देखो कि जो फेल हो गया लेट से, वो दूजी क्लास फेल हो गया, चाइल्ड लेबर का जवाक है वो दो उन्हें किसी तरीके नाल स्कूल च पाया, वो बच्चा फेल हो गया, वो दोबारा की है तो लगता दोबारा स्कूल जाऊगा वो? दसो। तो ठीक है, मतलब वो पढ़ाओ ना फिर उन्होंने। तो जेडे बच्चे बाहर आ गए हो तो फिर जाएंगे नहीं कि आई कैन कोट लॉट ऑफ चाइल्ड लेबरर्स, लॉट ऑफ है ना थिंग्स जेडे कि इस करके नहीं जा रहे क्योंकि बच्चा फेल हो गया प्राइवेट स्कूलों हो गया तो छाड़ यार तू की पढ़ना है, तू तो चाइल्ड लेबर ही कर ला।
क्यों टीचर पढ़ा रहे, मैं सर्टिफिकेट तो नहीं दे रहा, फिर भी आ रहे हो ना ਤੁਸੀਂ? मैं कोई सर्टिफिकेट दे रहा थे? ड्रीम IAS सर्टिफिकेट दे रहा ਤੁਹਾਨੂੰ IAS कोर्स कंप्लीट ਕਰਨ ਦਾ। एक छोड़ो, सारे गल्ला छोड़ो, ऐसे दिल की बातें करते हैं, ठीक है? दिमाग की बातें नहीं करनी, दिल की बात ये है कि अगर टीचर अच्छा है, अगर स्कूल अच्छा है, अगर एजुकेशन सिस्टम अच्छा है, अगर उसको नौकरियां छोड़ दो, सर्टिफिकेट छोड़ दो, सब फालतू बातें छोड़ दो। एजुकेशन का लॉजिक ये था ही नहीं नौकरियां सर्टिफिकेट देना, ये तो हमने बना लिया मॉडर्न कैपिटलिस्टिक सोसाइटी में कि सर्टिफिकेट चाहिए और नौकरी चाहिए। एजुकेशन का सिर्फ एक ही पर्पज़ है, और वो पर्पज़ है कि एक ह्यूमन बीइंग को, समझ गए ना, उसको एक नॉलेज देनी ताकि वो आने वाले समय में प्रॉब्लम से डील कर सके। जानवरों में एजुकेशन नहीं होती, जब है ना, जब हम हंटर गैदरर सोसाइटीज़ में थे तो वो अपने बच्चे को ट्रेन करते थे कि भाई आग ऐसे चलती है, क्योंकि जब तू आग चलाना सीखेगा ना तभी बचेगा डेंजर से। हम सीखे हैं, हमारा 2 बंदे मर गए, फिर तीसरे ने आग जला ली, अब तेरे को बता के जा रहे हैं कि आग ऐसे चलती है। ये सिस्टम है एजुकेशन का। एजुकेशन का ये सिस्टम है कि एक सिविलाइज सोसाइटी के अंदर कैसे रहना है, क्योंकि अगर एजुकेशन नहीं होगी तो हम सिविलाइज सोसाइटी में रहने के लिए मुश्किल हो जाएगी हमारे के लिए। डेंजर से कैसे बचना है, हमने एक मॉडर्न डेंजर्स डेवलप कर रखे हैं हर जगह के ऊपर, ड्रग्स, कुछ भी लगा लो। वी हैव टू एजुकेट द सोसाइटी दैट दीज आर बैड थिंग्स एंड दीज आर गुड थिंग्स। यू हैव टू फॉलो साइंस, गुड थिंग, यू डोंट हैव टू फॉलो ड्रग्स, बैड थिंग। एजुकेशन का लॉजिक इज नॉट इंस्ट्रूमेंटल, इट इज इंट्रिंसिक, इट इज इंट्रिंसिक। द आइडिया ऑफ एजुकेशन आज से 200 साल पहले, 300 साल पहले, जब इंडस्ट्रियल सोसाइटीज़ नहीं होती थी अनमोल, है ना, जब जॉब्स का कंसेप्ट ही नहीं होता था दुनिया के अंदर, तब भी तो एजुकेशन होती थी ना। और उसका रीज़न क्या होता था? उसका रीज़न होता था कि भाई तू तैयार हो जा आने वाले समय के लिए, कि तेरे को कैसे चीज़ों को देखना है। तो वो सिस्टम तब होता था जब गुरु शिष्य परंपरा होती थी, और गुरु अच्छा होता था और शिष्य उसके पास आता था बिना किसी कोई फेलियर, कुछ नहीं, बिना उसके आता था कि आज मेरे को जाना है सर के पास, ये अच्छा पढ़ा रहा है, मज़ा आ रहा है, अच्छा लग रहा है। अब क्या हुआ कि नो डिटेंशन पॉलिसी क्यों इंट्रोड्यूस की गई? ताकि बर्डन ऑफ द एजुकेशन शुड नॉट शिफ्ट फ्रॉम द एजुकेशन सिस्टम टुवर्ड्स अ स्टूडेंट। उसका क्या कसूर है यार? उसकी फैमिली का कसूर है, उसकी फैमिली को सेट करो। स्कूल का कसूर है, स्कूल को सेट करो। लेकिन चलो फिर वही बात है, फिर प्रैक्टिकल बात तो होती है, फिर प्रैक्टिकल इम्प्लीमेंटेशन होता ही है, फिर सोसाइटी प्रैक्टिकल बोलती है, फिर वो प्रैक्टिकल बोल के अब ये नो डिटेंशन पॉलिसी को ख़त्म कर रहे हैं वो ख़त्म। आपकी बात मान ली सबकी, प्रैक्टिकल वालों की, खुश रहो सारे। नहीं सर, एक्चुअली इट शुड नॉट बी, यू नो, इरेडिकेटेड साडी। इट शुड नॉट बी इरेडिकेटेड। That person that she was working in a lady and उधर बच्चा सीखे, she said कि वो 5th च फेल हो गया, और वो फेलियर तो इतना ज़्यादा वो होया कि उसका चलो वो नहीं होया। तो ਇਹ ਕਿਉਂ ਆਪਾਂ ਚਲੋ ਛੱਡੋ ਇਹਨੂੰ ਪ੍ਰੈਕਟੀਕਲ ਗੱਲ ਨੂੰ, ਤੁਸੀਂ ਮੈਨੂੰ ਅਨਮੋਲ ਇੱਕ ਗੱਲ ਦੱਸ ਦਿਓ ਕਿ ਵਾਈ ਇਟ ਵਾਸ ਇੰਟਰੋਡਿਊਸਡ। सर जी मैं नहीं आइडियल बनाना फिर पॉलिसी ਨਹੀਂ, ਵਾਈ ਇਟ ਵਾਸ ਇੰਟਰੋਡਿਊਸਡ। कि बच्चों की स्कूल अटेंडेंस इंक्रीज होवे और आगे बढ़े। हाँ, है ना, वही रीज़न है ना इंट्रोडक्शन का। कोई ना कोई था, साइकोलॉजिस्ट वर कंसल्टेड बिफोर RTE वाज पास्ड, चाइल्ड साइकोलॉजिस्ट, प्रैक्टिकल। वी फॉलो अ लैडर अप्रोच इन आवर स्कूल। लैडर अप्रोच है अपनी, वी डोंट फॉलो लैडर अप्रोच का मतलब कि ये फर्स्ट क्लास, सेकंड क्लास, थर्ड क्लास, फोर्थ क्लास, फिफ्थ क्लास, लैडर अप्रोच ना फॉलो करते हैं। वंस यू डोंट क्लियर अ क्लास, यू स्लिप फ्रॉम द लैडर एंड देन यू आर नॉट गोइंग टू गो अप द लैडर। वी डोंट फॉलो द आइडिया ऑफ कॉम्प्रीहेंसिव एजुकेशन। कॉम्प्रीहेंसिव एजुकेशन का मतलब होंदा है दैट एक स्किल चक लो एंड उस स्किल नू पूरा ट्रेन कर दो उस बच्चे नू, एंड इट शुड नॉट बी लाइक फर्स्ट क्लास और सेकंड क्लास। गुरु जिहड़ा ये मकौले ने सिस्टम बनाया है ना, ये सिस्टम दे आपां विक्टिम्स हैं, बिकॉज उन्हां दे एरिया च हुंदा सी वो सिस्टम। अपनी वैदिक दे विच की तुसीं देखो, अर्जुना ते जिहड़ी ओह द्रोणाचार्य दी कहानी है, द्रोणाचार्य ने अर्जुना नू कहा कि बई मैनू दिखदा है कि तू बहुत तकड़ा आर्चर बनेगा, एंड उन्होंने कोई मैथ्स फिजिक्स नहीं पढ़ा रहा, वो आर्चरी सिखा रहा है कि बस तू मेरे को सवेरे सवेरे आया कर, तेन आर्चरी सिखाऊंगा एंड शाम तक तू आर्चरी करके जाया करेगा। फोकस किया है, कॉम्प्रीहेंसिव एजुकेशन केयर ते फोकस किया है।
सो दैट वॉज द आइडिया ऑफ इंडियाज एजुकेशन, नॉट दिस एजुकेशन सिस्टम के पहली क्लास च दूजी क्लास चले जाओ, दूजी तीजी फिर वापस आ जाओ, वापस आंदा उठता ही नहीं दोबारा। वो समझ गए? चल समझे नहीं समझे मैनू नहीं पता, पर ਜਿਹੜਾ ਇਹ ਫੇਲੀਅਰ ਵਾਲਾ ਪਾਸ ਵਾਲਾ ਸਿਸਟਮ ਹੈ ਨਾ, ਇਹਦੇ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਹੈ ਚੀਟਿੰਗ ਦੀ। ਇਹ ਜਿਹੜੀ ਚੀਟਿੰਗ ਹੁੰਦੀ ਹੈ ਇਸੇ ਕਰਕੇ ਹੁੰਦੀ ਹੈ ਕਿ ਪਾਸ ਫੇਲ ਹੋ ਰਿਹਾ। ਤੁਸੀਂ ਦੇਖਿਆ 12th ਫੇਲ ਕਿਵੇਂ ਚੀਟਿੰਗ ਹੋ ਰਹੀ ਸੀ? ਆ ਇੱਥੇ ਵੀ ਮੁੰਡਾ ਕੁੜੀ ਬਣ ਕੇ ਚਲਾ, ਕੁੜੀ ਮੁੰਡਾ ਸਰ ਪਰ ਇਹ ਟੀਚਰਸ ਦੀ ਕੰਪੀਟੈਂਸੀ ਤਾਂ ਨਹੀਂ ਹੈਗਾ ਵਿੱਚ? ਹੈਗਾ, ਬਿਲਕੁਲ ਹੈਗਾ। ਤੁਸੀਂ ਬਿਮਾਰੀ ਨੂੰ ਤੁਸੀਂ ਸ਼ਿਫਟ ਉੱਧਰਲੀ ਸਾਈਡ ਕਰ ਰਹੇ ਹੋ, ਤੁਸੀਂ ਟੀਚਰਸ ਦੀ ਟ੍ਰੇਨਿੰਗ ਕਰੋ। ਟੀਚਰ ਦੀ ਜ਼ਿੰਮੇਵਾਰੀ, ਟੀਚਰ ਪੈਸੇ ਸੈਲਰੀ ਲੈਂਦੀ ਹੈ, ਟੀਚਰ ਦੇ ਵੀ ਇਸ਼ੂਜ਼ ਨੂੰ ਐਡਰੈਸ ਕਰੋ, ਉਹਨਾਂ ਨੂੰ ਵੀ ਇਸ਼ੂਜ਼ ਨੂੰ ਐਡਰੈਸ ਕਰੋ, ਉਹਨਾਂ ਨੂੰ ਵੀ ਪੱਕੇ ਕਰੋ। ਅ ਗੁੱਡ ਟੀਚਰ ਸ਼ੁੱਡ ਬੀ ਮੇਡ ਗੁੱਡ। ਜਿਵੇਂ ਇੱਕ ਮੂਵੀ ਆਈ ਸੀ ਹਿਚਕੀ ਆਈ ਸੀ, ਹਾਂ। ਉਸ ਦੇ ਵਿੱਚ ਉਹ ਦਿਖਾਉਂਦਾ ਹੈ ਕਿ ਇੱਕ ਅੱਡ ਸੈਕਸ਼ਨ ਹੁੰਦਾ ਜਿਹਦੇ ਵਿੱਚ ਸਾਰੇ ਜਿਹੜਾ ਸਕੂਲ ਬੰਦ ਹੋਇਆ ਹੁੰਦਾ ਗਰੀਬ ਬੱਚਿਆਂ ਦਾ, ਉਹ ਸਾਰੇ ਉਹਨੂੰ ਪੜ੍ਹਾਉਂਦੀ ਆ ਇੱਕ ਸੈਕਸ਼ਨ ਚ ਕਰਕੇ। ਉਹਨਾਂ ਨੇ ਤਾਂ ਪੜ੍ਹਨਾ ਹੀ ਨਹੀਂ ਹੈ। ਬਿਲਕੁਲ ਸਹੀ ਹੈ, ਤਾਂ ਸਾਰੇ ਖਰਾਬ ਕਰਨਗੇ, ਤਾਂ ਕਰਕੇ ਈ ਸੈਕਸ਼ਨ ਕਰ ਦਿਓ, ਇੱਕ ਅੱਡ ਵੀ ਇਹਨਾਂ ਨੂੰ ਪੜ੍ਹਾ। ਬਿਲਕੁਲ ਸਹੀ ਹੈ। ਨਾ ਹੀ ਉਹ ਸਕੂਲ ਆਉਂਦੇ ਸੀ, ਨਾ ਹੀ ਨਾ ਉਹ ਤੋਂ ਬਾਅਦ ਉਹ ਸਾਰੇ ਆਉਣ ਵੀ ਲੱਗ ਗਏ। ਉਹ ਸਾਰੇ ਆਉਣ ਵੀ ਲੱਗਦੇ। ਇੱਕ- ਮਤਲਬ ਇਟ ਵਾਸ ਜਸਟ ਅਬਾਊਟ ਵਨ ਟੀਚਰ ਮੇਕਿੰਗ them ਅੰਡਰਸਟੈਂਡ ਕਿ ਇਟ ਇਜ਼ ਇੰਪੋਰਟੈਂਟ ਤੇ ਟਰੂ, ਵੈਰੀ ਟਰੂ। ਇੱਕ ਮੈਂ ਤੁਹਾਨੂੰ ਹੋਰ ਕੀ ਨਾਮ ਹੈ ਫਿਲਮ ਦੱਸ ਸਕਦਾ, ਠੀਕ ਹੈ, ਜਿਹੜੀ ਤੁਸੀਂ ਦੇਖ ਸਕਦੇ ਹੋ ਅਗਰ ਦੇਖਣਾ ਚਾਹੋ ਤਾਂ। ਉਸ ਤੋਂ ਬਾਅਦ ਪਾਸ ਵੀ ਆਈ ਇਸ ਮੋਰ ਦੈਨ ਬਾਕੀ ਜਿਹੜੇ ਬੱਚੇ ਸੀ ਉਹਨਾਂ ਤੋਂ ਜ਼ਿਆਦਾ ਬੈਟਰ ਮਾਰਕਸ। ਬੈਟਰ ਹੋ ਗਏ ਸੀਗੇ, ਬਿਲਕੁਲ। ਇੱਕ ਮੂਵੀ ਹੈ ਡੈਡ ਪੋਇਟ ਸੁਸਾਇਟੀ, ਕਿਸੇ ਨੇ ਦੇਖੀ ਹੈ? ਟਰਾਈ ਕਰ ਲਿਓ ਦੇਖਣ ਦੀ ਅਗਰ ਮੌਕਾ ਮਿਲੇ, ਡੈਡ ਪੋਇਟ ਸੁਸਾਇਟੀ। ਇੱਕ ਹੋਰ ਫਿਲਮ ਹੈਗੀ ਹੈ ਫਰੀडम ਰਾਈਟਰਸ। ਟਾਈਮ ਨਹੀਂ ਹੈਗਾ ਸਰ, ਫਰੀडम ਰਾਈਟਰਸ, ਫਰੀडम ਰਾਈਟਰਸ, ਡੈਡ ਪੋਇਟ ਸੁਸਾਇਟੀ। ਇੱਕ ਹੋਰ ਫਿਲਮ ਹੈਗੀ ਗੁੱਡਵਿਲ ਹੰਟਿੰਗ, देखिए किसी ने सुने नाम है? ਹੁਣੇ ਬੋਲੇ ਮੈਂ। ਗੁੱਡਵਿਲ ਹੰਟ, ਰੌਬੀ ਵਿਲੀਅਮਸ। ਫਰੀडम ਰਾਈਟਰਸ ਦਾ ਵੀ ਉਹੀ ਕਨਸੈਪਟ ਹੈ ਮਹਿਕ, ਜਿਹੜਾ ਤੁਸੀਂ ਹਿਚਕੀ ਕਿਹਾ ਨਾ, ਹਿਚਕੀ ਐਕਚੁਅਲੀ ਫਰੀडम ਰਾਈਟਰਸ ਤੋਂ ਇਨਸਪਾਇਰਡ ਹੈ। ਉਹਦੇ ਵਿੱਚ ਵੀ ਕੀ ਹੁੰਦਾ, ਆਏ ਨਾ ਬਲੈਕਸ ਜਿਹੜੇ ਹੁੰਦੇ ਉਹਨਾਂ ਨੂੰ ਕੋਈ ਨਹੀਂ ਪੜ੍ਹਾ ਰਿਹਾ ਹੁੰਦਾ। ਬਲੈਕਸ ਆਉਂਦੇ ਨਹੀਂ ਕਿ ਸਕੂਲਾਂ 'ਚ ਆਉਂਦੇ ਨਹੀਂ, ਗੁੰਡਾਗਰਦੀ ਕਰਦੇ ਆ, ਠੀਕ ਹੈ। ਜਿਹੜਾ ਵੀ ਟੀਚਰ ਆਉਂਦਾ ਉਹਦੀ ਬੇਇੱਜ਼ਤੀ ਕਰਕੇ ਭਜਾ ਦਿੰਦੇ ਉਹਨੂੰ, ਕੋਈ ਨਹੀਂ ਪੜ੍ਹਦੇ, ਫੇਲ ਹੋ ਜਾਂਦੇ ਆ, ਉੱਥੇ ਬੈਠੇ ਰਹਿੰਦੇ ਆ। ਤੋ ਇੱਕ ਟੀਚਰ ਆਉਂਦੀ ਹੈ, ਫਿਰ ਸਾਰੇ ਉਹ ਬੇਸਿਕਲੀ ਕੌਣ ਹੁੰਦੇ ਆ, ਉਹ ਜਿਹੜੇ ਹੁੰਦੇ ਨੇ ਜਿਹੜੇ ਆਪਣੇ ਕੈਦੀ ਹੁੰਦੇ ਨਾ, ਕੈਦੀਆਂ ਦੇ ਜਵਾਕ ਹੁੰਦੇ ਆ ਉਹ ਸਾਰੇ ਦੇ ਸਾਰੇ। ਉਹ ਸਾਰਿਆਂ ਨੂੰ ਪੜ੍ਹਾਉਣ ਲਈ ਇੱਕ ਸਰਕਾਰ ਇੱਕ ਸਕੀਮ ਲਾਂਚ ਕਰਦੀ ਹੈ ਕਿ ਪ੍ਰਿਜ਼ਨਰਸ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਵੀ ਸਕੂਲ ਹੋਣਾ ਚਾਹੀਦਾ, ਉਹਨਾਂ ਨੂੰ ਐਜੂਕੇਟ ਕਰਾਂਗੇ ਤਾਂ ਹੀ ਪ੍ਰਿਜ਼ਨਸ ਜਿਹੜੇ ਬੰਦ ਹੋਣਗੇ। ਇਹ ਬਹੁਤ ਪੁਰਾਣੀ ਕਹਾਵਤ ਹੈ, ਇਫ ਯੂ ਓਪਨ ਅ ਸਕੂਲ ਯੂ ਕਲੋਜ਼ ਅ ਪ੍ਰਿਜ਼ਨ। ਲੇਕਿਨ ਉਹ ਪ੍ਰਿਜ਼ਨ ਦੇ ਬੰਦਿਆਂ ਨੂੰ ਬੁਲਾ ਕੇ ਉਹ ਹੱਸੀ ਮਜ਼ਾਕ ਉਡਾਈ ਜਾਂਦੇ, ਟੀਚਰ ਦੀ ਬੇਇੱਜ਼ਤੀ ਕਰੀ ਜਾਂਦੇ ਹੁੰਦੇ ਆ। ਇਹੋ ਜਿਹਾ ਹੀ ਕੁਛ ਹੈ ਨਾ ਹਿਚਕੀ ਦੇ ਵਿੱਚ। ਉਹ ਫਿਰ ਉਹ ਟੀਚਰ ਜਿਹੜੀ ਆਉਂਦੀ ਹੈ ਪੜ੍ਹਾਉਣ ਦੀ ਕੋਸ਼ਿਸ਼ ਕਰਦੀ ਹੈ, ਪਹਿਲੇ ਦਿਨ ਉਹਦੀ ਦੱਬ ਕੇ ਬੇਇੱਜ਼ਤੀ ਕਰਦੇ। ਉਹ ਦੁਬਾਰਾ ਉਹ ਕੋਸ਼ਿਸ਼ ਕਰਦੀ ਹੈ ਕਿ ਨਹੀਂ ਮੈਂ ਪੜ੍ਹਾਉਂਗੀ, ਨਹੀਂ ਮੈਂ ਪੜ੍ਹਾਉਂਗੀ, ਇਹਨਾਂ ਨੂੰ ਮੈਂ ਸਮਝਾਉਂਗੀ। ਕਿਉਂਕਿ ਉਹਨਾਂ ਨੂੰ ਬੱਚਿਆਂ ਨੂੰ ਮਤਲਬ ਸਪੈਸ਼ਲ ਫੀਲ ਕਰਾਉਂਦੇ ਆ, ਸਪੈਸ਼ਲ ਫੀਲ ਕਰਾਉਂਦੇ ਆ। ਯੂ ਕੈਨ ਡੂ ਇਟ। ਜਿਹਦੇ ਵਿੱਚ ਕੁਝ ਨਾ ਕੁਝ ਮਤਲਬ ਹਰੇਕ ਦੇ ਵਿੱਚ ਕੋਈ ਨਾ ਕੋਈ ਇਸ਼ੂ ਹੈ, ਇਸ਼ੂ ਵੀ ਹੈ ਤੇ ਮਤਲਬ ਇੱਕ ਨਾ ਇੱਕ ਟੈਲੈਂਟ ਵੀ ਹੈ। ਬਿਲਕੁਲ ਸਹੀ ਹੈ, ਕਿਸੇ ਨੂੰ ਰਿਅਲਾਈਜ਼ ਕਰਾਉਂਦੇ ਕਿ ਯੂ ਆਰ ਵੈਰੀ ਗੁੱਡ ਇਨ ਕੈਲਕੂਲੇਸ਼ਨ, ਬਿਲਕੁਲ ਸਹੀ ਹੈ। ਯੂ ਕੈਨ ਡੂ ਗੁੱਡ ਇਨ ਮੈਥਸ, ਯੂ ਕੈਨ ਡੂ ਗੁੱਡ ਮੈਥ, ਤੂੰ ਕਰਨਾ ਨਹੀਂ ਚਾਹੁੰਦਾ। ਬਿਲਕੁਲ। ਉਹਨਾਂ ਦੇ ਵਿੱਚ ਕੀ ਹੁੰਦਾ, ਫਰੀडम ਰਾਈਟਰਸ ਮੈਂ ਸਾਰਿਆਂ ਨੂੰ ਦੱਸਦਾ, ਬੜਾ ਅੱਛਾ ਹੁੰਦਾ। ਉਹਨਾਂ ਵਿੱਚ ਵੀ ਇਦਾਂ ਦਾ ਇਸ਼ੂ ਹੁੰਦਾ। ਉਹਨਾਂ 'ਚ ਇੱਕ ਹੋਰ ਮੁੱਦਾ ਹੁੰਦਾ ਕਿ ਉਹਨਾਂ 'ਚ ਬਲੈਕ ਵਾਈਟਸ ਦੇ ਵਿੱਚ ਆਪਸ 'ਚ ਬਹੁਤ ਲੜਾਈ ਹੁੰਦੀ ਹੈ, ਅਤੇ ਉਹ ਵਾਈਟਸ ਨੂੰ ਦੇਖ ਨਹੀਂ ਸਕਦੇ, ਅਤੇ ਉਹ ਮਤਲਬ ਦੇ ਆਰ ਆਲਵੇਜ਼ ਲਾਈਕ ਇਹਨੂੰ ਮਾਰ ਦਾਂਗੇ, ਜੇ ਕਰ ਦਾਂਗੇ। ਫਿਰ ਨਾ ਉਹ ਕੀ ਕਰਦੀ ਹੈ, ਉਹ ਕਹਿੰਦੀ ਅੱਜ ਮੈਂ ਤੁਹਾਨੂੰ ਇੱਕ ਮਿਊਜ਼ੀਅਮ ਦਿਖਾ ਕੇ ਲਿਆਉਂਗੀ। ਐਂਡ ਉਹ ਮਿਊਜ਼ੀਅਮ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀਆਂ ਤੁਸੀਂ ਰੇਸ ਡਿਸਕ੍ਰਿਮੀਨੇਸ਼ਨ ਕਰਦੇ ਹੋ, ਮੈਂ ਕੁਛ ਨਹੀਂ ਕਰੂੰਗੀ, ਬਸ ਆਪਾਂ ਫਿਲਮ ਦੇਖਾਂਗੇ ਮਿਊਜ਼ੀਅਮ 'ਚ ਜਾ ਕੇ। ਚੱਲੀ ਲੈ ਜਾਂਦੀ ਹੈ ਸਾਰਿਆਂ ਨੂੰ। ਉਹ ਆਪਸ ਦੇ ਵਿੱਚ ਆਏ ਕਿ ਆਹ ਵਾਈਟ ਛੋਟਾ ਹੈ, ਵੱਡਾ ਹੈ, ਬਲੈਕ ਛੋਟਾ, ਇੱਦਾਂ ਦੀਆਂ ਗੱਲਾਂ ਕਰਦੇ ਹੁੰਦੇ ਹਿੰਦੂ ਮੁਸਲਮਾਨ, ਜਿਵੇਂ ਆਪਾਂ ਨਹੀਂ ਕਰਦੇ ਅੱਪਰ ਕਾਸਟ ਲੋਕ, ਉਵੇਂ ਇੱਕ ਦੂਜੇ ਨੂੰ ਗਾਲਾਂ ਕੱਢੀ ਹੁੰਦੇ, ਮਾਰੀ ਜਾਂਦੇ, ਕੁੱਟੀ ਜਾਂਦੇ ਹੁੰਦੇ ਆ। ਉਹ ਲੈ ਜਾਂਦੀ ਹੈ ਫਿਲਮ ਦਿਖਾਉਣ, ਮਿਊਜ਼ੀਅਮ ਦਿਖਾਉਣ। ਮਿਊਜ਼ੀਅਮ ਹੁੰਦਾ ਦ ਮਿਊਜ਼ੀਅਮ ਆਫ ਨਾਜ਼ੀਜ਼। ਨਾਜ਼ੀਜ਼ ਦਾ ਮਿਊਜ਼ੀਅਮ ਹੁੰਦਾ ਹੈ, ਜਿਹਦੇ 'ਚ ਹਿਟਲਰ ਨੇ ਸਾਰੇ ਕੌਨਸੈਂਟਰੇਸ਼ਨ ਕੈਂਪਸ ਕਿਵੇਂ ਬਣਾਏ, ਕਿਵੇਂ ਉਹਨੇ ਜਿਊਜ਼ ਦੇ ਖਿਲਾਫ ਡਿਸਕ੍ਰਿਮੀਨੇਸ਼ਨ ਕੀਤੀ,
ਕਿਵੇਂ ਉਹਨੇ ਆ ਸਾਰਾ ਸਿਸਟਮ ਕੀਤਾ, ਉਹ ਸਾਰੇ ਦੇ ਉੱਪਰ ਇੱਕ ਪੂਰੀ ਇੱਕ ਮਿਊਜ਼ੀਅਮ ਬਣਿਆ ਹੁੰਦਾ ਜਿਸ 'ਚ ਪਿਕਚਰਸ, ਫੋਟੋਜ਼, ਜਿਊਜ਼ ਦੀਆਂ ਫੋਟੋਜ਼ ਲੱਗੀਆਂ ਹੈ ਕਨਸੈਂਟਰੇਸ਼ਨ ਕੈਂਪਸ ਦੇ ਵਿੱਚ। ਐਂਡ ਇੱਕ ਵੀਡੀਓ ਚੱਲਦੀ ਹੈ 30 ਮਿੰਟਸ ਦੀ, ਐਂਡ ਉਸ ਵੀਡੀਓ ਦੇ ਵਿੱਚ ਉਹ ਸਾਰੇ ਵੀਡੀਓ ਦੇਖਦੇ ਆ। ਉਹ ਕਹਿੰਦੀ ਬਸ ਮੈਂ ਵੀਡੀਓ ਔਨ ਕਰਕੇ ਜਾ ਰਹੀ ਹਾਂ ਬਾਹਰ ਮਿਲਦੇ ਹਾਂ ਆਪਾਂ। ਬਾਹਰ ਆਉਂਦੀ ਹੈ, ਐਵਰੀਬਡੀ ਲੀਵਸ ਦ ਰੂਮ ਕ੍ਰਾਈਂਗ, ठीक है। And that day they realize that why racial discrimination is bad. It is all about education. ऐसे क्यों हम हार मान गए बच्चों के लिए, समझ गए? हम तो हार ही मान गए ना बच्चों के लिए कि बच्चों का तो कुछ हो ही नहीं सकता यार, इनकी तो फैमिली है, इनका तो चाइल्ड लेबर है, इनका तो फलाना है, इनका तो ये है। हम तो हार ही मान गए, एज एन एजुकेशन सिस्टम हम हार मान गए कि इनका तो कुछ हो ही नहीं सकता। ये पढ़ते नहीं है इसलिए फेलियर पास लेके आओ, तो हम हार मान गए। बस हमने हार मान ली, इसीलिए हम अब प्रैक्टिकल चीज़ों की बातें करते हैं। अब हम बोलते हैं पास फेल होगा फिर ही तू पढ़ेगा, अदरवाइज तू। और ये जो सोसाइटी है किसके लिए है? सिर्फ पढ़े पास वालों के लिए, फेलियर्स के लिए यहाँ पे कोई जगह नहीं है। ਤੁਸੀਂ ਉਹ ਵੀ ਇੱਕ ਹੋਰ ਮੂਵੀ ਦੱਸ ਦੇਣਾ ਤੁਹਾਨੂੰ ਕਿ ਮੂਵੀ ਆ ਬੜੀਆ ਦੇਖਦੇ ਹੋ। ਛਿਛੋਰੇ ਦੇਖੀ ਹੈ ਕਿਸੇ ਨੇ? ਸੁਸ਼ਾਂਤ ਸਿੰਘ ਰਾਜਪੂਤ ਦੀ। ਉਹਦਾ ਵੀ ਇਹੀ ਕਿਤੇ ਨਾ ਕਿਤੇ ਲੌਜਿਕ ਹੈ ਕਿ ਕੰਪੀਟੀਸ਼ਨ ਐਗਜ਼ਾਮ ਜਿਹੜੇ ਫੇਲ ਹੁੰਦੇ ਉਹਨਾਂ ਦਾ ਕੀ, ਉਹ ਕਿੱਥੇ ਜਾਣ? ਉਹ ਸੁਸਾਈਡ ਕਰਨ ਲੱਗਦਾ ਹੋਏ, ਉਹਦਾ ਇੱਕ ਹੁੰਦਾ ਉਹਦਾ ਹੈ ਨਾ ਬੇਟਾ ਹੁੰਦਾ IIT। ਇਹ ਪਾਸ ਫੇਲ ਦੀ ਗੇਮ 'ਚ ਇਕੱਲੀ ਚੀਟਿੰਗ ਨਹੀਂ ਹੁੰਦੀ, ਸੁਸਾइड्स भी ਹੁੰਦੇ ਆ। हमें समाज के सामने पास होना है, उसके लिए हम कुछ भी करेंगे, हम सुसाइड भी कर लेंगे कि भाई मैं तो पास हो ही नहीं रहा, मैं सुसाइड कोटा च की होंदा है। आई एम अ लूजर डॉटर, ये वो, ये बहुत अनफॉर्चुनेट है ये पूरा का पूरा सिस्टम। 3 इडियट्स देखा नहीं, प्रेशर, वो कहता प्रेशर इधर नहीं था, इधर था प्रेशर, तब करके सुसाइड कर गया वो। इतना प्रेशर है पूरी गेम का। देखो फिल्म इन्होंने भी देखी हैं, सुपर 30। हाँ, मेरा पॉइंट समझ रहे हो तुसी? मैं देखो मैं फिलोसफिकल गल ही करूँगा, जो मैं आया हूँ पढ़ा रहे हैं तो फिलोसफिकल गल ही करूँगा मैं। ये नो डिटेंशन पॉलिसी ਨੂੰ इंट्रोड्यूस ਕਰਨ ਦਾ ਰੀਜ਼ਨ ਚਾਈਲਡ ਸਾਈਕੋਲੋਜਿਸਟ ਨੂੰ ਕੰਸਲਟ ਕਰਨ ਤੋਂ ਬਾਅਦ ਕੀਤਾ ਗਿਆ ਸੀ। ਇਟ ਵਾਸ ਨਾਟ ਲਾਈਕ ਕਿ ਬਸ ਇਨ ਦਾ ਉਹ ਕਰਤਾ। ਹੁਣ ਓਬਵੀਅਸ ਵੀ ਗੱਲ ਹੈ, ਇਸ ਨੋ ਡਿਟੈਂਸ਼ਨ ਪੋਲਿਸੀ ਦੇ ਵਿੱਚ ਬੜੀਆਂ ਪ੍ਰੋਬਲਮਸ ਆਉਣਗੀਆਂ ਹੀ ਆਉਣਗੀਆਂ। ਜਦੋਂ ਵੀ ਕੋਈ ਤੁਸੀਂ ਨਵੀਂ ਬ੍ਰੇਕ ਥਰੂ ਚੀਜ਼ ਕਰਦੇ ਹੋ, ਪ੍ਰੋਬਲਮਸ ਆਉਂਦੀਆਂ ਹੀ ਆਉਂਦੀਆਂ। ਬੱਚੇ ਫੇਲ ਹੋ ਰਹੇ ਹੈ, ਜਿਹੜੇ ਬੱਚੇ ਫੇਲ ਨਹੀਂ ਹੋ ਰਹੇ ਉੱਪਰ ਜਾ ਰਹੇ ਹੈ, ਇਸ ਕਰਕੇ ਕੁਆਲਿਟੀ ਆਫ ਐਜੂਕੇਸ਼ਨ ਪੂਅਰ ਹੋ ਰਹੀ ਹੈ। ਇਸ ਕਰਕੇ ਜਦੋਂ ਆਪਣੇ ਇੰਡੈਕਸਿਸ ਆਉਂਦੇ ਆ ਜਿਹਦੇ ਵਿੱਚ ਆਪਣਾ ਲਿਟਰੇਸੀ ਰੇਟ ਜਾਂ ਫਿਰ ਜੋ ਵੀ ਇੰਡੈਕਸਿਸ ਆ ਰਹੇ ਕਿ ਆਪਣਾ ਦੇਸ਼ ਐਜੂਕੇਸ਼ਨ ਇੰਡੈਕਸ ਦੇ ਵਿੱਚ ਨੀਚੇ ਹੈ, ਫਲਾਣਾ ਢਮਕਾਣਾ ਯੂਨੀਵਰਸਿਟੀ ਉੱਪਰ ਨਹੀਂ ਹੈ, ਰੈਂਕ ਹੀ ਨਹੀਂ ਆਉਂਦੇ ਆਪਣੇ, ਤਾਂ ਸਾਰੀ ਚੀਜ਼ਾਂ ਅਲਟੀਮੇਟਲੀ ਕਿਸ 'ਤੇ ਆ ਕੇ ਗਿਰ ਜਾਂਦੀਆਂ? ਬੱਚੇ ਦੇ ਮੋਢਿਆਂ 'ਤੇ ਕਿ ਇਹ ਨਹੀਂ ਪੜ੍ਹਦਾ। ਬਹੁਤ ਈਜ਼ੀ ਹੈ ਯਾਰ, ਉਸ ਬੰਦੇ 'ਤੇ ਗੱਲ ਪਾ ਦਿਓ ਜਿਹੜਾ ਬੰਦਾ ਕੋਈ ਵੌਇਸ ਹੀ ਨਹੀਂ ਹੈਗੀ ਪਾਰਲੀਮੈਂਟ 'ਚ ਉਹਦੀ। ਹਾਂਜੀ ਸਰ, CBSE ਨੇ ਜਿਹੜਾ ਓਪਨ ਬੁੱਕ ਐਗਜ਼ਾਮ ਕਨਸੈਪਟ ਕੀਤਾ ਹੈ ਜੀ, ਉਹ ਇਸੇ ਦੇ ਆਧਾਰ ਤੇ, ਇਸੇ ਚੀਜ਼ ਦੇ ਆਧਾਰ ਤੇ ਹੈ। ਕੁਝ ਇਦਾਂ ਦੇ ਹੈਗੇ ਐਕਟੀਵਿਟੀਜ਼ ਹੀ ਹੈ। I hope you're getting the point, sir. It's very easy to blame the child on many things. ठीक है, बाकी तो आपके ओपीनियंस है, मेरा तो आपका ओपीनियन है। ये टीचर ਨੂੰ ਵੀ खुश रखना चाहिए, ਉਹਨੂੰ ਵੀ ਬਕਾਇਦਾ ਸੈਲਰੀ ਮਿਲੇ, ਉਹਨੂੰ ਵੀ ਪੱਕੇ ਕਰੋ, ਉਹ ਵੀ ਖੁਸ਼ ਹੋ ਕੇ ਜਾਵੇ ਅੱਜ ਸਕੂਲ ਦੇ ਵਿੱਚ, ਉਹ ਦੁਖੀ ਹੋ ਕੇ ਨਾ ਜਾਵੇ, ਤभी ਉਹ ਪੜਾ ਪਾਏਗਾ। ਸਰ ਬਟ ਇਹ ਵੀ ਹੈ ਨਾ, ਜੇ ਉਹਨਾਂ ਨੂੰ ਪੱਕੇ ਕਰ ਦਿੰਦੇ ਉਹ ਬਿਲਕੁਲ ਹੀ ਲਥਾਰਜੀ ਹੋ ਜਾਂਦੇ ਕਾਲਜਿਸ ਵਿੱਚ ਵੀ। ਫਿਰ ਉਹਨੂੰ ਕੱਚੇ ਰੱਖੋ, ਜੋ ਵੀ ਹੈ। ਐਨੀਵੇਜ਼ ਜੋ ਵੀ ਉਹਨਾਂ ਦੇ ਪ੍ਰੋਬਲਮ ਏਰੀਆਜ਼ ਉਹਨਾਂ ਨੂੰ ਐਡਰੈਸ ਕਰੋ। ਕਲੀਅਰ ਹੈ? ਵੀ ਆਰ ਇਨਟੂ ਅ ਵਰਲਡ ਆਫ ਇੰਡੀਵਿਜੂਅਲ ਮੈਂਟਰਸ਼ਿਪ, 1 ਟੀਚਰ ਫॉर 1 ਸਟੂਡੈਂਟ। ਸਲਮਾਨ ਖਾਨ ਇੱਕ ਅਕੈਡਮੀ ਹੈ US ਦੀ, ਉਹ AI ਨੂੰ ਇੰਟੀਗ੍ਰੇਟ ਕਰ ਰਿਹਾ ਇਸ ਪੂਰੇ ਪ੍ਰੋਸੈਸ ਦੇ ਵਿੱਚ ਕਿ ਹਰ ਬੱਚੇ ਲਈ ਇੱਕ ਟੀਚਰ ਹੋਣਾ ਚਾਹੀਦਾ। ਗਰੁੱਪ ਜਿਹੜੀ ਅੱਜ ਮੈਂ ਪੜ੍ਹਾ ਰਿਹਾ ਨਾ, ਇੱਕ ਬੰਦਾ 40 ਬੰਦਿਆਂ ਨੂੰ ਪੜ੍ਹਾ ਰਿਹਾ, ਇਹ ਵੀ ਗਲਤ ਹੈ। ਹਾਈ ਰੇਸ਼ੀਓ तो राइट टू एजुकेशन एक्ट की लिखा है, लिखो 1:30 की रेशियो होगी, 1:30 की रेशियो। क्लास है, मैं घंटे तक कॉल करना, क्लास
ਲਾਸਟ ਟਾਈਮ ਮੈਂ ਘੰਟੇ ਤੱਕ ਕਾਲ ਕਰਨਾ। 1 ਮਿੰਟ ਮੈਂ ਕਾਲ 1 ਮਿੰਟ ਆ ਗਿਆ ਸਰ। 1 ਮਿੰਟ ਆ ਗਿਆ। ਹੈਲੋ ਕੀ ਕਹਿੰਦੇ ਮੈਂ ਕੀ ਲਿਖਿਆ ਸੀਗਾ ਅਪੋਜ਼ ਪ੍ਰਪੋਜ਼ ਡਿਸਪੋਜ਼ ਹੈ ਨਾ। तो पार्लियामेंट का लॉजिक ये है you propose you oppose and the parliament is going to dispose। वन इज टू 30 रेशियो होनी चाहिए कि नहीं। फिर एक होर चीज़ ਇਹਦੇ ਵਿੱਚ ਕਿਹਾ ਕਿ ਜਿਹੜੇ ਪ੍ਰਾਈਵੇਟ ਸਕੂਲਸ ਹੈ ਪ੍ਰਾਈਵੇਟ ਸਕੂਲਸ ਵੀ ਆਪਦੀ ਟੋਟਲ ਸੀਟਾਂ ਦੇ 25% ਜਿਹੜੇ ਹੈ ਰਿਜ਼ਰਵ ਕਰਨਗੇ ਫॉर द EWS ਕੈਟਾਗਰੀ ਇਕਨੋਮਿਕਲੀ ਵੀਕਰ ਸੈਕਸ਼ਨਸ ਲਈ। ਸਮਝ ਗਏ। ਤਾਂ ਤੁਸੀਂ ਜ਼ਰੂਰ ਦੇਖਿਆ ਹੋਊਗਾ ਕਿ ਜਿਹੜੇ ਵਧੀਆ ਸਕੂਲਸ ਹੁੰਦੇ ਉਹਦੇ ਵਿੱਚ ਇੱਕ ਪੰਜਾਬੀ ਸਕੂਲ ਵੀ ਅਸੀਂ ਇੱਥੇ ਪੜ੍ਹਦੇ ਸੀਗੇ ਸਕੂਲ 'ਚ। ਤਾਂ ਇੱਕ ਸਕੂਲ ਹੁੰਦਾ ਸੀਗਾ ਪੰਜਾਬੀ ਮੀਡੀਅਮ। ਪੰਜਾਬੀ ਮੀਡੀਅਮ ਵਾਲੇ ਬੱਚੇ ਆ ਇਹ। ਹੁਣ ਤੁਸੀਂ ਦੇਖੋ ਸਾਡੇ ਐਜ਼ ਅ ਕਿਡ ਹੈ ਨਾ ਜਾਂ ਐਜ਼ ਅ ਸਟੂਡੈਂਟ ਸਾਡੇ ਦਿਮਾਗ 'ਚ ਗੱਲ ਪਾਈ ਗਈ ਸੀਗੀ ਬਾਈ ਈਅਰਸ ਆਫ ਤੁਸੀਂ ਕਹਿ ਲਓ ਕਿ ਹੈ ਨਾ ਬ੍ਰੇਨ ਵਾਸ਼ਿੰਗ ਕਿ ਦੀਸ ਪੰਜਾਬੀ ਮੀਡੀਅਮ ਵਾਲੇ ਜਿਹੜੇ ਹੈਗੇ ਇਹ ਸਹੀ ਨਹੀਂ ਹੈਗੇ, ਇਹ ਗੁੰਡੇ ਹੈ ਸਾਰੇ ਐਂਡ ਇਹਨਾਂ ਨਾਲ ਵਰਤਣਾ ਨਹੀਂ ਹੈਗਾ। ਤੋ ਜਦੋਂ ਵੀ ਕੋਈ ਪੰਜਾਬੀ ਮੀਡੀਅਮ ਸਕੂਲ ਦਾ ਕੋਈ ਬੱਚਾ ਆਉਂਦਾ ਸੀਗਾ ਤਾਂ ਸਾਡੇ ਦਿਲ 'ਚ ਉਹਨਾਂ ਲਈ ਇੱਕ ਛੋਟੀ ਜਿਹੀ डिस्क्रिमिनेशन ਹੁੰਦੀ सी। इट वॉज वेरी अनफॉर्चुनेट यार। एक छोटे से बच्चे को तुम ऐसी चीज़ें बता रहे हो, कौन बता रहा है, पीयर ग्रुप बता रहा है, कौन बता रहा है, वी डोंट नो। मैं भी खुद भी डिस्क्रिमिनेट करता सी एंड आई रिग्रेट कि मैं क्यों किया है। एवरी किड इज स्पैशल। तुसी हाँ एक बार देखो वो मूवी तारे ज़मीन पर जो रोना ना आ गया था लिटरली यू क्राई। 10 बारी देखी है, मेरी फेवरेट मूवी है। एक मूवी हो रहा है स्टैनली का डब्बा, वो भी बहुत सोहनी मूवी। मिड डे मील नहीं, चाइल्ड लेबर बहुत फिल्मां देखी मैं पर चंगियां ਚੱਜ ਦੀਆਂ ਫਿਲਮਾਂ ਜਿਹੜੀਆਂ ਜਿਹਦਾ ਕੋਈ ਹੈਲਪ ਹੁੰਦੀ ਸੀਗੀ ਕੋਈ ਸੋਸਾਇਟੀ ਇਹਦੇ ਵਿੱਚ। ठीक है। सो दिस इज ऑल अबाउट द राइट टू एजुकेशन। ਹੁਣ ਆ ਜਾਓ ਲੈट्स गो टू द नेक्स्ट आर्टिकल, आर्टिकल 22। ਹੁਣ ਆਨੇ ਜੀ आर्टिकल 22 ਦੇ ਉੱਪਰ। ਬਹੁਤ ਇੰਟਰਸਟਿੰਗ ਆਰਟੀਕਲ ਹੈ। ਕੱਲ ਸਾਰੇ ਜਾਣੇ ਨਾ ਕੀ ਨਾਮ ਹੈ ਆਪਣਾ ਕੈਪੀਟਲ ਪਨਿਸ਼ਮੈਂਟ ਤੇ ਪ੍ਰਿਪੇਅਰ ਕਰਕੇ ਆਣਗੇ। ਠੀਕ ਹੈ ਕਿ ਮੌਤ ਦੀ ਸਜ਼ਾ ਇਸ ਦੇਸ਼ 'ਚ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਜਿਵੇਂ ਅੱਜ ਤੁਸੀਂ ਯੂਥਨੇਸ਼ੀਆ ਦੇ ਕਰਕੇ ਆਏ ਸੀਗੇ ਉਸੇ ਤਰੀਕੇ ਨਾਲ ਕੱਲ ਕੈਪੀਟਲ ਪਨਿਸ਼ਮੈਂਟ ਤੇ ਪ੍ਰਿਪੇਅਰ ਕਰਕੇ ਆਉਂਗੇ ਕਿ ਵੈਦਰ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਉਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਜਜਮੈਂਟਸ ਐਂਡ ਉਹ ਸਾਰੀ ਚੀਜ਼ਾਂ ਨੂੰ ਵੀ ਇੰਟਰੋਡਿਊਸ ਕਰੋਗੇ ਤੁਸੀਂ। ਬਚਨ ਸਿੰਘ ਕੇਸ ਹੈਗਾ, ਹੋਰ ਵੀ 3-4 ਕੇਸਿਸ ਹੈਗੇ ਜਿਹਦੇ 'ਚ ਰੇਅਰੈਸਟ ਆਫ ਰੇਅਰ ਡਾਕਟਰਿਨ ਨੂੰ ਇੰਟਰੋਡਿਊਸ ਕੀਤਾ ਗਿਆ। ਉਹ ਸਾਰੀ ਚੀਜ਼ਾਂ ਵੀ ਤੁਸੀਂ ਯੂਟਿਲਾਈਜ਼ ਕਰੋਗੇ। तो आर्टिकल 22 ਤੇ आने ਆਪਾਂ। तो आर्टिकल 22 ਕੀ ਕਹਿੰਦਾ ਕੋਈ ਦੱਸ ਸਕਦਾ ਕੀ ਕਹਿੰਦਾ आर्टिकल 22? ਐਨੀਬਾਡੀ? ਹਾਂ ਹਿਮਾਂਸ਼ੂ। ਪ੍ਰੀਵੈਂਟਿਵ ਡਿਟੈਂਸ਼ਨ ਲਾਜ਼ ਨੇ ਸਰ ਇਹਦੇ ਵਿੱਚ। ਮਤਲਬ ਕੋਈ ਵੀ ਟੈਰਰ ਅਟੈਕ ਹੁੰਦਾ ਹੈ, ਕੁਝ ਵੀ ਹੁੰਦਾ ਹੈਗਾ, ਸ਼ੱਕ ਦੇ ਆਧਾਰ ਤੇ ਤੁਹਾਨੂੰ ਚੱਕ ਸਕਦੇ। ਉਸ ਤੋਂ ਪਹਿਲਾਂ ਕੀ ਕਹਿੰਦਾ? ਉਸ ਤੋਂ ਪਹਿਲਾਂ ਸਰ ਇਹ ਕਹਿੰਦਾ ਮਤਲਬ ਕਿ ਜਿਵੇਂ ਮੰਨ ਲਓ ਕੋਈ ਉਹ ਹੈਗਾ ਟੈਰਰ, ਉਹ ਹੈਗਾ ਟੈਰਰਿਸਟ ਹੈਗਾ, ਉਹ ਹੈਗਾ ਬੰਬ ਚੱਕੀ ਫਿਰਦਾ, ਬੰਬ ਚੱਕੀ ਫਿਰਦਾ, ਵੇਟ ਨਹੀਂ ਕਰਾਂਗੇ ਵੀ ਉਹ ਸੁੱਟੂ। ਉਸ ਤੋਂ ਪਹਿਲਾਂ ਕੀ ਕਹਿੰਦਾ?
ਅਰੈਸਟ ਕਰਨ ਦਾ ਕਾਰਨ without being any reason he cannot ਪ੍ਰੀਵੈਂਟਿਵ ਡਿਟੈਂਸ਼ਨ ਲੇਟਰ ਕਹਿੰਦਾ, ਪਹਿਲਾਂ ਕੀ ਕਹਿੰਦਾ ਹੈ? grounds of arrest must be told to that. और सेकेंडली अगर आज सपोज पुलिस वाला तुम्हें अरेस्ट करने आए, सिंपल फंडा है, ध्यान से सुनना है। अगर आज पुलिस वाला तुम्हें अरेस्ट करना आवे, सचिन तू बहुत फिल्म देखते हैं, तुम्हें अरेस्ट करना आया इस करके, तो पुलिस वाला आया तो तेन कहना अरेस्ट करना है तेनों, तो तेरे को की राइट्स होने चाहिए अरेस्ट तो बचने वास्ते, वो आर्टिकल 22 कहता है। समझ आया? सो पहला राइट ये होना चाहिए कि तू पुलिस वाले को पूछे कि मैनू किहड़े ग्राउंड से तुसीं अरेस्ट करना आए हो। वारंट है आपके पास, जिवें पुरानी फिल्म वारंट दिखा, ठीक है। तो पहला राइट की है तेरे को अरेस्ट करन तो पहला कि किहड़े ग्राउंड से मैनू तुसीं अरेस्ट करना आए हो। सो फर्स्ट इज़ ग्राउंड ऑन विच यू आर गोइंग टू बी अरेस्टेड। सैकेंड राइट तेरे को यह है कि मैनू नीयरेस्ट मैजिस्ट्रेट के सामने 24 घंटिया के अंदर अंदर प्रजेंट करना पऊगा, एंड ये जर्नी टाइम इंक्लूडेड है। नीयरेस्ट मैजिस्ट्रेट इंक्लूडेड जर्नी टाइम, समझ गए? इंक्लूडिंग जर्नी टाइम। तो लेट्स से कि तुहानू अरेस्ट किया मैं, एंड नीयरेस्ट मैजिस्ट्रेट जिहड़ा हैगा उहदे कोले 24 घंटिया के अंदर अंदर तुहानू पेश करना पऊगा। इहनू जिहड़ा टाइम ऑफ ट्रैवल है वो भी इंक्लूड किया गया है। नहीं इंक्लूडेड है, गूगल सर्च करियो। इंक्लूडेड है एक्सक्लूडेड है? इंक्लूडेड है, देख लो, गूगल सर्च करके देखो। तो जर्नी टाइम की है? इंक्लूडेड है, ठीक है। अगर तुहानू 24 घंटिया तो उपर रख लिया की होगा? मैं तो लाइट चली गई तेरी ये फालतू गल सुन के। हॉलीडेज नहीं अला ਇਹਦੇ ਵਿੱਚ ਇਨਵੋਲਵਡ, ਪਬਲਿਕ ਹੌਲੀਡੇਜ਼। ਬੇਅਰ ਐਕਟ ਨਹੀਂ ਕਨਸਟੀਟਿਊਸ਼ਨ ਚ, Constitution ਦਾ bear ਹੈ, ਕੀ ਕਹਿ ਰਿਹਾ? excluding the time of journey. You can have a look. ਦਿਖਾਈ ਯਾਰ, ਇਹ ਤਾਂ ਮੈਨੂੰ ਹਮੇਸ਼ਾ ਕਨਫਿਊਜ਼ ਕਰਦਾ ਹੈ ਆ ਪੁਆਇੰਟ। एक्सक्लूड है टाइम ऑफ जर्नी। पता नहीं मैं कितने पढ़िया सी कि एक्सक्लूडेड है। एक्सक्लूडेड है, एक्सक्लूडेड कर लो। आई एम ऑलवेज कंफ्यूज इन दिस। ते सैटरडे संडे वाला की सीन है? पब्लिक हॉलीडे छुट्टी है, ड्यूटी मैजिस्ट्रेट हो गया। एंड अगर 24 घंटे तो ऊपर हो जाए फिर इलीगल डिटेंशन है वो। एंड अगर जुडिशियल मैजिस्ट्रेट कह दे कि नहीं इन्हों कंटिन्यू रखो फिर तो कंटिन्यू करना पड़ेगा, ठीक है। सो ये बिल्कुल सिंपल क्लियर हो जाना चाहिए। लेकिन यहाँ पे 22 क्लॉज 2 ये बोलता है कि ये 22 क्लॉज 1 एप्लीकेबल नहीं होगा प्रिवेंटिव डिटेंशन लॉज के अंडर। 22 क्लॉज 1 इज नॉट एप्लीकेबल in preventive detention laws, not applicable in preventive detention laws। यानी कि 22 क्लॉज 1 जिहड़ा है ना वो प्रिवेंटिव डिटेंशन के कानूनों च एप्लीकेबल नहीं होगा। हुण प्रिवेंटिव डिटेंशन की हुंदा है? दो टाइप दी डिटेंशनस हुंदियां। डिटेंशन का मतलब पहला तो समझते, डिटेंशन का मतलब है डिटेन करना, डिटेन करना का मतलब है जेल च पा देना, ठीक है। एक तो प्यूनेटिव है, प्यूनेटिव का मतलब है कि तुसी कोई क्राइम किया मैं तुहानू जेल च पाता, पनिशमेंट देती तुहानू, उन्होंने की कहने आपां प्यूनेटिव डिटेंशन। मैं चोरी की, चोरी मैं फड़ी गई, फड़ा गया,
ਚੋਰੀ ਫੜੀ ਗਈ, ਮੈਂ ਫੜਿਆ ਗਿਆ ਐਂਡ ਉਸ ਤੋਂ ਬਾਅਦ ਮੇਰਾ ਕੇਸ ਚੱਲਿਆ। ਕੇਸ ਚੱਲਣ ਤੋਂ ਬਾਅਦ ਜੱਜ ਨੇ ਮੈਨੂੰ ਜੇਲ੍ਹ 'ਚ ਪਾਇਆ। ਤਾਂ ਇਹਨੂੰ ਕੀ ਕਹਿੰਦੇ ਆ, ਪਿਊਨਿਟਿਵ ਡਿਟੈਂਸ਼ਨ। ਮੈਨੂੰ ਪਨਿਸ਼ ਕੀਤਾ ਫॉर ਅ ਕ੍ਰਾਈਮ। ਲੇਕਿਨ ਕੁਝ ਕ੍ਰਾਈਮ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਤੁਹਾਨੂੰ ਪ੍ਰੀਵੈਂਟਿਵ ਡਿਟੈਂਸ਼ਨ ਅਪਲਾਈ ਕਰਨੀ ਪੈਂਦੀ ਹੈ। ਪ੍ਰੀਵੈਂਟਿਵ ਦਾ ਮਤਲਬ ਹੈ ਕਿ ਤੁਹਾਨੂੰ ਪ੍ਰੀਵੈਂਟ ਕੀਤਾ ਜਾਵੇ ਕਿ ਤੁਸੀਂ ਕ੍ਰਾਈਮ ਨਾ ਕਰੋ। ਲੈਟਸ ਸੇ ਤੁਸੀਂ ਹੱਥ 'ਚ ਬੰਬ ਰੱਖਿਆ ਹੋਇਆ ਐਂਡ ਬੰਬ ਲਾ ਕੇ ਤੁਸੀਂ ਅਜੀਤ ਰੋਡ ਤੇ ਖੜੇ ਹੋ ਐਂ ਕਰਕੇ ਐਂਡ ਕਹਿ ਰਹੇ ਹੋ ਮੈਂ ਸਿੱਟੂਗਾ ਇਹਨੂੰ, ਤਾਂ ਸਰਕਾਰ ਇਹ ਥੋੜੀ ਕਹੂਗੀ ਸਿੱਟ ਲਾ ਫੇਰ ਹੀ ਅਸੀਂ ਅੰਦਰ ਪਾਵਾਂਗੇ, ਹੈ ਨਾ। ਤਾਂ ਸਰਕਾਰ ਕਹੂਗੀ ਕਿ ਬਈ ਫੜ ਲਓ ਇਹਨੂੰ, ਇਹ ਬੰਬ ਨਾ ਕਿਤੇ ਸਿੱਟ ਦੇ, ਇਹਨੂੰ ਜਾ ਕੇ ਡਿਟੇਨ ਕਰ ਲਓ। ਇਹਨੂੰ ਆਪਾਂ ਕੀ ਕਹਿੰਦੇ ਆ, ਪ੍ਰੀਵੈਂਟਿਵ ਡਿਟੈਂਸ਼ਨ। ਪ੍ਰੀਵੈਂਟਿਵ ਡਿਟੈਂਸ਼ਨ ਲਾਜ਼ ਜਿਹੜੇ ਹੈਗੇ ਆ ਦੇ ਆਰ ਆਲਸੋ ਸਬਜੈਕਟ ਟੂ ਲੋਟ ਆਫ ਮਿਸਯੂਜ਼। ਤੋ ਇਹਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਯੂਜ਼ ਕਰਕੇ ਤੁਸੀਂ ਕਈ ਵਾਰੀ ਆਪਦੇ ਪੋਲੀਟੀਕਲ ਏਜੰਡਾਜ਼ ਨੂੰ ਵੀ ਇੰਪਲੀਮੈਂਟ ਕਰਦੇ ਹੋ। ਹਕੂਮਤ ਜਦੋਂ ਦੇਸ਼ 'ਚ ਸੀਗੀ, ਬ੍ਰਿਟਿਸ਼ ਹਕੂਮਤ, ਤਾਂ ਰॉयलेट ਐਕਟ ਸੀਗਾ ਇੱਕ 1919 'ਚ ਪਾਸ ਕੀਤਾ। ਉਸ ਐਕਟ ਦੇ ਤਹਿਤ ਇਹ ਗੱਲ ਕਹਿ ਦਿੱਤੀ ਗਈ ਸੀ ਬ੍ਰਿਟਿਸ਼ਰਸ ਵੱਲੋਂ ਕਿ ਨੋ ਦਲੀਲ, ਨੋ ਵਕੀਲ, ਨੋ ਅਪੀਲ। ਤੁਹਾਨੂੰ ਚੱਕ ਕੇ ਅੰਦਰ ਕਰ ਦਿੱਤਾ ਜਾਊਗਾ ਅਗਰ ਸਾਨੂੰ ਲੱਗਿਆ ਕਿ ਤੁਸੀਂ ਕ੍ਰਾਂਤੀਕਾਰੀ ਐਕਟੀਵਿਟੀਜ਼ ਦੇ ਵਿੱਚ ਇਨਵੋਲਵਡ ਹੋ। ਜਿਹੜਾ ਉਹਦਾ ਟੈਕਨੀਕਲ ਨਾਮ ਸੀਗਾ ਉਹ ਸੀਗਾ ਐਨਾਰਕੀਅਲ ਐਂਡ ਰੈਵੋਲੂਸ਼ਨਰੀ ਐਕਟ। ਕਿ ਐਨਾਰਕੀ ਮਤਲਬ ਹੁੰਦੀ ਹੈ ਲॉलेसनेस। ਮਤਲਬ ਅਗਰ ਤੁਸੀਂ ਲॉलेसनेस ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਫਾਲਤੂ ਦੀਆਂ ਕ੍ਰਾਂਤੀਆਂ ਦੇ ਵਿੱਚ ਲੱਗੇ ਹੋਏ ਹੋ ਤਾਂ ਜੇਲ੍ਹ ਹੋ ਜੂਗੀ ਤੁਹਾਨੂੰ ਬਿਨਾਂ ਤੁਹਾਨੂੰ ਪੁੱਛੇ। नो दलील, नो वकील, नो अपील। तो अब जब देश आज़ाद हुआ तो ऑब्वियसली बात है ऐसे प्रिवेंटिव डिटेंशन लॉज ख़त्म हो जाने चाहिए थे, क्योंकि डेमोक्रेसी के अंदर आपको बिना आपके खिलाफ केस दर्ज किए, पड़ताल किए, इन्वेस्टिगेशन किए आपको अंदर करना तो गैर कानूनी है। लेकिन है ना कॉन्स्टिट्यूशन मेकर्स ਨੂੰ ਲੱਗਿਆ ਕਿ ਦੇਸ਼ ਦੇ ਵਿੱਚ ਹਲੇ ਵੀ ਇਦਾਂ ਦੀਆਂ है ना एनर्जीज़ हैगियां ਜਿਹੜੀਆਂ कि अपने देश ਨੂੰ है ना थोड़े जिहियां प्रॉब्लम दे सकदियां इन टर्म्स ऑफ लॉ एंड ऑर्डर एंड इंटरनल सिक्योरिटी। एंड इस करके उन्होंने कहा कि प्रिवेंटिव डिटेंशन लॉज होना ही चाहिए डेमोक्रेसी ਦੇ ਵਿੱਚ। बट यस ਉਹਨਾਂ ਦਾ ਮਿਸਯੂਜ਼ ਨਹੀਂ ਹੋਣਾ ਚਾਹੀਦਾ। ਉਹਦੇ ਲਈ ਅਸੀਂ ਆਰਟੀਕਲ 22 ਦੇ ਵਿੱਚ ਉਹਦੇ ਬਾਰੇ ਲਿਖ ਦਿੰਦੇ ਹਾਂ। ਕਲੀਅਰ ਹੈ ਕਿ ਨਹੀਂ ਹੈ? तो प्रिवेंटिव डिटेंशन लॉज ਦੇ ਬਾਰੇ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਪ੍ਰੀਵੈਂਟਿਵ ਡਿਟੈਂਸ਼ਨ ਲਾਅ ਦੇ ਵਿੱਚ ਫੜੇ ਜਾਣਗੇ, ਡਿਟੇਨ ਕਰੇ ਜਾਣਗੇ, ਉਹਨਾਂ ਦੇ ਲਈ ਕੁਝ ਸੇਫਗਾਰਡਸ ਹੈ ਜੋ ਆਰਟੀਕਲ 22 ਚ ਮੈਂਸ਼ਨਡ ਹੈ। ਸਮਝ ਆਇਆ? ਸੇਫਗਾਰਡ ਕੀ ਹੈ? ਸਭ ਤੋਂ ਪਹਿਲਾ ਸੇਫਗਾਰਡ ਇਹ ਹੈ ਕਿ ਤੁਹਾਨੂੰ ਇਨਫੋਰਮ ਕੀਤਾ ਜਾਊਗਾ ਕਿ ਤੁਹਾਨੂੰ ਕਿਉਂ ਡਿਟੇਨ ਕੀਤਾ ਜਾ ਰਿਹਾ ਹੈ, ਗਰਾਊਂਡਸ ਦੱਸੇ ਜਾਣਗੇ ਤੁਹਾਨੂੰ। ਦੈਟ ਇਜ਼ ਸੇਫਗਾਰਡ ਨੰਬਰ 1। ਬਟ ਹਾਂ ਇਹਦੇ ਵਿੱਚ ਬਟ ਆ ਜਾਂਦਾ ਇੱਕ ਛੋਟਾ ਜਿਹਾ, ਹਾਊਐਵਰ ਬਟ ਇਹ ਹੈ ਕਿ ਅਗਰ ਪਬਲਿਕ, ਅਗਰ ਸਟੇਟ ਇਹ ਬਿਲੀਵ ਕਰਦੀ ਹੈ ਕਿ ਉਹ ਗਰਾਊਂਡ ਦੱਸਣ ਨਾਲ ਕੋਈ ਪਬਲਿਕ ਸੇਫਟੀ ਜਾਂ ਪਬਲਿਕ ਆਰਡਰ ਖਰਾਬ ਹੁੰਦਾ ਹੈ ਤਾਂ ਗਰਾਊਂਡ ਨਹੀਂ ਵੀ ਦੱਸਿਆ ਜਾ ਸਕਦਾ, ਬਟ ਦੱਸਣਾ ਚਾਹੀਦਾ ਐਜ਼ ਅ ਜਨਰਲ ਰੂਲ। ਐਬਸੋਲੂਟਲੀ ਕਲੀਅਰ। ਦੂਸਰਾ ਸੇਫਗਾਰਡ ਇਹ ਹੈ ਕਿ ਕੋਈ ਵੀ ਪ੍ਰੀਵੈਂਟਿਵ ਡਿਟੈਂਸ਼ਨ ਲਾਅ ਦੇ ਵਿੱਚ ਅਗਰ ਤੁਹਾਨੂੰ ਡਿਟੇਨ ਕੀਤਾ ਜਾਂਦਾ ਹੈ ਤਾਂ ਤੁਹਾਨੂੰ 3 ਮਹੀਨਿਆਂ ਤੋਂ ਜ਼ਿਆਦਾ ਡਿਟੇਨ ਨਹੀਂ ਕੀਤਾ ਜਾਊਗਾ, until and unless ਇੱਕ ਬੋਰਡ ਇਹ ਡਿਸਾਈਡ ਕਰਦਾ ਹੈ ਕਿ 3 ਮਹੀਨਿਆਂ ਤੋਂ ਜ਼ਿਆਦਾ ਤੁਹਾਨੂੰ ਡਿਟੇਨ ਕਰਨ ਦੀ ਐਕਸਟੈਂਸ਼ਨ ਹੋਵੇ। ਐਂਡ ਉਹ ਬੋਰਡ ਹਾਈ ਕੋਰਟ ਦੇ ਜੱਜਸ ਹੋਣਗੇ ਉਸ ਬੋਰਡ ਦੇ ਵਿੱਚ। ਇਹ ਕੁਐਸਚਨ ਆਉਂਦਾ ਹੁੰਦਾ ਪੇਪਰ ਦੇ ਵਿੱਚ ਕਿ ਉਹ ਬੋਰਡ ਜਿਹੜਾ ਹੈਗਾ ਉਹਦੇ ਜੱਜਸ ਕੌਣ ਹੋਣਗੇ, ਮਤਲਬ ਬੋਰਡ ਦੇ ਮੈਂਬਰਸ ਕੌਣ ਹੋਣਗੇ, ਹਾਈ ਕੋਰਟ ਦੇ ਜੱਜਸ। ਇਜ਼ ਇਟ ਐਬਸੋਲੂਟਲੀ ਕਲੀਅਰ? ਸਮਝ ਆਇਆ ਕਿ ਨਹੀਂ? ਐਂਡ ਥਰਡ, ਅਗਰ ਤੁਸੀਂ 3 ਮਹੀਨਿਆਂ ਤੋਂ ਜ਼ਿਆਦਾ ਡਿਟੇਨ ਕਰਨਾ ਚਾਹੁੰਦੇ ਹੋ ਵਿਦਾਊਟ ਦੀ ਅਪਰੂਵਲ ਆਫ ਦੀ ਬੋਰਡ ਤਾਂ ਪਾਰਲੀਮੈਂਟ ਲਾਅ ਦੇ ਵਿੱਚ ਲਿਖਦੇ ਇਹ ਕਿ ਕਿੰਨੇ ਮਹੀਨਿਆਂ ਲਈ ਹੈ। ਬਟ ਪਾਰਲੀਮੈਂਟ ਨੂੰ ਉਸ ਕਾਨੂੰਨ 'ਚ ਇਹ ਵੀ ਲਿਖਣਾ ਲਿਖਣਾ ਪਊਗਾ ਕਿ ਮੈਕਸਿਮਮ ਕਿੰਨੇ ਟਾਈਮ ਪੀਰੀਅਡ ਲਈ ਤੁਸੀਂ ਡਿਟੇਨ ਕਰ ਸਕਦੇ ਹੋ। ਠੀਕ ਹੈ? ਲਾਸਟ ਹੈ ਕਿ ਅਗਰ ਤੁਸੀਂ 3 ਮਹੀਨਿਆਂ ਤੋਂ ਬਾਅਦ ਕਰਨਾ ਚਾਹੁੰਦੇ ਹੋ ਤਾਂ ਪਾਰਲੀਮੈਂਟ ਦੇ ਲਾਅ 'ਚ ਹੋਣਾ ਚਾਹੀਦਾ ਕਿ ਇੰਨੇ ਮਹੀਨਿਆਂ ਲਈ ਡਿਟੇਨ ਕਰਾਂਗੇ ਐਂਡ ਮੈਕਸਿਮਮ ਕਿੰਨੇ। ਉਹ ਸਿਰਫ ਅਗਰ ਡਿਟੈਂਸ਼ਨ ਲਾਅ 'ਚ ਨਹੀਂ ਲਿਖਿਆ ਹੋਇਆ ਪਾਰਲੀਮੈਂਟ ਨੇ ਤਾਂ 3 ਮਹੀਨਿਆਂ ਤੋਂ ਜ਼ਿਆਦਾ ਨਹੀਂ ਰੱਖ ਸਕਦੇ। ਅਗਰ ਡਿਟੈਂਸ਼ਨ ਲਾਅ ਦੇ ਵਿੱਚ ਲਿਖਤਾ ਪਾਰਲੀਮੈਂਟ ਨੇ ਕਿ 12 ਮਹੀਨਿਆਂ ਲਈ ਰੱਖ ਸਕਦੇ ਆ ਤਾਂ ਦੈਟ ਇਜ਼ ਆਲਸੋ ਐਪਲੀਕੇਬਲ। ਕਲੀਅਰ ਹੋ ਰਿਹਾ? ਅਗਰ ਨਹੀਂ ਲਿਖਿਆ ਤਾਂ 3 ਮਹੀਨੇ ਕਨਸਟੀਟਿਊਸ਼ਨ ਵਿਲ ਵਰਕ, ਅਗਰ ਲਿਖਿਆ ਤਾਂ ਉਹ ਕਿੰਨੇ ਵੀ ਲਿਖ ਸਕਦੇ ਆ। ਮੇਰੀ ਲਾਈਟ ਚਲੀ ਗਈ ਯਾਰ, ਨਹੀਂ ਤਾਂ ਆਈ ਬ੍ਰੌਟ ਅ ਵੀਡੀਓ ਫॉर ਯੂ बट अनफॉर्चुनेटली आई कैनॉट प्ले, लाइट ही नहीं हैगी। बहुत ज़्यादा प्रॉब्लम है इस कानून की, इन्होंने कानूनों की, क्योंकि सुप्रीम कोर्ट ने हुणे 3-4 महीने पहले ये गल कही है कि प्रिवेंटिव डिटेंशन लॉज लिख लो। सुप्रीम कोर्ट हैज़ ऑब्जर्व्ड दैट प्रिवेंटिव डिटेंशन लॉज नू रेयरेस्ट ऑफ रेयर केस यूज़ करना चाहिए।
हैज़ टू बी यूज्ड इन रेयरेस्ट ऑफ रेयर केस। एक प्रिवेंटिव डिटेंशन लॉ है अपने देश दे विच UAPA, अनलॉफुल एक्टिविटी प्रिवेंशन एक्ट। अनलॉफुल एक्टिविटी प्रिवेंशन एक्ट UAPA, ਜਿਹੜਾ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਪਾਲ ਇਹਨੇ ਸਾਰਿਆਂ ਤੇ ਲਾਗੂ ਹੋਇਆ ਪਿਆ। एक वकील सीगा अपने देश च शाहिद आज़मी, ठीक है, शाहिद आज़मी, वकील का नाम लिख लो, शाहिद आज़मी। 26/11 हुंदा है देश च 26/11 एंड 26/11 तो बाद मुसलमानों नूं बॉम्बे की पुलिस जिहड़ा चक के अंदर करना शुरू कर देंदी है बिना उन्हां तो पड़ताल किए कि वैदर ये 26/11 च इनवॉल्व सीगे कि नहीं। ਇਹ ਜੇ बड़े इनोसेंट मुसलमानों ਨੂੰ अंदर किया जाता है कि तू भी इस कॉन्स्पिरेसी च इनवॉल्व सीगा, तू भी कोई असले उसले इधर उधर शेयर किए है। तो शाहिद आज़मी एक वकील हुंदा है, ये सारे मुसलमान गरीब मुसलमान हुंदे है। तो शाहिद आज़मी एक वकील हुंदा जिहड़ा कहंदा मैं इन्हां सारियां जिहड़े लोकां नूं अंदर किया जा रहा है इनोसेंट वकील इनोसेंट लोकां नूं अंडर द UAPA एक्ट एंड होर भी इदां दे कानून हैगे है, इन्हां सारियां दा केस मैं लड़ूंगा कोर्ट दे विच कि जिहड़े आ प्रिवेंटिव डिटेंशन लॉज का मिसयूज़ करके स्टेट आपदे पोलिटिकल एजेंडा नूं इंप्लीमेंट करने की कोशिश करती है। आई विल फाइट देयर केसेस एंड आई विल फाइट प्रो बोनो। प्रो बोनो का मतलब हुंदा है विदाउट टेकिंग एनी मनी। प्रो बोनो, प्रो बोनो करूँगा मैं, हेल्प देम, गरीब मुसलमान की हेल्प करूँगा। शाहिद आज़मी अपने एडवोकेट के स्किल्स को यूज़ करके वकालत के स्किल्स यूज़ करके बड़े लोगों को रिहा करांदा है। 2010 दे विच ਇਹਦੇ ਗੋਲੀ ਵੱਜਦੀ ਨੂੰ ਮਾਰ ਦਿੱਤਾ ਜਾਂਦਾ ਹੈ। ਅੱਜ ਤੱਕ ਨਹੀਂ ਪਤਾ ਕਿ ਕਿਹਨੇ ਗੋਲੀ ਮਾਰੀ ਸੀ, ਠੀਕ ਹੈ। ਦ ਜਸਟਿਸ ਫॉर ਸ਼ਾਹਿਦ ਆਜ਼ਮੀ ਸਟਿਲ ਲੈਕਿੰਗ। ਬਹੁਤ ਲੋਕਾਂ ਨੂੰ ਐ ਚੱਕਿਆ ਗਿਆ ਆਪਣੇ ਦੇਸ਼ ਦੇ ਵਿੱਚ। ਜੰਮੂ ਐਂਡ ਕਸ਼ਮੀਰ ਦੇ ਵਿੱਚ ਜਦੋਂ 1980s ਦਾ ਦੌਰ ਸੀਗਾ, ਜਦੋਂ ਕਸ਼ਮੀਰੀ ਪੰਡਤਾਂ ਨੂੰ ਬਾਹਰ ਕੱਢਿਆ 1988-89 ਦੇ ਵਿੱਚ, ਉਸ ਤੋਂ ਬਾਅਦ ਉੱਥੇ ਇਹ ਜਿਹਾ ਦੌਰ ਆਇਆ ਕਿ ਬਹੁਤ ਜ਼ਿਆਦਾ ਹੈ ਨਾ, ਮਤਲਬ इंसरजेंसी वध गई सी जम्मू एंड कश्मीर दे विच। तो उत्थे आर्म फोर्सिस स्पैशल पावर एक्ट लगाया गया एंड उस कानून के तहत भी कुछ प्रोविजन सीगियां, बड़े गायब करते बंदे। पंजाब दे विच जदों खालिस्तान मूवमेंट सी बड़े मुंडे गायब किते, कईयां नूं एनकाउंटरां च मारता ते कईयां नूं वैसे चकता। अज भी तुसीं देखो कि अमृतपाल एंड उन्हां दी सारी टीम जिहड़ी है वो सारी गायब ही है, पता ही नहीं कित्थे हैगी, किहड़ी जेल च है। आसाम जेल कहंदे तां है पर पता नहीं की उन्हां दा हो रहा उत्थे। संजय दत्त नूं फड़िया, संजय जेल ला के आया टाडा एक्ट के अंडर। टाडा एक्ट एक एक्ट सीगा जिहड़ा कि टैररिस्ट एंड डिस्ट्रप्टिव एक्टिविटीज़ एक्ट, जिहदे तहत संजय दत्त नूं फड़ के जेल च पाया गया क्योंकि ये मतलब सीगा उन्होंने डाउट सीगा कि इहदे कोल असला है एंड असलियां नूं यूज़ करके कुछ ना कुछ माहौल खराब कर सकता है। इंदिरा गांधी एक एक्ट लैके आई, नाम लिखो मीसा एक्ट, मेनटेनेंस ऑफ इंटरनल सिक्योरिटी एक्ट। जो एमरजेंसी का दौर सीगा उदों कानून लैके आई मीसा एक्ट, शायद वो लिखा भी होवे, लिखा मीसा एक्ट। इस कानून के तहत इंदिरा गांधी ने बड़े लोगों को अंदर किया कि यह कुछ ना कुछ माहौल बनाने को तैयार है। जिवें एक फेवरेट अंदर गया सी, तुहाडा सब दा फेवरेट नरेंद्र मोदी, ही वॉज ऑल्सो इनसाइड। ये भी एमरजेंसी के टाइम पर पूरी रेवोल्यूशन कर रहा सी। मेनटेनेंस ऑफ इंटरनल सिक्योरिटी एक्ट। जद अपने देश च कोई इवेंट होया तकड़ा, कोई मेजर इवेंट होया, उदों द सरकारां एक ना एक डिटेंशन लॉ लैके आई हैं। अगर अपने देश दे विच एमरजेंसी आई 1975 च, तो 75 च मीसा आ गया। 84 दे विच जदों इंदिरा गांधी मारी तो इंदिरा गांधी के मरण तो बाद टाड़ा आ गया। 2001 च जदों पार्लीमेंट अटैक हुंदा है तो पार्लीमेंट अटैक तो बाद पोटा आ गया, प्रिवेंशन ऑफ टेरर एक्ट। यानी सारे प्रिवेंटिव डिटेंशन लॉज इको ही चीज़ से फोकस करते पे है कि किस तरीके नाल माइनॉरिटीज़ नूं आपां अंदर कर दीए कि कोई रौला ना पावे। 12-12 महीनों लई तां छड्डो, सालां लई गायब रहिंदे लोग एंड कोई सुनवाई नहीं किते भी। In democracy, do you think we need violent acts? No, sir.
समझ रहे हो कि नहीं सर? है ना, ये पॉइंट है कि ये प्रिवेंटिव डिटेंशन लॉज बहुत ही डेंजरस हैं, बहुत ही ज़्यादा डेंजरस हैं, और इनका जो यूज़ है वो बहुत ही कैलिब्रेटेड तरीके से होना चाहिए। शाहिद आज़मी जान दे गया अपनी, लेकिन प्रिवेंटिव डिटेंशन लॉज लाइक UAPA हले भी एक्टिव है। अपने देश च प्रिवेंटिव डिटेंशन लॉज एक कॉन्करेंट सब्जेक्ट है। किहड़ा सब्जेक्ट है? कॉन्करेंट सब्जेक्ट है, यानी कि सेंटर ते स्टेट दोनों लॉ पास कर सकती हैं। सेंटर नूं कहा गया है कि तुसी कुछ सब्जेक्ट्स से सिर्फ सेंटर लॉ पास करूगी। देखो किहड़े-किहड़े सब्जेक्ट्स है? फॉरेन अफेयर्स, सिक्योरिटी ऑफ इंडिया, फॉरेन अफेयर्स, सिक्योरिटी ऑफ इंडिया एंड डिफेंस, इंटरनल सिक्योरिटी, डिफेंस एंड फॉरेन अफेयर्स। अगर इन्हां चीज़ों के रिगार्डिंग कोई लॉ पास करना है तो सिर्फ कौन करेगी? सेंटर गवर्नमेंट। लेकिन पब्लिक ऑर्डर एंड मेंटेनेंस ऑफ असेंशियल सप्लाईज, इन्हां दे उपर अगर कोई लॉ पास करना है तो स्टेट सरकार पास कर सकती है अलॉन्ग विद द सेंटर गवर्नमेंट। स्टेट सरकार लॉ पास कर सकती है अलॉन्ग विद द सेंटर गवर्नमेंट। काफ़ी स्टेट्स ने अपने अपने स्टेट से गुंडा एक्ट्स पास किए हैं। गुंडा एक्ट्स जिवें यूपी दे विच बड़े है, क्योंकि यूपी च गुंडे बहुत होंदे सी तो गुंडा एक्ट पास कर देंदे सी कि उहदा नाम ही गुंडा एक्ट है कि गुंडियां नूं कंट्रोल च रखना है। हुण गुंडे की काम करते रवि है? की करते की कहते? मारकुट। हाँ मारकुट करते। होर की करते गुंडे? हफ्ता लेंदे है। कौन कौन है गुंडा इत्थे? है किडनैपिंग होगी, बूट लैगिंग होगी। बूट लैगिंग पता ना, नकली दारू बेचनी और नशा बेचता, ड्रग्स बेचते, ठीक है कब्जे कर ले, बंदूखें सप्लाई करती, आराम नाल खड़े आए करके किते है ना सड़क के उपर तो जे तो पिछों दी इत्थों कट देंगे हमेशा नशा आए जी करके, आगे दे दियो इसको पूड़ी को। तो ये सारा काम कौन करते हैं? गुंडास। तो यूपी में बहुत थे, ये पंजाब में भी बहुत हैं। गैंगस्टर्स है पंजाब च, हर एक स्टेट दे विच आपदा तो नाम है इन्हां दा। यूपी च गुंडा, पंजाब च गैंगस्टर। तो इन्हां सारिਆਂ दी एक्टिविटीज़ नूं कंट्रोल करने वास्ते प्रिवेंटिव डिटेंशन लॉज गुंडा एक्ट के अंडर पास किए गए। हुण तुहानूं नहीं लगता कि इहदा मिसयूज़ भी हो सकता है? किसी नूं बिना पूछे गुंडा कह देना। कोई बंदा पोलिटिकली एक्टिव है ना, तो वह कोई ना कोई कहानी कर रहा है तो उन्होंने चक के UAPA लगा दो। जिवें अपने पंजाब च भी इदां करके केस दर्ज हो रहे हैं लोगों के खिलाफ। आई वोंट नेम, अदरवाइज आई विल नेम। कोई एडी गल, एक भाना किहड़ा सीगा, भाना ਉਹਦੇ खिलाफ होया, फिर आ लखा सिधाना के खिलाफ भी हो गया। गैंगस्टर ही सीगा। अगला तो नहीं मानता अपने आप गैंगस्टर, मानता है गैंगस्टर। चलो ਉਹਦੇ फॉलोअर नहीं मानते होने, पर मानते कि नहीं? ही इज़ अ गैंगस्टर। मेरा एक स्टूडेंट है वो ਹੁਣ ऑनलाइन नहीं है, ਉਹਨੂੰ मैं कहता सी लखा सिधाना तो यार अजीब है, कहता सर इन्ना ना कहो। मैं क्यों? कहता मेरा रिश्तेदार है। गुरदीप है, गुरदीप नहीं आना होंदा, ऑनलाइन है नहीं, क्लास चल रही। तो मैं उन्होंने कहता, मैं क्या लखा सिधाना बड़ा गैंगस्टर है। कहता यार ज़्यादा ना कहो। मैं की हो गया? कहता मेरा रिश्तेदार है। सो ऐसे करके बड़े लॉरेंस बिश्नोई जैसे तुरे फिरते हैं बथेरे, गरीबां दे अमीरां दे लॉरेंस बिश्नोई प्रो मैक्स, लॉरेंस बिश्नोई अल्ट्रा लाइट, सीनियर लॉरेंस बिश्नोई, जूनियर लॉरेंस बिश्नोई। सो ऐसे सारे लोगों के लिए है ना, वी हैव दीज काइंड्स ऑफ लॉज ताकि इन्होंने डिटेन कर लिता जाए। तो आर्टिकल 22 कहता है कि ये जिहड़ा मिसयूज है वह नहीं होगा। इज इट एब्सोल्युटली क्लीयर? तो आर्टिकल 22 नूं याद करने का की तरीका है? नंबर 1 ਤੁਹਾਨੂੰ ग्राउंड्स दसे जाएंगे। नंबर 2 24 घंटे अंदर मैजिस्ट्रेट एक्सक्लूडिंग द टाइम, बट नॉट एप्लीकेबल इन द प्रिवेंटिव डिटेंशन लॉज। प्रिवेंटिव डिटेंशन लॉज इन इंडिया इज अ कॉन्करेंट सब्जेक्ट। बोथ सेंटर एंड स्टेट कैन मेक द लॉ। सेंटर मेक्स लॉज ऑन सेंटर सब्जेक्ट्स like foreign affairs, defense and internal security, and state makes laws on essential services। ਇਹਦੇ 'ਚ ਮੈਂ ਦੱਸ ਦੇਣਾ सेंटर and state both can bring laws on essential services। तो एक इंडिया 'ਚ ESMA एक्ट हैगा, सुनिया तुसी? essential services management act। तुसी देखिया होगा कि कई बारी आ पटवारी
ਲੈ ਲਓ ਜਾਂ ਫਿਰ ਹੋਰ ਜਿਵੇਂ ਕੀ ਨਾਮ ਹੈ ਆਪਣੇ ਕੋਈ ਹੋਰ ਲੈ ਲਓ, ਇਹ ਹੜਤਾਲ ਤੇ ਚਲੇ ਜਾਂਦੇ ਆ। ਇਹ ਕਹਿ ਦਿੰਦੇ ਆ ਬਈ ਹੜਤਾਲ ਤੇ ਜਾਂਦੇ ਆ, ਅਸੀਂ ਨਹੀਂ ਗੱਲ ਸੁਣਦੇ ਸਰਕਾਰਾਂ ਦੀ। ਪਟਵਾਰ ਯੂਨੀਅਨ ਕਹਿ ਦਿੰਦਾ ਹੜਤਾਲ ਤੇ ਜਾਂਦੇ ਆ ਜੀ, ਅਸੀਂ ਤਾਂ ਮਤਲਬ ਸਰਕਾਰ ਦੀ ਗੱਲ ਨਹੀਂ ਸੁਣਦੇ, ਅਸੀਂ ਕੰਮ ਹੀ ਨਹੀਂ ਕਰਦੇ। ਸਰਕਾਰ ਸਾਡੇ ਬੰਦਿਆਂ ਨੂੰ ਜਿਹੜਾ ਕਰਪਸ਼ਨ ਦੇ ਫਾਲਸ ਚਾਰजेस ਲਗਾਈ ਜਾਂਦੀ ਹੈ। ਪਿੱਛੇ ਜੇ ਇੱਕ ਪਟਵਾਰੀ ਦੇ ਖਿਲਾਫ ਕੋਈ ਫਾਲਸ ਚਾਰजेस ਲਗਾਤੇ, ਸਾਰਾ ਪਟਵਾਰ ਯੂਨੀਅਨ ਕਹਿੰਦਾ ਅਸੀਂ ਕੰਮ ਨਹੀਂ ਕਰਦੇ। ਤਾਂ ਸਰਕਾਰ ਨੇ ਕੀ ਕਿਹਾ, ਭਗਵੰਤ ਮਾਨ ਕਹਿੰਦਾ ਐਸਮਾ ਲਗਾਊਂਗਾ ਮੈਂ, ਲਗਾ ਵੀ ਦਿੱਤੀ ਸੀਗੀ। ਭਗਵੰਤ ਮਾਨ ਕਹਿੰਦਾ ਐਸਮਾ ਅਪਲਾਈ ਕਰੂੰਗਾ। ਐਸਮਾ ਹੁੰਦਾ ਐਸੈਂਸ਼ੀਅਲ ਸਰਵਿਸਿਜ਼ ਮੈਨੇਜਮੈਂਟ ਐਕਟ, ਕਿ ਤੁਸੀਂ ਕਰ ਹੀ ਨਹੀਂ ਸਕਦੇ, ਤੁਸੀਂ ਮਤਲਬ ਯੂ ਕੈਨੋਟ ਗੋ ਟੂ ਪ੍ਰੋਟੈਸਟ। ਇਹ ਕ੍ਰਾਈਮ ਹੈ ਜੇ ਤੁਸੀਂ ਪ੍ਰੋਟੈਸਟ 'ਤੇ ਚਲੇ ਗਏ, ਕਿਉਂਕਿ ਰੈਵਨਿਊ ਦਾ ਕੰਮ ਕੀ ਹੈ, ਐਸੈਂਸ਼ੀਅਲ ਸਰਵਿਸ ਹੈ। ਉਸੇ ਤਰੀਕੇ ਨਾਲ ਤੁਸੀਂ ਦੇਖੋਗੇ ਆ ਇਲੈਕਟ੍ਰਿਸਿਟੀ ਹੈ, ਅਗਰ ਬਿਜਲੀ ਮਹਿਕਮੇ ਵਾਲੇ ਲੋਕ ਕੱਲ ਹੜਤਾਲ ਤੇ ਚਲੇ ਜਾਣ ਕਿ ਅਸੀਂ ਥਰਮਲ ਪਲਾਂਟ ਨਹੀਂ ਚਲਾਉਂਦੇ ਜੀ, ਤਾਂ ਲੋਕ ਸਫਰ ਕਰਨਗੇ ਕਿ ਨਹੀਂ? ਤੇ ਉਹਨੂੰ ਕਹਿੰਦੇ ਐਸਮਾ, ਐਸੈਂਸ਼ੀਅਲ ਸਰਵਿਸ। ਉੱਦਾਂ ਹੀ ਐਸੈਂਸ਼ੀਅਲ ਸਰਵਿਸ ਹੈਗੀ ਹੈ, ਜਿਵੇਂ ਆ ਲੌਜਿਸਟਿਕਸ ਦਾ ਬਿਜ਼ਨਸ ਹੋ ਗਿਆ, ਐਸੈਂਸ਼ੀਅਲ ਸਰਵਿਸ ਹੈ। ਕੋਈ ਚਾਹ ਪਾਣੀ, ਕੋਈ ਖੰਡ ਆਣਾ ਜਾਣਾ, ਹੈ ਨਾ। ਤੁਸੀਂ ਟਰੱਕਾਂ ਵਾਲੇ ਬਿਜ਼ਨਸ ਦੀ ਲੌਜਿਸਟਿਕਸ ਹੈ, ਤੁਸੀਂ ਟਰੱਕਾਂ ਵਾਲੇ ਨੇ ਯੂਨੀਅਨ ਨੇ, ਟਰੱਕ ਯੂਨੀਅਨ ਨੇ ਆਪਦਾ ਪਿੱਛੇ ਜੇ ਤੁਸੀਂ ਦੇਖੋਗੇ ਕਿੱਡਾ ਵੱਡਾ ਭੁਚਾਲ ਪਾਇਆ ਸੀਗਾ ਪੈਟਰੋਲ ਪੰਪ ਵਾਲਾ। ਹਾਂ, ਉਸ ਦਿਨ ਪਤਾ ਲੱਗਿਆ ਕਿ ਜੇ ਪ੍ਰੋਟੈਸਟ ਕਰਨਾ ਤਾਂ ਇਹੋ ਜਿਹਾ ਹੋਵੇ। ਕਿਸਾਨਾਂ ਨੂੰ ਵੀ ਲੈਣਾ ਚਾਹੀਦਾ ਕਿਉਂਕਿ ਪ੍ਰੋਟੈਸਟ ਕਰਨਾ ਤਾਂ ਇਹੋ ਜਿਹਾ ਕਰੋ। ਟਰੱਕ ਬੈਨ ਕਰ ਦਿਓ, ਟਰੱਕ, ਪੈਟਰੋਲ ਹੀ ਖਤਮ, ਪੈਟਰੋਲ ਖਤਮ, ਸਾਰੇ ਗੱਲ ਮੰਨਣਗੇ ਬਹਿ ਕੇ। ਬਟ ਉਹ ਪੂਰਾ ਐਸੈਂਸ਼ੀਅਲ ਸਰਵਿਸ ਆ ਉਹ। तो एसेंशियल सर्विसेज के उपर प्रिवेंटिव डिटेंशन लॉ लगता है। प्रिवेंटिव डिटेंशन मतलब अगर कोई एसेंशियल सर्विस को रोकने की कोशिश करता है तो अंदर या फाइन। क्लियर है? एसेंशियल सर्विसेज मैनेजमेंट एक्ट, एसेंशियल कमोडिटीज़ एक्ट, टाडा एक्ट, पोटा एक्ट, मिसा एक्ट और केड़ा एक्ट दसिया UAPA लॉ, ये सारे कानून अपने केड़े है प्रिवेंटिव डिटेंशन दे। आर्टिकल 23 ते आने आप। कोई डाउट हैगा तो 22 तो पूछ लो। ग्रेट। केड़ा ग्राउंड काला ग्राउंड ग्राउंड मतलब तुहानू दसना मतलब तुहानू दसना कि भी तुहानू क्यों मैं आ रहा तुहानू पढ़न वास्ते दसना चाहिए कि नहीं? तुहानू पता होना चाहिए पुलिस तुहाडे कोल आ जाए तो तुहानू लैके जाना जी तुहानू जेल च तो तुसीं पुछोगे नहीं बई क्यों लैके जाना है, मैनू की कारण है, कि तुहाडा राइट है, फंडामेंटल राइट है। आर्टिकल 22 ठीक है। तो एक बारी की हो रहा सीगा दिल्ली दे विच UPSC के स्टूडेंट जिहड़े हैगे ना तैयारी तुरी कर के रात को दारू पार्टी कर रहे थे, तो पुलिस आ गई, आंटी ने पुलिस बुलाई ली उदन। तो गेट खोलिया, 12 बजे दारू पार्टी चल रही, उच्ची उच्ची डांस चल रहा है, ज़्यादा पढ़ ली ना लक्ष्मीकांत सवेरे। तो जो पुलिस आई तो पुलिस आके कहती बंद करो तुहानू फड़न आए हैं, तो दारू पीती कह आर्टिकल 22 लगता जी इत्थे। कहता खड़ जा तेन दसा तेरा आर्टिकल 22 मैं उन्होंने इन्ना झम्मिया सारा संविधान काटता जेब चो। ऐसे भी होता है कई बारी। ठीक है। हम ना जब पेपर दिया हमने 2017 का प्रीलिम्स दे के ना अभी कसौली चले गए घूमन वास्ते कि पेपर देता कसौली जाने, कसौली रिजॉर्ट रूट चले गए, 5-6 सी सारे UPSC वाले तो असी जा गए। वो कहते कि भाई मुंडिया नूं अलाउड नहीं हैगा, एक ज़्यादा कपल्स आओ इत्थे, इन्होंने बताया था मैंने, तो ज़्यादा कपल्स आओ, मुंडे नहीं अलाउड है इत्थे। तो असी भरे पे सी UPSC नाल पेपर दे के आए प्रीलिम्स का। तो मेरा एक दोस्त सीगा वो कहता मैं करदा गल, मैं तू ना कर गल, कहता मैं करदा गल, मैं कहना मैं गया, मैं क्या आर्टिकल 14 अप्लाई होंदा जी राइट टू इक्वैलिटी, तुसीं किवें मना कर दोगे? कहते 2 मिनट खड़ो, उन्हें आए जी आवाज़ मारी तो 2 बाउंसर आए बड़े बड़े। वापस चलो कोई नवा लाओ कोई रिजॉर्ट। आर्टिकल 23 एंड 24 हुण 23 ते 24 आर्टिकल की है। देखो सदियां तो ही एक बहुत बड़ी प्रॉब्लम अपने सोसाइटी या अपने देश देखने को मिलती है एक्सप्लॉयटेशन। एक्सप्लॉयटेशन का मतलब की होंदा है सर कि किसी को प्रताड़ित करना, किसी का शोषण करना, किसी को तंग करना। ठीक है, उन्होंने कहते एक्सप्लॉयटेशन। जिवें मैं अगर एक्सप्लॉयटेशन कहां मैं सचिन को एक्सप्लॉयट करदा, मतलब मैं सचिन को यूज़ कर रहे हैं एंड सचिन को तंग कर रहे हैं मैं, बट सचिन आवाज़ नहीं चक पा रहा मेरे खिलाफ। इदां दी एक्सप्लॉयटेशनस नूं रोकण वास्ते 2 फंडामेंटल राइट्स अपने देश के संविधान च लिखे हुए हैं, आर्टिकल 23 ते आर्टिकल 24। आर्टिकल 23 थोड़ा जनरल एक्सप्लॉयटेशन की गल करदा है ते आर्टिकल 24 थोड़ा स्पैसिफिक एक्सप्लॉयटेशन की गल करदा है। तुसीं समझे होंगे हमेशा ही संविधान च पहला जनरल गल हुंदी है ते फिर स्पैसिफिक गल हुंदी है।
ਜਦੋਂ ਮੈਂ ਜਨਰਲ ਐਕਸਪਲੋਇਟੇਸ਼ਨ ਦੀ ਗੱਲ ਕਰਦਾ ਤਾਂ ਜਨਰਲ ਐਕਸਪਲੋਇਟੇਸ਼ਨ 'ਚ ਇਹ ਕਿਹਾ ਗਿਆ ਹੈ ਕਿ ਆਪਣੇ ਦੇਸ਼ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਨੰਬਰ 1, ਨੰਬਰ 2 ਬੇਗਾਰ, ਐਂਡ ਨੰਬਰ 3 ਹੋਰ ਟਾਈਪ ਦੀਆਂ ਫੋਰਸਡ ਜਿਹੜੀਆਂ ਲੇਬਰਸ ਹੈ ਉਹਦੇ ਤੇ ਪ੍ਰੋਹੀਬਿਸ਼ਨ ਹੈ। मैं 3 चीज़ा लिखा रहे हैं तो नंबर 1 इज ह्यूमन ट्रैफिकिंग इज बैंड इन इंडिया, नंबर 2 इज बेगार इज बैंड इन इंडिया एंड बेगार वर्गियां होर फोर्स लेबर्स भी इंडिया दे विच बैंड हैगियां। सो आर्टिकल 23 टॉक्स अबाउट जनरल एक्सप्लॉयटेशन इन थ्री एरियाज, ह्यूमन ट्रैफिकिंग, बेगार एंड अदर फोर्स लेबर्स लाइक बेगार। हुण आपां गल करदे हां सब तो पहला ह्यूमन ट्रैफिकिंग। ह्यूमन ट्रैफिकिंग का मतलब की हुंदा है? ਹਿਊਮਨਸ ਨੂੰ ਖਰੀਦਣਾ, ਪਰਚੇਜ਼ ਕਰਨਾ ਲਾਈਕ ਗੁੱਡਸ ਐਂਡ ਕਮੋਡਿਟੀਜ਼। ਸੇਲ ਪਰਚੇਜ਼ ਆਫ ਇਨਸਾਨਾਂ ਨੂੰ ਆਪਾਂ ਹਿਊਮਨ ਟ੍ਰੈਫਿਕਿੰਗ ਕਹਿੰਦੇ ਆ। तो ह्यूमन ट्रैफिकिंग ਦੇ ਵਿੱਚ ਆਪਾਂ ਖਰੀਦ ਰਹੇ ਹਾਂ, ਬਾਈ ਕਰ ਰਹੇ ਹਾਂ ਜਾਂ ਆਪਾਂ ਵੇਚ ਰਹੇ ਹਾਂ ਹਿਊਮਨਸ ਨੂੰ। तो डू यू थिंक ह्यूमन ट्रैफिकिंग ਹੁੰਦੀ ਹੈ? एग्जांपल ਦੱਸ ਸਕਦੇ ਹੋ? ਪ੍ਰੋਸਟੀਟਿਊਸ਼ਨ केरला स्टोरी ਦੇ ਵਿੱਚ ਵੀ ਹੈ। ਹੋਰ ਬ੍ਰਾਈਡਸ ਨੂੰ ਵੀ ਬੱਚੇ ਹਰਿਆਣਾ ਦੇ ਵਿੱਚ ਬ੍ਰਾਈਡ ਪਰਚੇਜ਼ਿੰਗ ਚੱਲਦੀ ਵਿਆਹ ਲਈ, ਕੁੜੀਆਂ ਘੱਟ ਆ ਉੱਥੇ। ਦੇਖ ਰਹੇ ਹੋ ਇਫੈਕਟ ਆਫ ਲੋ ਸੈਕਸ ਰੇਸ਼ੋ। तो ਬ੍ਰਾਈਡਸ ਦੀ ਪਰਚੇਜ਼ ਚੱਲਦੀ ਹੈ, ਕੁੜੀਆਂ ਨੂੰ ਪਰਚੇਜ਼ ਕੀਤਾ ਜਾਂਦਾ ਹੈ ਫॉर द पर्पस ऑफ ਪ੍ਰੋਸਟੀਟਿਊਸ਼ਨ ਐਂਡ ਫਲੈਸ਼ ਮਾਰਕੀਟ, ਰਾਈਟ। ਹੋਰ ਕੋਈ ਹਿਊਮਨ ਟ੍ਰੈਫਿਕਿੰਗ? ਸਲੇਵਸ, कई जगह पे स्लेवरी भी होंगी है प्रैक्टिस। ड्रग पैडलिंग, ऑर्गन, हाँ तुम कह सकते हो कि मैं बेच के वो ऑर्गन कढ़ लिया है। हाँ उन्होंने ऐसा कर सकते वो तो काफ़ी CID तो नहीं देख रहा तू केड़ा सी वो शो एक और भी है ना, सतर्क रहो है केड़ा सी क्राइम पेट्रोल। तो यस दिस इज ऑल आर्टिकल 23 जिहदे विच ह्यूमन ट्रैफिकिंग आ गया। इंडिया इज बॉन्डेड लेबर अगे आऊगा, ठीक है। ह्यूमन ट्रैफिकिंग इज ऑल अबाउट दिस। जिवें वो फिल्म नहीं आई सी गंगू भाई, गंगा केड़ी गंगू भाई, आलिया भट्ट दी है ना। सो ऑल दैट आइडिया ऑफ है ना उन्होंने रोकने वास्ते ह्यूमन ट्रैफिकिंग। हुण अगेन आर्टिकल 23 इज एन एनेबलिंग प्रोविजन। एनेबलिंग प्रोविजन है क्योंकि तुसीं सारी चीज़ां नहीं लिख सकते इत्थे, तो ऑब्वियस जी गल है पार्लीमेंट कोई लॉ लैके आऊगा। सो पार्लीमेंट ने किहड़ा लॉ लैके आया? पार्लीमेंट का जिहड़ा कानून है ह्यूमन ट्रैफिकिंग नूं रोकण दा, दैट इज कॉल्ड सप्रेशन ऑफ इमोरल ट्रैफिकिंग एक्ट। सप्रेशन ऑफ इमोरल ट्रैफिकिंग एक्ट, सप्रेशन ऑफ इमोरल ट्रैफिकिंग एक्ट, जिहदा शॉर्ट फॉर्म ना तुसीं कड्डिओ, ठीक है, डेंजरस है शॉर्ट फॉर्म। सप्रेशन ऑफ इमोरल ट्रैफिकिंग एक्ट। तो ये भी रौला बहुत है कि है ना तुसीं इहनूं नाम बदलो इहदा, ठीक है, जिवें टाडा एक्ट, पोटा एक्ट, उवें सीता एक्ट। तो सप्रेशन ऑफ इमोरल ट्रैफिकिंग एक्ट। हुण इस एक्ट के तहत भारत के अंदर प्रोस्टिट्यूशन इलीगल है। प्लीज़ बी क्लियर अबाउट दिस। इस एक्ट के तहत जो ये कानून है, प्रोस्टिट्यूशन इलीगल है। काफ़ी देश है दुनिया के विच जिथे प्रोस्टिट्यूशन लीगलाइज्ड है, लेकिन अपने देश से प्रोस्टिट्यूशन इलीगल है। इलीगल होने का मतलब ये नहीं है कि हो नहीं रही, ठीक है। इलीगल मतलब है कि कानून उन्होंने इलीगल कहना है। तो ड्रग्स में बेचना इलीगल है, तो मतलब ये ड्रग्स हो नहीं रहे। हुण तुसीं मैनूं है ना पुछ लो कि सर ये तो इलीगल है, एक सवाल होंदा ये तो इलीगल है, फिर भी होंदी है सर, तो फिर मर्डर भी इलीगल है, चोरी भी लीगल है, ठगियाँ भी लीगल है, 420 के अंडर होता रही है ना। जो चीज़ इलीगल होती है इसका मतलब ये नहीं है कि वो बंद हो गई है सर, उसकी ब्लैक मार्केट चल रही होती है और उसमें सब करप्शन भी इन्वॉल्व है, पैसे भी जा रहे हैं ब्यूरोक्रेसी को, वो भी पैसे ले रहे हैं, तो ये सिस्टम बन गया है। इज इट एब्सोल्युटली क्लियर? इलीगल है जिवें नशा बेचना इलीगल है, पर इलीगल है। पब्लिसाइज नहीं है ये, कुछ लोगों को पता है। पब्लिकली एक्सप्रेस नहीं कर सकते, बिल्कुल सही कह रहे हो, क्लियर है। बट नाउ गवर्नमेंट ऑफ इंडिया इज ब्रिंगिंग अ लॉ टू चेंज दिस सीता एक्ट।
ਬਿੱਲ ਆ ਚੁੱਕਿਆ ਹੈ ਜਿਹਦੇ 'ਚ ਗਵਰਨਮੈਂਟ ਨੇ ਇਹ ਕਹਿਤਾ ਹੈ, ਪਹਿਲਾਂ ਕੀ ਹੁੰਦਾ ਸੀਗਾ, ਪਹਿਲਾਂ ਇਹ ਹੁੰਦਾ ਸੀਗਾ ਕਿ ਜਿਹੜਾ ਵੀ ਬੰਦਾ ਪ੍ਰੋਸਟੀਟਿਊਸ਼ਨ ਦੇ ਵਿੱਚ ਇਨਵੋਲਵਡ ਹੈ ਉਹਦੇ ਵਿੱਚ ਪ੍ਰੋਸਟੀਟਿਊਟਸ ਜਿਹੜੇ ਮਿਡਲਮੈਨ ਹੈ ਉਹ ਐਂਡ ਜਿਹੜਾ ਪ੍ਰੋਸਟੀਟਿਊਸ਼ਨ ਦੀ ਸਰਵਿਸਿਜ਼ ਨੂੰ ਅਵੇਲ ਕਰ ਰਿਹਾ, ਤਿੰਨਾਂ ਦੇ ਖਿਲਾਫ ਕਾਨੂੰਨੀ जुर्म है। ठीक है, लेकिन अब जो नया कानून आ रहा है उसमें प्रोस्टिट्यूट्स को एग्जम्पशन दे दी गई है, बट जो मिडलमैन है और जो सर्विसेज अवेल कर रहा है उसके खिलाफ जुर्म है। उसका रीज़न क्या है? उसका रीज़न अगेन यही है क्योंकि जो एक्टिविस्ट है वो ये बोल रहे हैं कि जो प्रोस्टिट्यूट्स है दे आर विक्टिम्स ऑफ दिस ट्रेड। नोबडी वांट्स टू बिकम प्रोस्टिट्यूट, है ना। कोई भी आज बच्चे को अगर पूछो कि बड़े होके क्या बनना है, कोई बोलेगा मैं प्रोस्टिट्यूट बनना है। इट इज़ ऑल अबाउट योर इकोनॉमिक सर्कमस्टांसेस, योर सोशल सर्कमस्टांसेस, योर क्रिमिनल सर्कमस्टांसेस। तुम्हारे घर में पैसा नहीं है यार, तुम 5-5 6-6 लड़कियां हैं एक घर में, बांग्लादेश से 6-6 7-7 कुड़ियां हैं, घर च पैसा नहीं हैगा तो कह देंगे यार इन्हू सैट करा दो किते, वो हौली 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 करके यही जी ट्रेड च फस जाती है। सो उन्होंने थोड़ी कसूर है कि वो गरीब फैमिली च पैदा हुई है, या ਉਹਦੇ पेरेंट्स या ਉਹਦੇ फादर या ਉਹਦੇ मदर या ਉਹਦਾ ਕੋਈ ਚਾਚਾ ਤਾਇਆ ਜਿਹੜਾ ਹੈਗਾ ਉਹ ਗਲਤ ਹੈ ਬੰਦਾ, ਉਹਦਾ ਤਾਂ ਕੋਈ ਕਸੂਰ ਨਹੀਂ ਹੈਗਾ ਨਾ। तो इस करके सोशल एक्टिविस्टां ने कहा कि भाई प्रोस्टिट्यूट्स ਨੂੰ ਤੁਸੀਂ ਵਿਕਟਮ ਹੈ ਉਹ ਇਸ ਪੂਰੇ ਪ੍ਰੋਬਲਮ ਦੀਆਂ, ਇਸ ਕਰਕੇ ਉਹਨਾਂ ਦੇ ਖਿਲਾਫ ਕੇਸ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਤਾਂ ਬਚਾਉਣਾ ਚਾਹੀਦਾ, ਰੈਸਕਿਊ ਆਪਰੇਸ਼ਨਸ ਹੋਣੇ ਚਾਹੀਦੇ ਹੈ। whenever you attack a particular area ਜਿੱਥੇ ਪ੍ਰੋਸਟੀਟਿਊਸ਼ਨ ਚੱਲ ਰਹੀ ਹੈ, you rescue the prostitutes, you put them in a safe house ਜਿੱਥੇ ਉਹਨਾਂ ਦੀ ਜੋ ਵੀ ਉਹਨਾਂ ਦੀਆਂ ਮਤਲਬ ਜੋ ਵੀ ਉਹਨਾਂ ਨੂੰ ਐਜੂਕੇਸ਼ਨ ਸਕਿੱਲ ਡਿਵੈਲਪਮੈਂਟ, ਜਿਵੇਂ ਇੱਕ ਇੰਡੀਆ ਦੇ ਵਿੱਚ ਇੱਕ ਪ੍ਰੋਗਰਾਮ ਹੈਗਾ ਸਤਰੀ ਪ੍ਰੋਗਰਾਮ, है ना, ਉੱਦਾਂ ਦੇ ਪ੍ਰੋਗਰਾਮਸ ਦੀ ਐਕਸੈਸਿਬਿਲਿਟੀ ਹੋਣੀ ਚਾਹੀਦੀ ਹੈ। ਜਿਵੇਂ ਆਹ ਇੱਕ ਇੱਥੇ ਬਣਾਇਆ ਮਹਿਲਾ ਘਰ ਬਣਾਇਆ ਹੋਇਆ, ਕਿਹੜਾ ਕੀ ਨਾਮ ਇਹਦਾ, ਸਖੀ ਸੈਂਟਰ। ਤਾਂ ਇਹ ਜੇ ਸਖੀ ਸੈਂਟਰਸ 'ਚ ਉਹਨਾਂ ਨੂੰ ਭੇਜਣਾ ਚਾਹੀਦਾ, ਨਾ ਕਿ ਉਹਨਾਂ ਨੂੰ ਜਾ ਕੇ ਜੇਲ੍ਹ 'ਚ ਭੇਜ ਦਿਓ। ਇੱਥੇ ਦੇਸ਼ 'ਚ ਬੜੇ ਅਜੀਬ ਕਾਨੂੰਨ ਹੈ। ਕੋਈ ਤਾਂ ਸੁਸਾਈਡ ਦਾ ਕਾਨੂੰਨ ਦੇਖਿਓ ਤੁਸੀਂ, ਜੇ ਕਿਤੇ ਤੁਸੀਂ ਸੁਸਾਈਡ ਕਰਕੇ ਬਚ ਗਏ ਗਲਤੀ ਨਾਲ, ਜੇਲ੍ਹ ਆ ਤੁਹਾਨੂੰ, ਹੁਣ ਉਹ ਡਿਪਰੈਸ਼ਨ 'ਚ ਪਾ ਲਿਆ। ਸੋਚੋ ਤੁਸੀਂ ਆਪਣੀ ਜ਼ਿੰਦਗੀ ਤੰਗ ਹੋ ਗਏ ਕਿ ਚਲੋ ਹੁਣ ਆਪਾਂ ਮਰਦੇ ਹਾਂ, ਤੰਗ ਹੋ ਗਏ ਸੀ ਕਿ ਮਰਦੇ ਹਾਂ ਹੁਣ ਆਪਾਂ, ਗਲਤੀ ਨਾਲ ਜੇ ਬਚ ਕੇ ਪੁਲਿਸ ਆ ਗਈ, ਮਰਦਾ ਸੀ ਤੂੰ, ਚੱਲ ਜੇਲ੍ਹ 'ਚ ਹੁਣ। ਉਹ ਕਹਿੰਦਾ ਯਾਰ ਇੱਦਾਂ ਤਾਂ ਮੈਂ ਪਹਿਲਾਂ ਹੀ ਚੰਗਾ ਸੀ। ऐसी चीज़ें हैं, फनी चीज़ें हैं। आई होप यू गेटिंग द पॉइंट सर। तो ह्यूमन ट्रैफिकिंग के उपर जरूर तुसी रिसर्च करनी है। इंडिया इज़ लार्जेस्ट रैंक है इंडिया का ह्यूमन ट्रैफिकिंग के वर्ल्ड के विच। ऑब्वियस जी गल है, एक रीजन पॉपूलेशन भी है, बट अनफॉर्चुनेट है फॉर अ कंट्री, डेमोक्रेटिक कंट्री जो विमेन इशूज़ की गल करता है ना। समझ आया कि नहीं सर? यस। नैक्सट आ जाओ, की लिखा है बैगर। बैगर का मतलब की होता है? बैगर का मतलब होता है कि वो काम कराना जिस तुहानू वेज नहीं देनी, अनपेड लेबर। बैगर मीनस अनपेड लेबर। लॉजिक क्लियर होना चाहिए बेटा। अनपेड लेबर तो वो भी हमारे देश में प्रोहिबिटेड है, अनपेड लेबर। एक ना मनुखता की सेवा करके चैनल है, शायद तुसी किसी ने फॉलो किया होवे कदे यूट्यूब के उपर, देखिया मनुखता की सेवा? किने देखिया तुसी? हाँ, वो एक सरदार जी बड़े अच्छे काम करते हैं, ਜਿਹਦੇ ਵਿੱਚ ਉਹ ਕੁਝ ਰੈਸਕਿਊ ਆਪਰੇਸ਼ਨਸ ਕਰਦੇ ਕੁਝ ਲੋਕਾਂ ਦੇ, ਕੋਈ ਘਰ ਦੇ ਵਿੱਚ ਵਿਚਾਰੀ ਫਸੀ ਹੋਈ ਹੈ ਜਾਂ ਕੋਈ ਮੈਂਟਲ ਪੇਸ਼ੈਂਟ ਹੈ ਕਿਤੇ, ਦੇਖਿਆ ਕਦੇ ਤੁਸੀਂ? ਉਹਦੇ 'ਚ ਇੱਕ ਨਾ ਮਤਲਬ ਐਪੀਸੋਡ ਆਇਆ ਜਿਹਦੇ ਜੋ ਮੈਨੂੰ ਬੜਾ ਹਿੱਟ ਕੀਤਾ। ਉਹਦੇ ਵਿੱਚ ਕੀ ਹੋਇਆ ਕਿ ਕਿਸੇ ਪਿੰਡ ਦੇ ਵਿੱਚ ਉਹਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਕ ਬੰਦਾ ਹੈਗਾ ਜਿਹੜਾ ਕਿ 30-40 ਸਾਲ ਤੋਂ ਇੱਕ ਘਰੇ ਕੰਮ ਕਰ ਰਿਹਾ ਆਪਣੇ ਪੰਜਾਬ ਦੇ ਵਿੱਚ ਹੀ। ਕਿਸੇ ਨੇ ਉਹ ਐਪੀਸੋਡ ਦੇਖਿਆ ਸੀਗਾ? ਸ਼ਾਇਦ ਦੇਖਿਆ ਹੋਵੇ ਤੁਸੀਂ, ਹੈ ਨਾ, ਤੁਸੀਂ ਦੇਖਿਆ ਸੀ ਐਪੀਸੋਡ। तो ਉਹਦੇ ਕੋਲੇ ਜਾਂਦਾ ਤੇ ਉਹ ਜਾ ਕੇ ਉਹਨੂੰ ਉਹਦੀ ਹਾਲਾਤ ਬਹੁਤ ਮਾੜੇ ਹੁੰਦੇ ਆ। ਉਹ ਮਤਲਬ ਜਮਾ ਐਨੀਮਿਕ ਹੁੰਦਾ, ਮਤਲਬ ਦੇਖਣ ਯੋਗ ਨਹੀਂ ਹੁੰਦਾ, ਉਹਨੂੰ ਖਾਣਾ ਵੀ ਨਹੀਂ ਮਿਲ ਰਿਹਾ, ਕੁਝ ਵੀ ਨਹੀਂ ਮਿਲ ਰਿਹਾ। ਤਾਂ ਉਹਦੇ ਕੋਲ ਚਲਾ ਜਾਂਦਾ ਤੇ ਉਹਨੂੰ ਪੁੱਛਦਾ ਕਿ ਤੂੰ ਮਤਲਬ ਤੇਰੀ ਹਾਲਾਤ ਇੰਨੇ ਮਾੜੇ ਹੈ, ਤੂੰ ਇਹਨਾਂ ਦੇ ਘਰੇ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ? ਉਹ ਕਹਿੰਦਾ ਮੈਂ 30 ਸਾਲ ਹੋ ਗਏ ਜੀ ਮੈਂ ਇਹਨਾਂ ਦੇ ਘਰੇ ਕੰਮ ਕਰ ਰਿਹਾ, ਬੰਦੇ ਬਹੁਤ ਚੰਗੇ ਆ, ਬੰਦੇ ਬਹੁਤ ਚੰਗੇ ਆ, ਮੈਨੂੰ ਖਾਣ ਨੂੰ ਦਿੰਦੇ ਆ, ਕਦੇ ਕਦੇ ਦੇ ਦਿੰਦੇ, ਕਦੇ ਨਹੀਂ ਵੀ ਦਿੰਦੇ, ਪਰ ਜਦੋਂ ਵੀ ਦਿੰਦੇ ਆ ਬੜਾ ਸਵਾਦ ਦਿੰਦੇ ਆ। ਉਹ ਕਹਿੰਦਾ ਤੈਨੂੰ ਇਹਨਾਂ ਦੇ ਖਿਲਾਫ ਤੂੰ ਕੇਸ ਨਹੀਂ ਕਰਨਾ ਚਾਹੁੰਦਾ ਕੋਈ? ਇਹਨੇ 30 ਸਾਲ ਤੈਨੂੰ ਰੱਖਿਆ, ਤੈਨੂੰ ਕੋਈ ਵੇਤਨ ਦਿੰਦੇ ਆ, ਤੈਨੂੰ ਕੋਈ ਪੈਸੇ ਦਿੰਦੇ ਆ? ਕਹਿੰਦਾ ਲੋੜ ਹੀ ਕੀ ਹੈ ਜੀ, ਜਦੋਂ ਘਰੇ ਹੀ ਰਹੀਦਾ ਇਹਨਾਂ ਦੇ, ਜਦੋਂ ਘਰੇ ਹੀ ਰਹੀਦਾ ਤਾਂ ਲੋੜ ਕੀ ਹੈ? ਤੇਰੇ ਕਹਿੰਦੇ ਬੀਵੀ ਬੱਚੇ ਕਿੱਥੇ ਹੈਗੇ? ਉਹ ਤਾਂ ਛੱਡ ਗਈ ਜੀ, ਘਰ ਵਾਲੀ ਤਾਂ ਛੱਡ ਗਈ ਸੀ, 30 ਸਾਲ ਹੋ ਗਏ, ਬੱਚੇ ਕਿੱਥੇ ਹੈ? ਉਹ ਬੱਚੇ ਵੀ ਜੀ ਛੱਡ ਗਏ ਜੀ, ਪਤਾ ਨਹੀਂ ਕਿੱਥੇ ਹੈ ਜੀ, ਮੈਨੂੰ ਤਾਂ ਇਹੀ ਪਾਲਦੇ ਜੀ। ਸਾਰਾ ਦਿਨ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦਾ ਉਹਨਾਂ ਦੇ ਘਰੇ।
ਜੋ ਵੀ ਕੰਮ ਹੁੰਦਾ ਪਿੰਡਾਂ 'ਚ ਪੱਠਿਆਂ ਦਾ ਜਾਂ ਜੋ ਵੀ ਕੰਮ ਹੁੰਦਾ ਤਾਂ ਉਹ ਪੁੱਛਦਾ ਕਿ ਤੈਨੂੰ ਪੈਸੇ ਨਹੀਂ ਦਿੰਦੇ? ਉਹ ਪੈਸੇ ਨਹੀਂ ਦਿੰਦੇ ਜੀ, ਰੋਟੀ ਦੇ ਦਿੰਦੇ ਆ। ਕਦੇ ਕਦੇ ਜਿਵੇਂ ਵਿਆਹ ਹੁੰਦਾ ਇਹਨਾਂ ਦੇ ਤਾਂ ਵਿਆਹ 'ਚ ਬੁਲਾ ਲੈਂਦੇ ਆ, ਵਧੀਆ ਲੱਗਦਾ। ਕਦੇ ਕੋਈ ਕਹਿੰਦਾ ਮੈਡੀਕਲ ਚੈੱਕਅਪ ਕਰਾਇਆ, ਕਦੇ ਕਦੇ ਕਰਾ ਦਿੰਦੇ ਜੀ, ਕਦੇ ਵੈਸੇ ਬਿਮਾਰ ਆਪੇ ਠੀਕ ਹੋ ਜਾਂਦਾ, ਪਿੰਡਾਂ ਦੇ ਬਿਮਾਰ ਠੀਕ ਹੋ ਜਾਂਦੇ ਆਪੇ। Now do you think it is unfortunate? And it is happening in India's villages. It is happening. इसको क्या बोलते हैं? beggar. अब beggar क्या है सर? beggar है एक ऐसी सिचुएशन जहाँ पे आपसे काम कराया जा रहा है लेकिन आपको पैसे नहीं दिए जा रहे, और इससे भी घटिया सिचुएशन ये है कि आपको पता नहीं है कि आप स्लेव हो. The worst form of slavery is when you don't know you are a slave. This is the worst form of slavery. जब तुम्हें पता ही नहीं तुम स्लेव हो. भारत में ऐसे बहुत केसेस हैं जहाँ पे ऐसी बेगरी चल रही है. Is it absolutely clear? अब वो एपिसोड देख के तो मन ऐसे हो जाता है कि यार क्या ही दुनिया कहाँ पहुँच गया हम. विनाश होना जरूरी है इस देश दुनिया का. क्लाइमेट चेंज ने सारी चीज़ां कुछ कारण करके बन रही हैं. फोर्सड लेबर ਦੇ ਵਿੱਚ ਹੋਰ ਵੀ ਚੀਜ਼ਾਂ ਆਉਂਦੀਆਂ. फोर्स लेबर का मतलब है कि तुहाडे तो लेबर कराई जा रही है जो तुसी नहीं करना चाहते बट स्टिल तुहाडे तो कराई जा रही है. तो फोर्स की हुंदा है? फोर्स कैन हैपन ड्यू टू 3 वेज. 1 फिजिकल फोर्स लिखना है सारिਆਂ ने, जे हैगा तो ਉਹਦੇ ਵਿੱਚ हैगा लक्ष्मीकांत हैगा फोर्स लेबर लिखा है कितने? आ देखो फोर्स लिखा है इंक्लूड्स फिजिकल फोर्स लिखा है. हाँ फोर्स लेबर च 3 चीज़ां हैगियां सर. इंक्लूड्स लिखो फिजिकल फोर्स, लीगल फोर्स एंड फोर्स ड्यू टू इकोनॉमिक सर्कमस्टांसेस. तो इनको भी बंद कराना है हमें कॉन्स्टिट्यूशन में. अगेन प्रैक्टिकल बात नहीं है, क्या बात है? आइडियल बात है ये भाई, है ना. फोर्स लेबर में क्या है सर? बोलो. फिजिकल फोर्स, लीगल फोर्स एंड इकोनॉमिक फोर्स. वैसे एक चीज़ मैं बताऊंगा कि देखो वो बात है कि भाई कॉन्स्टिट्यूशन में लिखा है, असली में क्या हो रहा है, कॉन्स्टिट्यूशन में क्या हो रहा है. आप असली चीज़ को जो कॉन्स्टिट्यूशन में लिखा है उसको भी आप करा सकते हो यार. तभी कॉन्स्टिट्यूशन में लिखा है. आप जाओ सुप्रीम कोर्ट ऑफ इंडिया, अब जाओ हाई कोर्ट्स ऑफ इंडिया, आप डालो 226 32 आर्टिकल के अंदर पिटिशंस डालो, कैसे कैसे करो, स्पीक फॉर दीज पीपल. इसीलिए संविधान है. संविधान आपको बता रहा है आप करो ये काम. समझ में आ रहा है कि नहीं? वो बोलता नहीं आर्टिकल 15 मूवी दे विच इस बुक की माननी पड़ेगी, है ना. आर्टिकल 23 दे विच 3 टाइप दियां फोर्सेस किहड़ियां ਤੁਹਾਡੇ ਨਾਲ ਤੁਹਾਨੂੰ ਡੰਡੇ ਦੇ ਜਾਂ ਬੰਦੂਕ ਦਿਖਾ ਕੇ ਤੁਹਾਡੇ ਤੋਂ ਕੋਈ ਕੰਮ ਕਰਾਇਆ ਜਾ ਰਿਹਾ ਹੈ, ਉਹਨੂੰ ਕੀ ਕਹਿੰਦੇ ਆਪਾਂ? ਫਿਜ਼ੀਕਲ ਫੋਰਸ. ਤੁਹਾਨੂੰ ਕੁੱਟ ਕੇ ਕੋਈ ਕੰਮ ਕਰਾਇਆ ਜਾ ਰਿਹਾ ਹੈ, ਲਾਈਟ आ गई. फिजिकल फोर्स. सारी चीज़ें मैं कल रिपीट कर दूंगा ऑनलाइन, ठीक है. फिजिकल फोर्स. घर ਦੇ ਵਿੱਚ ਡੋਮੈਸਟਿਕ ਵਾਇਲੈਂਸ ਦੇ ਕੇसेस ਹੁੰਦੇ ਆ ਨਾ. ਕੁੱਟਦੇ ਯਾਰ, ਮਤਲਬ ਕੁੜੀਆਂ ਨੂੰ ਕੁੱਟਿਆ ਜਾਂਦਾ ਰਾਜਸਥਾਨ ਦੇ ਵਿੱਚ. ਮੈਂ ਪਹਿਲਾਂ ਵੀ ਇੱਕ ਵਾਰੀ ਐਪੀਸੋਡ ਸ਼ੇਅਰ ਕੀਤਾ ਸੀ, ਮੈਮ ਕੋਲੇ ਆਇਆ ਸੀ ਇਹ ਜਿਹਾ ਪੇਸ਼ੈਂਟ ਇੱਕ. ਆਈ ਟੋਲਡ ਯੂ ਅਬਾਊਟ ਦੈਟ, ਯਾਦ ਹੈ? ਜੀ ਸਰ. ਰਾਜਸਥਾਨ ਤੋਂ ਸੀਗੇ ਉਹ ਤੇ ਉਹਨੂੰ ਕੁੱਟਿਆ ਸੀ. ਉਹਦੇ ਮਤਲਬ ਇੱਥੇ ਸੱਟਾਂ ਵੱਜੀਆਂ ਹੋਈਆਂ ਤੇ ਉਹ ਕੰਮ ਕਰੀ ਜਾਂਦੀ ਹੈ. ਤੇ ਮੈਮ ਨੇ ਪੁੱਛਿਆ ਉਹਨੂੰ ਕਿ ਬਈ ਮੈਡੀਕਲ ਐਗਜ਼ਾਮੀਨੇਸ਼ਨ ਕੀਤਾ ਸੀਗਾ ਤੇ ਉਹਨੂੰ ਪੁੱਛਿਆ ਕਿ ਬਈ ਤੂੰ ਕੁੱਟ ਖਾਧੀ ਹੋਈ ਹੈ, ਤੈਨੂੰ ਪਤਾ ਨਹੀਂ ਲੱਗਦਾ? ਕਹਿੰਦੇ ਸਾਡੇ ਤਾਂ ਐਂ ਪੈਂਦੀਆਂ ਜੀ, ਸਾਡੇ ਘਰ 'ਚ ਤਾਂ ਐਂ ਪੈਂਦੀ ਹੈ, ਮੇਰੀ ਜਠਾਣੀ ਦੀ ਵੀ ਐਂ ਪੈਂਦੀ ਹੈ, ਮੇਰੇ ਵੀ ਐਂ ਪੈਂਦੀ ਹੈ. ਤਾਂ ਕਹਿੰਦੇ ਤੁਸੀਂ ਕਦੇ ਬੋਲੇ ਨਹੀਂ ਇਹਦੇ ਖਿਲਾਫ? ਬੋਲਣਾ ਕੀ ਜੀ, ਮੇਰੀ ਸੱਸ ਦੇ ਵੀ ਐਂ ਪੈਂਦੀਆਂ ਸੀ. अनफॉर्चुनेट है कि नहीं है सर? जी सर. सो इसको क्या बोलते हैं? फिजिकल फोर्स. सेकंड क्या है? लीगल. आपने कई बार देखा होगा कि कुछ एम्प्लॉयर्स बॉन्ड साइन करा लेते हैं, कराते हैं ना. आपके साथ वो बॉन्ड साइन करा देंगे कि भाई आप इस बॉन्ड पे सिग्नेचर कर दो. सिग्नेचर करके भाई इसमें लिख दो कि हम तुम्हारे साथ 2 साल के लिए जुड़े हुए हैं. तो वो लीगल फोर्स है, वो भी गैर कानूनी है, क्योंकि जब तक बॉन्ड के अंदर ये चीज़ नहीं लिखी कि बॉन्ड टूटेगा कैसे, तब तक वो लीगल फोर्स है. अगर उसमें ये कंडीशन लिख दी कि 10 लाख रुपए दे के बॉन्ड टूट जाएगा
फिर वो लीगल फोर्स नहीं है, क्योंकि वो कंसेंट है। क्लियर है? क्योंकि उसमें आपने साइन कर दिया है कि भाई मैं 5 लाख रुपए देके ये बॉन्ड तोड़ सकता हूँ। लेकिन अगर उस बॉन्ड में ऐसी कोई प्रोविजन नहीं है कि बॉन्ड टूटेगा नहीं और आपको 2 साल के लिए उनके पास काम करना पड़ेगा, तो वो एक लीगल फोर्स है, दैट इज प्रोहिबिटेड अंडर आर्टिकल 23 ऑफ द इंडियन कॉन्स्टिट्यूशन। इज इट एब्सोल्युटली क्लियर? लेकिन अगर बॉन्ड में लिख दिया है कि 5 लाख देके और आपने साइन कर दिया, तो फिर वो लीगल फोर्स नहीं है, क्योंकि आपने कंसेंट दे दिया है। एंड नाउ की इकोनॉमिक सर्कमस्टेंसेस। अब इसके अंदर लिख दो बॉन्डेड लेबर, बंधुआ मजदूरी। इकोनॉमिक सर्कमस्टेंसेस है कि इकोनॉमिक सर्कमस्टेंस कर्जा देना चाहिए, कर्जा नहीं दिता गया, चल तू आए कर, कर्जे की जगह ते की कर ला, काम कर ला मेरे। इकोनॉमिक सर्कमस्टेंस। तो आर्टिकल 23 क्या बोलता है? ह्यूमन ट्रैफिकिंग को प्रोहिबिट किया गया है और बेगर को प्रोहिबिट किया गया है और बेगर जैसे और फोर्स लेबर्स को प्रोहिबिट किया गया है। और जो फोर्स लेबर्स है वो कितने टाइप दे है? 3 टाइप दे। केड़े-केड़े? फिजिकल, लीगल एंड इकोनॉमिक। फिजिकल फोर्स मतलब फिजिकल डंडा नीति, लीगल मतलब कानूनी एंड इकोनॉमिक मतलब कर्जा दिता सीगा ते ਉਹ ਹੋ ਨਹੀਂ ਰਿਹਾ। तो ये सारी कंडीशंस ਦੇ ਵਿੱਚ आर्टिकल 23 अप्लाई ਹੁੰਦਾ ਹੈ ਤੁਹਾਨੂੰ, है ना, ऑपरेशन तो रोकਣ ਵਾਸਤੇ संविधान ਤੁਹਾਡੇ ਲਈ खड़ा है। दिस इज आर्टिकल 23। लेट्स गो टू आर्टिकल 24, लास्ट है। क्लियर है? तो आर्टिकल 24 becomes very specific article, and this article talks about child labor. Article 24 talks about child labor, बाल मजदूरी, child labor. आर्टिकल 24 ये कहता है, ध्यान से सुनना है, आर्टिकल 24 ये कहता है, जो आर्टिकल 24 कहता है, ठीक है, आर्टिकल 24 ये कहता है कि 0 to 14 years, 0 to 14 years ਜਿਹੜੇ ਬੱਚੇ ਹੈ 14 ਸਾਲ ਤੋਂ ਨੀਚੇ ਵਾਲੇ ਬੱਚੇ ਹੈ, ਇਹਨਾਂ ਨੂੰ ਤੁਸੀਂ ਹਜ਼ਾਰਡੂਅਸ ਏਰੀਆਜ਼ 'ਚ ਕੰਮ ਨਹੀਂ ਕਰਾਉਣਾ। ਇਨ ਜਿਵੇਂ ਫੈਕਟਰੀਜ਼ ਐਟਸੈਕਟਰਾ, ਵਰਡ ਯੂਜ਼ ਕੀਤਾ ਗਿਆ ਐਟਸੈਕਟਰਾ। ਕਿਹੜੀ ਏਜ ਗਰੁੱਪ ਹੈ ਸਰ? 14 ਸਾਲ ਤੋਂ ਨੀਚੇ। ਐਂਡ ਕਿਹੜੀ ਇੰਡਸਟਰੀ है? हजारडूअस, लाइक फैक्ट्रीज एटसेट्रा। अब एटसेट्रा के अंदर और भी हजारडूअस इंडस्ट्रीज आ जाती है, जैसे कि माइन वर्क्स हो गए, पटाखा इंडस्ट्रीज हो गई, केमिकल इंडस्ट्रीज हो गई। तो वो सारी जिथे जिथे कुछ हजार्ड है, हजार्ड का मतलब की है कि खतरा है उन्होंने हेल्थ ਨੂੰ, ਉਹਨਾਂ ਦੀ ਲਾਈਫ ਨੂੰ। हजार्ड का मतलब है डेंजर टू देयर लाइफ एंड देयर हेल्थ। तो 0 to 14 इयर्स नहीं कराना। मतलब ये आर्टिकल ये भी कहता है कि ਤੁਸੀਂ नॉन हजार्डूस से करा सकते हो। कह रहे हैं ना, ये कह रहे हैं कि नहीं कह रहे? डायरेक्टली नहीं तो इनडायरेक्टली कह रहे हैं कि नहीं कह रहे, है ना। ਇਹਦਾ ਮਤਲਬ ਜਿਹੜੇ ਫਿਲਮਾਂ ਦੇ ਵਿੱਚ ਤੁਸੀਂ ਦੇਖਿਆ ਹੋਗਾ ਛੋਟੇ ਛੋਟੇ ਬੱਚੇ ਕੰਮ ਕਰ ਰਹੇ ਹੁੰਦੇ ਆ, that is acceptable under the constitution, entertainment industry। उसमें क्या दिखाते हैं कि मतलब पैकिंग करते होते हैं उसमें उनकी वो तो वैसी गलत है, वो 23 के अंदर गलत हो गया। वो तो बेकरी है, ਜਿਵੇਂ ਕਿ ਜਿਹੜੇ ਹੋਟਲ ਤੇ ਛੋਟੇ ਬੱਚੇ ਕੰਮ ਕਰ ਰਹੇ ਆ ਜਾਂ ਸਮਥਿੰਗ। ਹਾਊਸ ਹੈਲਪ ਜਿਹੜੇ ਹੈਗੇ ਆ ਉਹ ਵੀ ਆਰਟੀਕਲ 14 ਦੇ 0 to 14 ਦੇ ਵਿੱਚ ਆ गए। ओके, नॉन हजार्डस है। लेकिन लेट मी प्रोसीड, है ना, आगे चलेंगे। लेकिन आप समझ गए ये बात। तो ओरिजिनली कॉन्स्टिट्यूशन में ये रिकॉग्नाइज किया कि भारत की जो इकोनॉमिक सोशल सिचुएशन है उसके अंदर बच्चों को काम करना पड़ता है। वैसे इट्स वेरी अनफॉर्चुनेट, पर सोशल इकोनॉमिक सिचुएशन ऐसी है। नॉन हजार्डस है, लेकिन आएंगे इस पे भी, डोंट वरी, आपकी बात मानी जाएगी। तो 0 to 14 है ਸਰ ਜਿਵੇਂ ਤੁਸੀਂ ਕਹੀ ਜਾਂਦੇ ਹੋ ਵੀ ਹਜ਼ਾਰਡੂਅਸ ਇੰਡਸਟਰੀ 'ਚ ਨਹੀਂ ਕੰਮ ਕਰਾ ਸਕਦੇ। ਅੱਜ ਮੈਂ ਪਿੱਛੇ ਜੇ ਸਰ MP ਦੇ ਵਿੱਚ ਪਟਾਖਾ ਫੈਕਟਰੀ ਸੀ, ਉਹਦੇ ਵਿੱਚ ਅੱਗ ਲੱਗ ਗਈ ਸੀ। ਉਹਦੇ 3 ਪਤਾ ਨਹੀਂ 4 ਬੱਚੇ ਇਨਵੋਲਵ ਸੀ ਜਿਹਨਾਂ ਦੀ ਡੈਥ ਹੋਈ ਸੀ। ਤੇ ਸਰ ਹੁਣ ਜਿਵੇਂ ਉਹਦੇ ਵਿੱਚ ਨਿਕਲ ਆਏ ਉਹ ਡੈਥ ਕੇਸਿਸ ਨੇ, ਹੁਣ ਐਕਸੀਡੈਂਟ ਤਾਂ ਚਲੋ ਹੋ ਗਿਆ, ਹੁਣ ਜਿਹੜੀ ਇੰਡਸਟਰੀ ਹੈਗੀ ਆ ਉਹਦੇ ਖਿਲਾਫ ਕੇਸ ਪਊਗਾ ਕਿ ਨਹੀਂ ਪਊਗਾ? ਪਹਿਲਾਂ ਤਾਂ ਜਿਹੜਾ ਲੇਬਰ ਕਮਿਸ਼ਨ ਨੂੰ ਅੱਗ ਲਾ ਦੇਣੀ ਚਾਹੀਦੀ ਉਹਨੂੰ ਉੱਥੋਂ ਦੇ। ਰੀਜ਼ਨ ਇਹ ਦਿੱਤਾ ਕਿ these children were accompanied by their parents।
ਪੇਰੈਂਟਸ ਦੇ ਨਾਲ ਸੀ, ਉਹ ਵਰਕ ਨਹੀਂ ਸੀ ਕਰ ਰਹੀ। ਪੇਰੈਂਟਸ ਦੀ ਸੁਪਰਵਿਜ਼ਨ 'ਚ ਫਿਰ ਸਰ ਪਹਿਲਾਂ ਤਾਂ ਲੇਬਰ ਜਿਹੜਾ ਇੰਸਪੈਕਟਰ ਹੈਗਾ ਉਹਨੂੰ, ਜਿਹੜਾ ਹੁਣ ਨਾਲ ਹੀ ਦੀਆਂ ਪੋਸਟਾਂ ਆ ਰਹੀਆਂ ਲੇਬਰ ਇੰਸਪੈਕਟਰ ਤੋਂ, ਭਾਈ ਜਿਹਨੇ ਬਣਨਾ ਜੇ ਬਣ ਗਏ ਤੁਸੀਂ